KRP 1550 AM ਤੇ ਤੁਹਾਡਾ ਸਵਾਗਤ ਹੈ। ਮੈਂ ਤੁਹਾਡਾ ਮੇਜ਼ਬਾਨ ਹਰਜੀਤ ਸਿੰਘ ਗਿੱਲ। 12:11 ਹੋਏ ਨੇ। 22 ਅਕਤੂਬਰ ਦਾ ਦਿਨ ਹੈ, ਵਧਾ 2020 ਦਾ ਵੀਰਵਾਰ ਹੈ। 8 ਕੱਤਕ ਨਾਨਕ ਸੰਮਤ 552 ਨਿੱਘਾ ਹਾਰਦਿਕ ਸਵਾਗਤ ਹੈ। ਅੱਜ ਦੀ ਲੋਕ ਸਭਾ ਦੇ ਵਿੱਚ ਅਹਿਮ ਘਟਨਾਵਾਂ ਗੱਲਾਂ ਬਾਤਾਂ ਜੀ ਸੰਗੀਤ ਸੁਣ ਦੇ ਮਸਲਿਆਂ ਤੇ ਗੱਲ। ਪਹਿਲੇ ਹਿੱਸੇ 'ਚ ਰਾਜਨੀਤੀ ਦੀ ਗੱਲ ਹੋਏਗੀ। ਵੋਟਾਂ ਪਰਸੋਂ ਨੂੰ ਪੈਣੀਆਂ। ਵੋਟਾਂ ਦੀ ਕੀ ਕਹਾਣੀ ਹੋ ਰਹੀ ਆ। ਆਟਵਾ ਦੇ ਵਿੱਚ ਰਾਜਨੀਤੀ ਦਾ ਪੱਤਾ ਲਿਬਰਲ ਕਹਿੰਦੇ ਨੇ, ਰਾਜਨੀਤੀ ਦਾ ਪੱਤਾ ਨਾ ਕੰਸਰਵੇਟਿਵ ਤੇ NDP ਖੇਲ ਰਹੇ ਨੇ। ਉਹ ਨਹੀਂ ਪੱਤਾ ਖੇਲਦੇ। ਉਹ ਕਹਿੰਦੇ ਇਹਨਾਂ ਨੇ ਪੱਤਾ ਖੇਲਿਆ। ਸਾਡਾ ਟਰੂਡੋ ਪ੍ਰਧਾਨ ਮੰਤਰੀ ਸਾਹਿਬ ਤਾਂ ਦੁੱਧ ਧੋਤਾ ਦੇ ਨਾਲ ਹੀ ਅਸੀਂ ਦੁੱਧ 'ਚ ਡੁਬਕੀਆਂ ਲਾਉਣ ਵਾਲੇ ਆ। ਸੋ ਉਸ ਦੀ ਗੱਲਬਾਤ ਕਿ ਜਗਮੀਤ ਸਿੰਘ ਉਹਨਾਂ ਨੇ ਕੀ ਕੀਤਾ। ਉਹ ਕਰਪਸ਼ਨ ਦੇ ਅਗੇਂਸਟ ਇੱਕ ਜਿਹੜੀ ਕਮੇਟੀ ਬਣਾਉਣ ਦੀ ਸਪੈਂਡਿੰਗ ਤੇ ਚੈੱਕ ਕਰਨ ਲਈ ਵੀ ਚੈਰਿਟੀ ਦੇ ਘਟਾਲੇ ਦੀ ਗੱਲ ਕਰਨ ਦੇ ਲਈ ਤੇ $100 ਮਿਲੀਅਨ ਆਪਣੇ ਐਮਪੀਆਂ ਨੂੰ ਦੇਣ ਲਈ ਵੀ ਇਹ ਵੈਂਟੀਲੇਟਰ ਬਣਾਉਣਗੇ। ਇੱਕ ਵੀ ਵੈਂਟੀਲੇਟਰ ਨਹੀਂ ਬਣਿਆ ਤੇ ਐਮਪੀਆਂ ਨੂੰ ਤਾਂ ਉਹ ਪਸੰਦ ਆ ਵੀ ਉੱਥੇ 100 ਮਿਲੀਅਨ ਗਿਆ ਤੇ ਕਿਤੇ ਸਾਡੀ ਵੀ ਵਾਰੀ ਆਜੂ 2-4 ਸਾਨੂੰ ਵੀ ਮਿਲੂ। ਉਹ ਸਾਰਾ ਕੁਝ ਕੀਤੇ ਨੂੰ ਪਾਰਟੀ ਠੀਕ ਹੈ, ਪਾਰਟੀ ਦੀ ਮਦਦ ਕਰਨੀ ਚਾਹੀਦੀ ਹੈ, ਪਰ ਇਉਂ ਵੀ ਨਾ ਕਰੋ ਕਿ ਤੁਹਾਨੂੰ ਕੰਮ ਲੱਗਦਾ ਤੇ ਦੂਜਿਆਂ ਦੀ ਰਾਜਨੀਤੀ ਲੱਗਦੀ। ਛਵੀਆਂ ਜਿਹੜੀਆਂ ਗੱਲਾਂ ਉਹਦਾ ਕਿਸੇ ਪਾਸੇ ਗੱਲ ਨਹੀਂ ਉਹਦੀ ਜਾਂਦੀ। ਸੋ ਤੱਥਾਂ ਤੇ ਗੱਲ ਕਰਨੀ ਚਾਹੀਦੀ ਹੈ। ਰਾਜਨੀਤੀ ਉਹ ਕਰਦੇ ਫਿਰਦੇ ਆ ਸਵੇਰ ਤੋਂ ਸ਼ਾਮ ਤੱਕ। ਆਪਾਂ ਸਾਰਾ ਰਾਜਨੀਤਿਕ ਬੰਦਾ ਰਾਜਨੀਤੀ ਉਹ ਕਰਦਾ ਸਵੇਰ ਤੋਂ ਆਥਣ ਤੱਕ। ਉਹਦੇ ਲਈ ਕੁਝ ਵੀ ਕਰਨਾ, ਹਰ ਕੰਮ 'ਚ ਰਾਜਨੀਤੀ। ਇਹ ਤਾਂ ਰਿਕਾਰਡਡ ਸਟੇਟਮੈਂਟ ਆ। ਇੱਥੇ ਬੰਦੇ ਨੇ ਉਹ ਕਹਿੰਦਾ 24 ਘੰਟੇ ਸਾਨੂੰ ਕੰਮ ਹੀ ਰਾਜਨੀਤੀ ਦਾ, ਹੋਰ ਕੁਝ ਨਹੀਂ। ਸਾਨੂੰ $2-2.5 ਲੱਖ ਕੈਨੇਡੀਅਨ ਦਿੰਦੇ ਨੇ, ਰਾਜਨੀਤੀ ਲਈ ਦਿੰਦੇ ਨੇ। ਰਾਜਨੀਤੀ ਵੀ ਉਹ ਜਿਹੜੀ ਜਮਾ ਹੀ ਗਈ ਗਰਕੀ ਹੋਵੇ, ਉਹ ਰਾਜਨੀਤੀ। ਆਪਣੇ ਬੰਦਿਆਂ ਦੇ ਇਹ ਕੰਮ ਜਿਹੜੇ ਨੇ ਇਹ ਨੇ। ਸੋ ਇਹ ਇਸ ਤੇ ਗੱਲਬਾਤ ਹੋਏਗੀ ਕਿ ਉੱਥੇ ਆਟਵਾ 'ਚ ਕੀ ਹੋਇਆ। NDP ਦੇ ਲੀਡਰ ਜਗਮੀਤ ਸਿੰਘ ਦੇ ਖਿਲਾਫ ਵੀ ਅੱਜ ਕੈਨੇਡੀਅਨ ਬਹੁਤ ਗੱਲਾਂ ਕਰ ਰਹੇ ਨੇ ਵੀ ਉਹਨੂੰ ਖੜਨਾ ਚਾਹੀਦਾ ਸੀ। ਪਰ ਜੇ ਇਲੈਕਸ਼ਨ ਕਾਲ ਹੋ ਜਾਂਦੀ ਫਿਰ ਇਹੀ ਲਿਬਰਲਜ਼ ਨੇ ਇਹ ਕਹਿਣਾ ਸੀ, ਆ ਦੇਖ ਲਓ ਜੀ ਇਹੋ ਜਿਹੇ ਸਮੇਂ 'ਚ ਇਹਨਾਂ ਨੇ ਇਲੈਕਸ਼ਨ ਕਾਲ ਕਰਤੀ। ਜਿਵੇਂ ਇੱਥੇ ਸੂਬੇ 'ਚ ਹਲੇ ਹੋਈ ਜਾਂਦਾ ਹੈ, ਮਤਲਬ ਸਾਰੀ ਕੰਪੇਨ ਮੁੱਕੀ, ਹਲੇ ਤੱਕ ਇਲੈਕਸ਼ਨ ਹੋਈ ਜਾਂਦੀ ਹੈ। ਇੱਕ ਰਾਜਨੀਤੀ ਇਹ ਮੰਗ ਹੈ ਕਿ ਦੂਜੇ ਨੇ ਕੀ ਕੀਤਾ ਉਹਦੀਆਂ ਗੱਲਾਂ ਕਰੀ ਚੱਲੋ ਜੀ। ਇਹਨੇ ਆਹ ਨਹੀਂ ਕੀਤਾ, ਇਹਨਾਂ ਨੇ ਆਹ ਨਹੀਂ ਕੀਤਾ, ਇਹਨਾਂ ਨੇ ਆਹ ਨਹੀਂ ਕੀਤਾ, ਆਹ ਨਹੀਂ ਹੋਇਆ। ਤੇ ਇਹ ਕੋਈ ਦੱਸ ਸਕਦਾ ਵੀ ਅਸੀਂ ਕੀ ਕੀਤਾ, ਅਸੀਂ ਕੀ ਕਰਾਂਗੇ। ਇਹ ਜੇ ਪਾਰਟੀ ਪਲੇਟਫਾਰਮ ਦੀਆਂ ਗੱਲਾਂ ਕਰਾਂਗੇ ਆਪਾਂ ਪਹਿਲੇ ਹਿੱਸੇ 'ਚ। ਦੂਜੇ ਹਿੱਸੇ 'ਚ ਇਸੇ ਨਾਲ ਸੰਬੰਧਿਤ ਹੈ LMIA ਵਰਕ ਪਰਮਿਟ। ਜਿਹੜੇ ਬੰਦਿਆਂ ਦੇ ਮੁੱਕਦੇ ਨੇ ਜਦ ਉਹ ਬਾਰਡਰ ਤੇ ਜਾਂਦੇ ਨੇ, ਉਹਨਾਂ ਨਾਲ ਕੀ ਹੁੰਦਾ, ਉੱਥੇ ਇਹੋ ਜਿਹਾ ਸਲੂਕ ਹੁੰਦਾ, ਕਿਵੇਂ ਲੋਕ ਇਸ ਸਿਚੁਏਸ਼ਨ ਤੇ ਆ ਜਾਂਦੇ ਨੇ, ਇੰਨਾ ਮਾੜਾ ਸੋਚਦੇ ਨੇ ਵੀ ਯਾਰ ਜ਼ਿੰਦਗੀ ਹੋਈ, ਇਹਦਾ ਫਾਇਦਾ ਨਹੀਂ। ਕਿਸੇ ਨੇ ਬਹੁਤ ਦੁੱਖ ਦੀ ਇਹ ਦਾਸਤਾਨ ਸੁਣਾਈ ਪਰਸੋਂ ਈਵਨਿੰਗ ਨੂੰ, ਤੇ ਨਾਲ ਡਰੇ ਵੀ ਮੇਰਾ ਨਾਮ ਨਾ ਜੀ ਲਿਓ, ਕੰਪਨੀ ਮੇਰੀ ਬਹੁਤ ਮਦਦ ਕਰਦੀ ਹੈ ਪਰ ਬਾਰਡਰ ਤੇ CBS ਦੇ ਅਫੀਸਰ ਨੇ ਮੇਰੀ ਫਾਈਲ ਵਧਾ ਕੇ ਮਾਰੀ। ਉਹ ਕਹਿੰਦਾ ਮੈਂ ਟਰੱਕ ਡਰਾਈਵਰ ਦਾ ਲੋਡ ਲੈ ਕੇ ਆਉਣਾ ਤਾਂ 14 ਦਿਨ ਦਾ ਮੈਨੂੰ ਕੋਈ ਨਹੀਂ। ਹੁਣ ਮੈਂ ਬਾਰਡਰ ਤੇ ਘੁੰਮ ਕੇ ਫਾਈਲ ਦਿਖਾ ਕੇ ਆਪਣਾ ਜਿਹੜਾ ਵਰਕ ਪਰਮਿਟ ਲੈਣ ਚਲੇ, ਉਹ ਕਹਿੰਦਾ 14 ਦਿਨ ਕੁਆਰੰਟੀਨ ਚੱਲ। ਐਡਾ ਧੱਕਾ ਇਹ ਆ। ਇੱਥੇ ਆ ਰਾਜਨੀਤੀ ਖੜਨ ਦੀ ਲੋਕਾਂ ਦੇ ਨਾਲ। ਰਾਜਨੀਤੀ ਇਹ ਨਹੀਂ ਕਿ ਜਿਹੜੇ ਕਰਪਟ ਕੰਸਲਟੈਂਟ ਨੇ ਉਹਨਾਂ ਨਾਲ ਜੱਫੀਆਂ ਪਾ ਕੇ ਤੁਰੇ ਫਿਰੋ। ਇੱਥੇ ਲੋਕਾਂ ਨਾਲ ਖੜਨ ਦੀ ਗੱਲ ਆ। ਕਰਕੇ ਕੱਟ ਕਹੋ ਮੈਂ ਖੜਦਾ ਤੁਹਾਡੇ ਨਾਲ। ਇੱਥੇ MP ਕੰਮ ਕਰਨ ਫੈਡਰਲ। ਕੀ ਕਹਾਣੀ ਹੈ। ਤੇ ਨਾਲੇ ਉਹ ਜ਼ਿੰਮੇਵਾਰੀਆਂ ਚੱਕਣ ਜਿਨ੍ਹਾਂ ਨੇ $10,000 ਦੇ ਟੇਬਲ ਇਕੱਠੇ ਕਰਕੇ ਟਰੂਡੋ ਨੂੰ ਦਿੱਤੇ, ਫੋਟੋਆਂ ਖਿਚਾਈਆਂ, ਨਾਲ ਉਹਨਾਂ ਦੀਆਂ ਖਿੱਚੀਆਂ ਹੋਈਆਂ ਨੇ। ਉਹ ਆਪਣਾ ਟਰੈਕ ਰੈਕਡ ਵੀ ਲੋਕਾਂ ਨੂੰ ਕਲੀਅਰ ਕਰਨ ਕਿ ਅਸੀਂ ਖੜੇ ਕਿੱਥੇ ਹਾਂ। ਜੇ ਰਾਜਨੀਤੀ ਕਰਨੀ ਆ, ਸਵਾਦ ਇਹ ਆ ਵੀ ਆਪਣੇ ਗਿਰੇਬਾਨ 'ਚ ਵੀ ਝਾਕੀਏ ਕਿ ਅਸੀਂ ਕੀ ਹਾਂ। ਫਿਰ ਟਰੈਕ ਰੈਕਡ ਦੀ ਗੱਲ ਬਣਦੀ। ਟਰੈਕ ਰੈਕਡ ਤਾਂ ਕਲੀਅਰ ਹੀ ਹੈ। ਟਰੈਕ ਰੈਕਡ ਤਾਂ ਲੋਕਾਂ ਨੂੰ ਦਿਖਦਾ ਹੀ ਹੈ ਕਿ ਕੀ ਹੋਇਆ ਇਸ ਸਰੀ ਦੇ ਵਿੱਚ, ਜਿਹਦੇ ਕਰਕੇ ਬਲ ਮਿਲਿਆ ਇਹਨਾਂ ਲੋਕਾਂ ਨੂੰ। ਇਹਨਾਂ ਨੇ ਖੂਨ ਚੂਸ ਲਿਆ ਪੰਜਾਬ ਤੋਂ ਸਾਡੇ ਭੈਣਾਂ ਭਾਈਆਂ। ਇਹ ਅੱਜ ਗੱਲਬਾਤ ਹੋਏਗੀ ਕਿ ਕਿਸ ਤਰ੍ਹਾਂ ਇਹਨਾਂ ਨੂੰ ਬਾਰਡਰ ਤੇ ਜਾਂਦਿਆਂ ਦੇ ਵਿਚਾਰਿਆਂ ਨੂੰ ਤੰਗੀ ਹੁੰਦੀ ਹੈ ਤੇ ਕੀ ਇਹਨਾਂ ਨੂੰ ਕਰਨਾ ਪੈਂਦਾ। ਤੇ 1-844-247-1550 ਆਨ 에ਅਰ ਨੰਬਰ ਹੈ। KRPradio.com ਤੇ ਸਿੱਧਾ ਪ੍ਰਸਾਰਣ ਚੱਲਦਾ। ਪ੍ਰੋਗਰਾਮ ਰਹਿ ਜੇ ਤਾਂ ਤੁਸੀਂ ਸੁਣ ਸਕਦੇ ਹੋ ਲੋਕ ਸੱਤ ਤੇ LOKSATTH 604-440-6462 ਦਫ਼ਤਰ ਦਾ ਨੰਬਰ ਹੈ ਨਿਮੀ ਡੋਲਾ ਜੀ ਦਾ। ਤੇ 604-729-1224 WhatsApp ਤੇ ਟੈਕਸਟ ਲਈ
मेरा नंबर है जिथे तुसीं सुनेहा भेज सकते हो 6047291224। जिथे तुहाडा कोई भी सुनेहा कोई भी कामकार तुसीं चाहो तां उहदे ते तुसीं कोई अजिहा इशू जिहदे ते मेरा ध्यान तुसीं चाहो तां मैनूं जरूर वो भेजिया करो 6047291224। harjeet.g@krpradio.com हरजीत सिंह गिल ऑफिशियल पेज है फेसबुक का। चिक्कर दा शक उबले ते जड़ा मजीठ दियां कि चुटकी सूहे खागदी ने ते सुपने पीठ दियां विच रंगण खद्दर नदियां ते डुल डुल पैंदा चावे अक दे कूड़े फंबिया कितों उड़दा उड़दा अज कोट कली दा रंग वे तेरी देह नूं दियां चढ़ा पिंज तुंब संग सलीकियां मैं धागा लवाउणा धागा मेरे राज दा मैनूं लगदा सका भरा यार ओही वाले खेत नूं एक जांदी पही च बिरख नवाइयां टाणियां ते असां नवाई धौण के हथ परेंदे तोपियां नूं बुल तछाउंदे गौण ते चुड्डण तिੱਤਰ खंबियां। बहुत वधिया समा हुंदा सी जद रात नूं बीबियां इकट्ठियां बह के नाले तां चरखा डाउंदियां नाले गीत गाउंदियां। छोटे छोटे हुंदे असीं सुणदे रहे रजाइयां च पै के हौली 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 गाउंदियां। किहो जिहा सोहਣਾ सी पंजाब ते किहो जिहा समा सी, कोई भी स्ट्रैस नहीं सी। ते मावां ने फिर उत्थों तुरिया होया धागा जिहड़ा गलोटियां तो किवें घुम के की हो के किवें लच्छे बन के किवें जलाहियां दे जाना किवें खेसियां बुन के आउणियां किवें दोले बुन के आउणे 6 महीने दे उन्हां ने कणक दाणा लैके जाना जां घरे फिर नवारा मावां ने बुननियां लटैण नाल बन के रस्से ते पैरां दे विच दो हुंदे रस्से एक दब लैंदे एक कढ़ लैंदे हत्थी नाल ते ना फिर दरियां बुननियां अड्डे ते बह के पिछे ढक के रखनी किसी नूं दिखाउणी ना डिजाइन ला के लै जूगी दब के रख। बड़ियां गल्लां हुंदियां जिन्हां घरां च कुड़ियां है नहीं सी पुत्तां नूं मावां नाल ला के रखदी। सारा कुछ जिहड़ा तुहानूं मैं दसदा है ये मेरे याद तां है कि मावां सातों कराउंदी रही मां मेरी आ करो मेरे नाल करो इहनूं आ करके दे मैनूं आ करके दे। सब तो औखा हुंदा जिदन सेवियां वट्टण वाली मशीन ते बहना हुंदा घोड़ी ते घुम के ढिड कोलने जगह बह जाएगा ना ना मेरा काम नहीं है मैं तो जाना खूह ते तेरा काम है तू ही कर भाई कह के जैबे ने लंघ जा। ढिड दे कोलों हथी घुमणी ऐ लगना आटा मुक्कू कद रात दे विच पए 5-5 7-7 दे हौले हौले आटियां दे लगने तो छोटी पर कुड्डण दे नाल जब धक्कना अंदर नूं फिर धरन पै जानी आथण तक छुट्टी लैनी स्कूलों महंगी पै जानी। कदे कदे जब बंदा इत्थे रोटी खांदे जैबे नूं मैं देखदा गूठे नाल ओह बुरकी ढक लैंदा। जब गूठे नाल बुरकी ढकदा मैनूं इउं लगदा जिवें मशीन च आटा दे लाईदा। बिरख नवाइयां टाणियां ते असां नवाई धौण के हथ परेंदे तोपियां नूं बुल तछाउंदे गौण एक उड्डण तिੱਤਰ खंबियां ते अग कलेजे लाउण ते दूजा पत्तरो पत्तरी अज मछली फिरदी पाउण सुपर ते तिल पत्तरा है नील घुंगट बाग एक चोप तां बड़ी रंगीली धागे दे खुल गए भाग एक धुप जहर कशीदियां है धुप्पां जहर कशीदियां तत्तां मोरनियां ते बाबल आखे पैंदनियां ने धीआं तोरनी। सूई मेरी निकली है दर्द सलमड़े ने लिखिया साह नूं चुगना है पर मानस चमड़े ने अजलाल झरंगता हो गए खद्दर दे दरिया मैनूं अगले घर विच तोर के कल्ली रह जू मां जो हवा च कंबड़ मूंगरे मेरा मत्था जिहा डरे ते नाले बंगा मेहंदियां दा सुपना एक तरे मैं बन जा फुल फुलकारियां कोई तोपे आण भरे नाले मैनूं घुट के चुम के हिक ना ला लवे मेरे सभे दुख हरे मेरे सभे दुख हरे। 2-2 साल दा छुट्टियां कट के जांदे रहे परदेसी ड्राइवर फौजी तां दुख टुटदे 1 महीने दे विच गृहस्थी सां के बंदे फिर परदेसां नूं मुड़दे रहे। ये ने पंजाबी इन्हां पंजाबियों नूं 1907 च जद इत्थे आए ना इत्थे दी पार्टी ने एक कन्वेंशन की 1907 च कहंदे फिल्थी ते डिसऑनेस्ट ने ये ना हो। हरमनजीत लिखदा राणी तत्त च ओटवा दे विच कल जिहड़ी सरकार डिगदी डिगदी वध गई। कल 11 बजे कहते भी पैगी बल्लो हो गई गल पर जगमीत सिंह ने कहना मैं करना प्रेस कॉन्फ्रेंस। जगमीत सिंह उन्होंने बारे रैक्स मर्फी ने बड़ा करड़ा लेख पिछले दिन। रैक्स मर्फी बहुत बोल्ड एक जर्नलिस्ट ने
बहुत करड़ा लिखते हैं, वाइट इशू च भी आउंदे ने, CBC ते भी आउंदे ने। आपां तां भाईचारे दे विच तां जदे चिंग्यारे निकलण लग जांदे ने कन्नां चों, मैनूं कहता ओए, मैनूं कहता ओए, मैनूं आ कहता। कदे सुणिओ तुसीं रैक्स मर्फी वर्गिਆਂ ਨੂੰ ਉਹ ਕੀ ਕਹਿੰਦੇ? एनरी कोयन ਨੂੰ सुणिओ, ਜਿਹੜਾ ਗਲੋਬਲ ਮੇਲ ਦਾ ਪਹਿਲਾ ਜਿਹੜਾ ਮੈਕਲੀਨ ਦੇ ਵਿੱਚ ਸੀ। ਸ਼ੈਂਟਲ ਨੂੰ ਸੁਣਿਓ, ਜਿਹੜੀ ਟੋਰਾਂਟੋ ਦੇ ਵਿੱਚ ਟੋਰਾਂਟੋ ਸਨ ਦੇ ਪੇਪਰ ਦੇ ਵਿੱਚ ਲਿਖਦੀ ਹੈ। ਇਹਨਾਂ ਨੂੰ ਸੁਣਿਓ। ਫਿਰ ਐਟ ਇਸ਼ੂ ਦੇ ਵਿੱਚ ਲੋਕ ਕਹਿੰਦੇ ਕੀ? ਸੋ ਇਹ ਸਾਨੂੰ ਤਾਂ ਨਿੱਜ ਲੱਗਣ ਲੱਗ ਜਾਂਦਾ। ਖਬਰ ਜਿਹੜਾ ਕੋਈ ਭਾਈਚਾਰੇ 'ਚ ਕਰੂ, ਖਬਰ ਉਹਦੀ ਉਹ। ਪਹਿਲੀ ਤਾਂ ਗੱਲ ਇਹ ਸੁਣਨੀ ਚਾਹੀਦੀ ਹੈ ਬੰਦਿਆਂ ਨੂੰ। ਦੂਜੀ ਇਹ, ਜਦ ਤੁਸੀਂ ਪਬਲਿਕ ਲਾਈਫ 'ਚ ਰਹਿਣਾ, ਲੋਕ ਕਹਿਣਗੇ। ਇਹ ਨਹੀਂ ਹੈ ਵੀ ਤੁਹਾਡਾ ਕੋਈ ਰਾਜ ਚੱਲਦਾ, ਤੁਹਾਡਾ ਕੋਈ ਗੁੰਡਾ ਰਾਜ ਚੱਲਦਾ ਵੀ ਤੁਹਾਡੇ ਬਾਰੇ ਕੋਈ ਕਹਿ ਨਹੀਂ ਸਕਦਾ। ਤੁਹਾਡੇ ਚੇਲੇ ਚਾਟੜੇ ਜਿਹੜੇ ਤੁਹਾਡੇ ਕੰਨਾਂ 'ਚ ਕਹਿੰਦੇ ਨੇ ਉਹਨੇ ਆਹ ਕਹਿਤਾ, ਉਹਨੇ ਆਹ ਕਹਿਤਾ। ਪਰਵਾਹ ਨਹੀਂ ਕਿਸੇ ਦੀ। ਗੱਲ ਸੱਚ ਜੇ ਤੁਸੀਂ ਛੱਡ ਦਿਓ, ਅੱਜ ਕਰ ਦਿਓ ਬੰਦ। ਤੁਸੀਂ ਕਹਿ ਦਿਓ ਵੀ ਅਸੀਂ ਇਸ ਲਾਈਫ ਦੇ ਵਿੱਚ ਨਹੀਂ ਰਹਿਣਾ, ਤੇ ਤੁਹਾਨੂੰ ਕਿਹਨੇ ਬੁਲਾਉਣਾ ਇੱਥੇ? ਭਾਈਚਾਰਾ 8 ਲੱਖ ਦੇ ਵਿੱਚ ਤੁਸੀਂ ਤੁਰੇ ਫਿਰਿਓ। ਜਦ ਤੁਸੀਂ ਪਬਲਿਕ ਆਫਿਸ 'ਚ ਰਨ ਕਰਨਾ ਹੈ, MLA MP ਕੌਂਸਲਰ ਬਣਨਾ ਹੈ, ਤੇ ਤੁਹਾਡੀਆਂ ਗੱਲਾਂ ਲੋਕਾਂ ਨੇ ਕਰਨੀਆਂ ਨੇ, ਮੀਡੀਆ ਨੇ ਕਰਨੀਆਂ। ਹਾਂ, ਜੇ ਮੀਡੀਆ ਪੈਸਾ ਧੇਲਾ ਲੈ ਕੇ ਡੱਫ ਵਜਾਉਂਦਾ, ਉਹ ਮੀਡੀਆ ਤੇ ਜਿਹੜਾ ਮੀਡੀਆ ਦੇ ਲਈ ਸਭ ਤੋਂ ਮਾੜੀ ਗੱਲ ਆ ਆਪਣੇ ਪ੍ਰੋਫੈਸ਼ਨ ਨਾਲ ਵਫਾ ਨਾ ਕਰਨੀ, ਕਰਪਟ ਹੋਣਾ, ਕਰਪਸ਼ਨ ਕਰਨੀ, ਪੈਸੇ ਲੈਣੇ, ਮਦਦਾਂ ਲੈਣੀਆਂ, ਇਹਨੂੰ ਫਿੱਟ ਕਰਦੀ, ਉਹਨੂੰ ਫਿੱਟ ਕਰਦੀ, ਮੈਨੂੰ ਇੱਥੇ ਲਾ ਦੀ, ਮੇਰੇ ਧੀ ਪੁੱਤ ਇੱਥੇ ਲਾ ਦੀ। ਇਹ ਜਿਹੜੀਆਂ ਗੱਲਾਂ ਜਿਹੜੀਆਂ ਕਮਿਊਨਿਟੀ 'ਚ ਲੁਕਦੀਆਂ ਨਹੀਂ ਹੁੰਦੀਆਂ। ਕੰਮ ਜਿਹੜਾ ਕਰਨਾ ਚਾਹੀਦਾ ਉਹ ਸਹੀ ਕਰਨਾ ਚਾਹੀਦਾ। ਮਿਸਟਰ ਡਿਪਟੀ ਪ੍ਰਾਈਮ ਮਿਨਿਸਟਰ ਰੈਕਸ ਮਰਫੀ ਨੇ ਕਿਹਾ ਸੀ ਜਗਮੀਤ ਸਿੰਘ ਹੋਣਾ। ਹੁਣ ਕੱਲ ਜਦ ਇੱਕ ਕਮੇਟੀ ਬਣਾਉਣ ਲਈ ਕੰਜ਼ਰਵੇਟਿਵ ਨੇ ਗੱਲ ਕੀਤੀ ਵੀ ਤੁਹਾਡੀ ਭਾਈ ਸਪੈਂਡਿੰਗ ਤੇ ਐਥਿਕਸ ਦੀ ਵਾਇਲੇਸ਼ਨ ਹੋਈ ਆ, ਤੁਸੀਂ ਆਪਣੇ ਬੰਦਿਆਂ ਨੂੰ ਕਦੇ ਵੀਰ ਚੈਰਿਟੀ ਹੋ ਗਈ, ਕਦੇ ਤੁਸੀਂ ਆਪਣੇ ਐਕਸ MP ਨੂੰ $100 ਮਿਲੀਅਨ ਦੇਤਾ, ਇਹ ਵੈਂਟੀਲੇਟਰ ਬਣਾਓ, ਇਹ ਬਣਾਓ। ਕੋਈ ਵੈਂਟੀਲੇਟਰ ਨਹੀਂ ਤੁਹਾਡਾ ਬਣਿਆ, ਅਸੀਂ ਉਹਦੀ ਕਮੇਟੀ ਬਣਾਉਣੀ। ਰੋਕ ਤੁਸੀਂ ਕਰ ਦਿੱਤੀ। ਜਦ ਬਿਲਕੁਲ ਵਾਪਸ ਬਾਹਰ ਗੱਲ ਨਿਕਲਣ ਵਾਲੀ ਸੀ ਤਾਂ ਤੁਸੀਂ ਬੰਦ ਕਰਕੇ ਪਾਰਲੀਮੈਂਟ ਆਓ ਗਏ। ਇਹ ਲੋਕਾਂ ਦੇ ਚੁਣੇ ਹੋਏ ਲੋਕਾਂ ਦੇ ਪੈਸਿਆਂ ਨਾਲ ਤੁਸੀਂ ਇਹ ਔਟਵਾ ਰਿਵਰ ਦੇ ਕੰਢੇ ਮਹਿਲਾਂ 'ਚ ਬੈਠੇ। ਹੁਣ ਉਹ ਬਿਲਕੁਲ ਆਬਵੀਅਸਲੀ ਸਾਰੀਆਂ ਪਾਰਟੀਆਂ ਰਾਜਨੀਤੀ ਉੱਥੇ ਕਰਦੀਆਂ ਨੇ। ਇਹ ਥੋੜਾ ਵੀ ਇਕੱਲੀ ਬਾਕੀ ਰਾਜਨੀਤੀ ਕਰਦੇ ਨੇ, ਲਿਬਰਲ ਵਾਲੇ ਰਾਜਨੀਤੀ ਨਹੀਂ ਕਰਦੇ। ਉਹ ਕਾਹਨੂੰ ਕਰਦੇ ਨੇ? ਨਾ ਲਿਬਰਲ ਵਾਲੇ ਕਰਦੇ ਨੇ, ਨਾ ਗਾਹਾਂ ਸਾਡੇ ਰਾਜ ਜਿਹੜੇ ਸਾਡੇ ਭੇਜੇ ਹੋਏ ਨੇ ਨਾ ਉਹ ਕਰਦੇ ਨੇ। ਉਹਨਾਂ ਤਾਂ ਰਾਜਨੀਤੀ ਦੇਖ ਲਾ ਆਉਂਦੀ ਹੋਈ ਨਹੀਂ ਬਿਲਕੁਲ। ਸੋ ਉੱਥੇ ਜਦ ਹੁਣ ਵੋਟਾਂ ਪੈਣ ਦੀ ਗੱਲ ਹੋ ਗਈ, ਉਹਨਾਂ ਨੇ ਲਿਬਰਲਸ ਨੇ ਉਹਨੂੰ ਕਹਿ ਦਿੱਤਾ, ਕਹਿੰਦਾ ਇਹ ਤਾਂ ਕੰਫੀਡੈਂਸ ਵੋਟ ਆ ਜੀ। ਪ੍ਰਾਈਮ ਮਿਨਿਸਟਰ ਨੇ ਕਹਿ ਦਿੱਤਾ ਆ ਕੇ ਕਿ ਡਿਪਟੀ ਪ੍ਰਾਈਮ ਮਿਨਿਸਟਰ ਉਹ ਕਹਿੰਦੀ ਇਹ ਤਾਂ ਭਰੋਸੇ ਦੀ ਗੱਲ ਹੈ, ਇਹ ਤਾਂ ਭਰੋਸੇ 'ਚ ਪੈਣੀ ਚਾਹੀਦੀ ਹੈ। ਫਿਰ ਵੋਟ ਇਹ ਭਰੋਸੇ ਤੇ ਪੈਣੀ ਚਾਹੀਦੀ ਹੈ। ਜਗਮੀਤ ਸਿੰਘ ਜੇ ਵੋਟ ਨਾਨ ਕੌਨਫੀਡੈਂਸ ਉਹਦੇ ਅਗੇਂਸਟ ਪਾਉਂਦੇ ਸੀ ਤਾਂ ਸਰਕਾਰ ਡਿੱਗਦੀ, ਮਤਲਬ ਹੱਕ 'ਚ ਪਾਉਂਦੇ ਸੀ ਬਲਾਕ ਤੇ ਕੰਜ਼ਰਵੇਟਿਵ ਨਾਲ, ਤਾਂ ਉਹਨਾਂ ਨੇ ਕਹਿ ਕੇ ਉਹ ਕਹਿੰਦੇ ਇਸ ਤਰ੍ਹਾਂ ਨਹੀਂ ਅਸੀਂ ਕਰਨੀ ਜਿਵੇਂ ਤੁਸੀਂ ਕਰਦੇ ਹੋ, ਵੀ ਸਰਕਾਰ ਸਿੱਟਣੀ ਤੁਸੀਂ ਚਾਹੋ, ਸਿੱਟੋ ਸਾਡੇ ਮੋਢਿਆਂ ਤੇ। ਇਹ ਸਮਾਂ ਨਹੀਂ ਪੈਰਾਡਾਇਮਿਕਸ ਦਾ। ਪੈਰਾਡਾਇਮਿਕ ਦੇ ਵਿੱਚ ਇਹ ਸਮਾਂ ਨਹੀਂ ਵੋਟਾਂ ਦਾ। ਮੈਂ ਤੁਹਾਡੇ ਨਾਲ ਖੜੂੰਗਾ ਪਰ ਤੁਹਾਨੂੰ ਅਕਾਊਂਟੇਬਲ ਕਰਾਂਗੇ। ਇਹਦੇ ਕਰਕੇ ਜਗਮੀਤ ਸਿੰਘ ਉਹਨਾਂ ਦੇ ਦੀ ਕ੍ਰਿਟਿਕ ਨੇ ਜਿਹੜੇ ਉਹ ਕਹਿ ਰਹੇ ਨੇ ਦੇਖੋ ਜੀ ਇਹਦੇ ਕਰਪਸ਼ਨ ਦੇ ਹੱਕ 'ਚ ਵੋਟ ਪਾਤੀ, ਕਰਪਸ਼ਨ ਕਰ ਰਹੇ ਸੀ, ਲਿਬਰਲ ਉਹਨੀ ਸਕੈਂਡਲ ਕਰ ਰਹੇ ਸੀ, ਇਹ ਉਹਨਾਂ ਦੇ ਨਾਲ ਖੜ ਗਿਆ। ਇੱਕ ਗੱਲ, ਇੱਕ ਸਕੂਲ ਆਫ ਥਾਟ ਇਹ ਹੈ। ਦੂਜਾ ਇਹ ਆ ਲੋਕ ਇਹ ਕਹਿ ਰਹੇ ਨੇ ਵੀ ਨਹੀਂ ਇਲੈਕਸ਼ਨ ਬਚਾ ਲਈ, ਸਨੈਪ ਇਲੈਕਸ਼ਨ ਬਚਾ ਲਈ, ਉਹ ਨਾਲ ਖੜ ਗਈ। ਇਲੈਕਸ਼ਨ ਮਿਨੋਰਟੀ ਦੀ ਸਰਕਾਰ ਟੁੱਟਣੀ ਹੋਈ ਇੱਕ ਦਿਨ, ਜਿਸ ਦਿਨ ਹੁਣ ਅਗਲੇ ਬਜਟ ਤੇ ਟੁੱਟ ਜੂ, ਕਦੇ ਮਤਲਬ ਟੁੱਟੇਗੀ, ਹੋ ਸਕਦਾ ਚੱਲੀ ਹੋ ਜਾਵੇ। ਇਹ ਵੀ ਨਹੀਂ ਗੱਲ ਜਗਮੀਤ ਸਿੰਘ ਹੋਣੀ ਨਾਲ ਰਹੇ ਤਾਂ ਨਹੀਂ, ਪਰ ਉਹਨਾਂ ਦੀ ਕ੍ਰਿਟਿਸਿਜ਼ਮ ਵੀ ਇਹਦੇ ਵਿੱਚ ਹੋ ਰਹੀ ਹੈ, ਜਿਵੇਂ ਰੈਕਸ ਮਰਫੀ ਵਰਗਿਆਂ ਨੇ ਕਿਹਾ, ਹੋਰ ਵੀ ਕਿਹਾ ਹੈ। ਤੇ ਲਿਬਰਲ ਦਾ ਇਹ ਕਹਿਣਾ ਹੈ ਬਈ ਨਹੀਂ ਜੀ ਇਹ ਤਿੰਨੇ ਪਾਰਟੀਆਂ ਰਾਜਨੀਤੀ ਕਰਦੀਆਂ ਨੇ, ਅਸੀਂ ਨਹੀਂ ਕਰਦੇ। ਇਹ ਗੱਲ ਜਿਹੜੀ ਉਹ ਹਲਕ ਤੋਂ ਥੱਲੇ ਦੀ ਉੱਤਰਦੀ, ਕਿਉਂਕਿ ਰਾਜਨੀਤੀ ਉਹ ਹੋ ਰਹੀ ਹੈ। ਰੋਕ ਕਰਨਾ ਰਾਜਨੀਤੀ ਨਹੀਂ। ਆਪਣੇ ਬੰਦਿਆਂ ਨੂੰ ਵੀ ਚੈਰਿਟੀ ਦਾ 900 ਮਿਲੀਅਨ ਦੇ ਦੇਣਾ ਵੀ ਤੁਸੀਂ ਉਹ ਦਿਓ। ਤੁਸੀਂ ਸਮਰ ਸਟੂਡੈਂਟ ਪ੍ਰੋਗਰਾਮ ਬਣਾਓ, ਇਹਨਾਂ ਨੂੰ ਆਹ ਲਓ ਫੜੋ ਤੇ ਤੁਸੀਂ ਦਿਓ ਸਾਡੇ ਪੈਸੇ ਤੇ ਤੁਸੀਂ ਵੰਡਿਓ। ਬਿਊਰੋਕਰੇਟਸ ਚਲੇ ਗਏ, ਹੈ ਨਹੀਂ ਸੀ, ਅਫਸਰਸ਼ਾਹੀ ਹੈ ਨਹੀਂ, ਕੰਮ ਕਰਨ ਵਾਲਾ ਕੋਈ ਹੈ ਨਹੀਂ, ਡਿਪਾਰਟਮੈਂਟ ਹੈ ਨਹੀਂ ਕੋਈ। ਜਿਨ੍ਹਾਂ ਕੋਲ ਸਾਰਾ ਕੈਨੇਡੀਅਨ ਦਾ ਲਿਖਤ ਪੜ੍ਹਤਾ ਹੈ ਉਹ ਡਿਪਾਰਟਮੈਂਟਸ ਨੇ। ਇੱਥੇ ਸਰਵਿਸ ਕੈਨੇਡਾ ਨੂੰ ਤਾਂ ਘਰੇ ਭੇਜਤਾ
ਤੇ ਵੀ ਚੈਰਿਟੀ ਦੇ ਕੀਲ 버ਗਰ ਵਾਲਿਆਂ ਨੂੰ ਕਹਿੰਦੇ ਆਹ ਲਓ ਜੀ ਤੁਸੀਂ ਫੜੋ। ਉਹਦੇ ਚ ਫਿਰ ਰਿਕਿਊਜ਼ ਕਰਨਾ ਚਾਹੀਦਾ ਸੀ। ਪ੍ਰਾਈਮ ਮਿਨਿਸਟਰ ਕਹਿੰਦਾ ਮੈਨੂੰ ਪਤਾ ਨਹੀਂ, ਮੇਰੀ ਮਾਤਾ ਨੇ $4 ਲੱਖ ਲਿਆ। ਤੇ ਦੂਜੇ ਬੰਨੇ ਵੈਂਟੀਲੇਟਰ ਵਾਲਾ ਉਹਨੂੰ ਬਹੁਤ ਸੁਣਾਈਆਂ ਨੇ ਗੱਲਾਂ, ਇਹ ਨਹੀਂ ਹੈ ਕਿ ਤੁਹਾਨੂੰ ਸਾਰਿਆਂ ਨੂੰ ਪਤਾ। ਸੋ ਰਾਜਨੀਤੀ ਸਾਰੀਆਂ ਪਾਰਟੀਆਂ ਕਰ ਰਹੀਆਂ ਨੇ, ਪਰ ਕੱਲ ਜਿਹੜਾ ਜਗਮੀਤ ਸਿੰਘ ਉਹਨਾਂ ਨੇ ਕੀਤਾ ਉਹ ਕਿਵੇਂ ਲੱਗਿਆ ਤੁਹਾਨੂੰ? ਸੁਖਪਾਲ ਸਿੰਘ ਜੀ, ਲਾਈਨ ਨੰਬਰ 3। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਚੜ੍ਹਦੀ ਕਲਾ 'ਚ ਰਿਹਾ ਕਰੋ। ਤੇ ਇੱਕ ਗੱਲ, ਜਿਹੜੇ ਰਾਜਿਆਂ ਦੀਆਂ ਤੁਸੀਂ ਜਦੋਂ ਗੱਲਾਂ ਕਰਦੇ ਹੁੰਦੇ ਹੋ, ਰਾਜਿਆਂ ਦਾ ਸ਼ਬਦ ਜਿਹੜੇ ਗੁਰੂ ਗ੍ਰੰਥ ਸਾਹਿਬ 'ਚ ਮੋਹਰ ਲੱਗ ਚੁੱਕੀਆਂ ਗ੍ਰੰਥਾਂ 'ਚ, ਉਹ ਸੁਣਾ ਦਿਆ ਕਰੋ ਕਦੇ ਨਾਲ ਪੜ੍ਹ ਕੇ। ਇਹਨਾਂ ਨੂੰ ਦੱਸਿਆ ਕਰੋ ਵੀ ਉਹ ਗ੍ਰੰਥਾਂ 'ਚ ਨਾਂ ਐਵੇਂ ਨਹੀਂ ਲਿਖੇ ਜਾਂਦੇ। ਉਹ ਕੋਈ ਛੋਟੀਆਂ ਗੱਲਾਂ ਨਹੀਂ ਹੈਗੀਆਂ, ਉਹ ਪੜ੍ਹ ਕੇ ਸ਼ਲੋਕ ਵਿੱਚ ਲਿਖਿਆ ਹੋਇਆ ਉੱਥੇ, ਤੇ ਗੱਲਾਂ ਕਰਨੀਆਂ ਸੌਖੀਆਂ ਆ। ਉੱਥੇ ਮਹਾਰਾਜ ਦਾ ਨਾਂ ਲਿਖਿਆ ਹੋਇਆ ਵਿੱਚ। ਜਿਹੜੇ ਲੋਕੀ ਕਈ ਨਿੰਦ ਦਿੰਦੇ ਉੱਠ ਕੇ, ਉਹ ਸਵੇਰੇ ਦੱਸਦੇ ਸੀਗੇ ਤੁਸੀਂ ਰਾਜਿਆਂ ਦੀਆਂ ਗੱਲਾਂ ਕੀਤੀਆਂ। ਉਹ ਰਾਜਿਆਂ ਦੇ ਵੀ ਪਾਤਸ਼ਾਹ ਬਾਦਸ਼ਾਹ ਏਦਾਂ ਥੋੜੋ ਗੱਲਾਂ ਹੁੰਦੀਆਂ ਆ ਵੀ ਕਈ ਬੰਦੇ ਕੱਲ ਨੂੰ ਉਂਗਲੀ ਚੱਕੂਗੇ ਬਈ ਗੁਰੂ ਹੀ ਨਹੀਂ ਹੋਏ। ਸੋ 10 ਜਾਮਿਆਂ 'ਚ ਪ੍ਰੂਵ ਕਰਕੇ ਸਾਰਾ ਕੁਝ ਰੱਖ ਕੇ, ਤੇ ਜੇ ਕੋਈ ਚੈਲੰਜ ਕਰਦਾ ਉਹਨੂੰ ਬਿਠਾਲ ਕੇ ਗੁੰਗੇ ਤੋਂ ਵੀ ਕਥਾ ਕਰਾ ਦਿੱਤੀ ਆ। ਹੁਣ ਵੀ ਜੇ ਕੋਈ ਚੈਲੰਜ ਕਰਦਾ, ਮੈਂ ਲੋਕੀ ਗੱਲਾਂ ਕਰਦੇ ਬਾਅਦ 'ਚ ਮਰ ਗਏ, ਗੱਲਾਂ ਕਰ ਲਾ। ਹੁਣ ਵੀ ਜਿਹੜੇ ਚੈਲੰਜ ਕਰਦੇ, ਮੈਂ ਤਾਂ ਕਹਿੰਦਾ ਪਰਖ ਲੈਣ ਗੁਰੂਆਂ ਨੂੰ। ਅੱਜ ਕਿਹੜਾ ਗੁਰੂ ਹੈ ਨਹੀਂ, ਇੱਥੇ ਬੈਠੇ ਆ। ਗੁਰੂ ਦਾਸ ਆ। ਸਾਇੰਸ ਨੂੰ ਦੱਸਣਾ ਨਹੀਂ ਆਇਆ ਲੋਕਾਂ ਨੂੰ ਗੁਰੂ ਹੈ ਕੌਣ। ਗੁਰੂ ਗ੍ਰਹਿ ਆ, ਤੇ 10ਵਾਂ ਉਪਗ੍ਰਹਿ ਆ। ਗੁਰੂ 10 ਗ੍ਰਹਿ ਕਹੇ ਆ ਗੁਰਬਾਣੀ ਦੇ ਵਿੱਚ, 10 ਗ੍ਰਹਿ ਆ, ਉਹ ਕੋਈ ਸਰੀਰ ਨਹੀਂ ਹੈਗੇ। ਤੋ ਜਿਨ੍ਹਾਂ ਨੂੰ ਇੱਕ ਮੌਤ ਦਾ ਗ੍ਰਹਿ ਕਹਿੰਦੇ, ਉਹ ਤੋਂ ਸਾਰੇ ਡਰਦੇ ਆ, ਫਿਰ ਨੱਠਦੇ ਆ। ਉਸ ਗ੍ਰਹਿ ਤੋਂ ਰਾਕਟ ਵੀ ਦੂਰ ਜਾਂਦੇ, ਕਿਉਂ ਖਿੱਚ ਲੈਂਦਾ ਸਾਰੇ। ਉਹ ਸਾਰਿਆਂ ਨੂੰ ਖਿੱਚ ਲੈਂਦਾ ਆਪਣੇ ਅੰਦਰ। ਉੱਥੇ ਕਿਸੇ ਦੀ ਨਹੀਂ ਚੱਲਦੀ, ਨਾ ਨਾਸਾ ਦੀ ਚੱਲਦੀ, ਨਾ ਕਿਸੇ ਪਲੈਨਟ ਦੀ। ਕਿਉਂ 10 ਪਲੈਨਟ ਗੁਰੂ ਆ। ਉਹ ਜਿਹੜੇ ਲੋਕ ਭੁੱਲ ਜਾਂਦੇ, ਗੱਲਾਂ ਕਰ ਦਿੰਦੇ ਐ ਨਹੀਂ ਐ ਆ। ਸੋ ਇਹੋ ਇਹਨਾਂ ਨੂੰ ਇਹ ਮੋਹਰਾਂ ਲੱਗੀਆਂ ਹੋਈਆਂ, ਕੋਈ ਬਦਲ ਨਹੀਂ ਸਕਦਾ ਇਹਨਾਂ ਇਤਿਹਾਸ ਨੂੰ। ਇਸੇ ਕਰਕੇ ਗੁਰੂ ਨੂੰ ਬਾਰ-ਬਾਰ ਆਉਂਦਾ। ਜੇ ਸਿੱਖ ਆ ਧਰਤੀ ਤੇ, ਤਾਂ ਗੁਰੂ ਕਿਉਂ ਨਹੀਂ ਹੈ? ਇਹ ਸਿੱਖ ਤੇ ਗੁਰੂ ਬਾਣੀ 'ਚ ਲਿਖਿਆ, ਨਾਦ ਤੇ ਨਾਦੀ ਦੋ ਇਕੱਠੇ ਆ। ਜੇ ਸਿੱਖ ਆ ਤਾਂ ਉੱਥੇ ਗੁਰੂ ਵੀ ਉਹਦੇ ਨਾਲ ਆ, ਨਹੀਂ ਗੱਲੇ ਨਹੀਂ ਬਣ ਸਕਦੀ। ਇਕੱਲਾ ਸਿੱਖ ਕਿੱਦਾਂ ਹੋ ਜਾਊਗਾ ਜੇ ਗੁਰੂ ਹੈ ਨਹੀਂ? ਜਦੋਂ ਇਸ ਧਰਤੀ ਤੇ ਅੱਜ ਵੀ ਸਿੱਖ ਜੀ ਰਹੇ ਆ, ਤਾਂ ਇਹਦਾ ਮਤਲਬ ਉਹਨਾਂ ਦੇ ਗੁਰੂ ਵੀ ਹੈ ਬੈਠੇ। ਉਹ 10 ਗ੍ਰਹਿ ਆ, ਉਹ 10 ਗ੍ਰਹਿ ਇਹਨਾਂ ਨੂੰ ਕੋਈ ਸਮਝ ਨਹੀਂ ਸਕੀ। ਸਾਇੰਸ ਮਾਈ ਦਾ ਲਾਲ ਨਹੀਂ ਕੋਈ ਜੰਮਿਆ। ਇਹਨਾਂ ਜਿਹੜੇ ਗੱਲਾਂ ਕਰਦੇ, ਚੈਲੰਜ ਜਿਹੜੇ ਕਰਦੇ, ਮੈਂ ਕਹਿੰਦਾ ਬਹਿ ਜਾਣ। ਨਾਸਾ ਦਾ ਫਾਊਂਡਰ, ਮੈਂ ਤੁਹਾਨੂੰ ਦੱਸਦਾ ਪ੍ਰੈਕਟੀਕਲ ਦੀ ਦੱਸਦਾ। ਉੱਥੇ ਮਿਲਿਆ ਸਾਨੂੰ, ਕੈਲੀਫੋਰਨੀਆ 'ਚ ਮਿਲਿਆ ਸੀਗਾ। ਢਿੱਡ ਭਰ ਲੰਮਾ ਪੈ ਗਿਆ ਦਾ। ਨਾਸਾ ਦਾ ਫਾਊਂਡਰ ਭੋਰੇ 'ਚ ਬਹਿੰਦਾ ਦਾ। ਸੋ ਰਜਨੀਸ਼ ਦਾ ਚੇਲਾ ਦਾ ਆਚਾਰੀਆ ਰਜਨੀਸ਼ ਕੋ ਆਉਂਦਾ ਸੀਗਾ। ਗੱਲਾਂ ਕਰਦੇ, ਰਜਨੀਸ਼ ਨੂੰ ਭੰਗ ਦੇ ਦਿੰਦਾ ਦਾ 2-3 ਚੰਗੀਆਂ ਬਾਟੀਆਂ ਭਰ ਕੇ। ਫਿਰ ਉਹਨੂੰ ਕਹਿੰਦਾ ਤਾਂ ਦੇਖ ਤਾਂ ਪਲੈਨਟ ਦਿਖਦੇ ਆ। ਰਜਨੀਸ਼ ਨੂੰ ਫਿਰ ਕੋਈ ਮਿਲ ਗਿਆ ਉੱਥੇ, 10ਵੇਂ ਪਾਤਸ਼ਾਹ ਦਾ ਪਿਆਰਾ, ਉਹ ਚੱਲ ਗਿਆ ਕਿਤੇ ਰਜਨੀਸ਼ ਕੋਲ। ਰਜਨੀਸ਼ ਨੂੰ ਕਹਿੰਦਾ ਜੇ ਭੰਗ ਪੀ ਕੇ ਤੈਨੂੰ ਨਸ਼ਾ ਹੋ ਕੇ ਰੱਬ ਦਿਖਿਆ, ਫੇਰ ਕਾਹਦਾ ਦੇਖਿਆ? ਮਰ ਜਾ ਇਹਦੇ ਨਾਲੋਂ ਤਾਂ। ਜੇ ਰੱਬ ਨੂੰ ਦੇਖਣਾ, ਅਣੀਂਦਾ ਰਹਿ। ਜਿੰਨੀ ਭੰਗ ਚੜ ਜਵੇ ਉਨੇ ਦਿਨ ਅਣੀਂਦਾ ਰਹਿ ਕੇ ਦੇਖ। ਤਾਂ ਬੋਤਲ ਸ਼ਰਾਬ ਦੀ ਨਾਲੋਂ ਵੱਧ ਨਸ਼ਾ 24 ਘੰਟੇ ਕੋਈ ਪੀ ਕੇ ਦੇਖ ਕੇ ਤਾਂ ਮਾਈ ਦਾ ਨਾਲ ਗੱਲਾਂ ਕਰਦੇ ਅਗੇ ਜੀ ਆਹ ਨਹੀਂ ਹੋਇਆ, ਆਹ ਨਹੀਂ ਆਇਆ। ਤੇ ਉਹ ਚੈਲੰਜ ਕੀਤਾ, ਉਹਨੇ ਪ੍ਰੈਕਟੀਕਲ ਕਰਕੇ ਦਿਖਾਲੇ। ਉਹਨੂੰ ਕੋਈ ਡਾਕਟਰ, ਕੋਈ ਫਿਲਾਸਫਰ ਕਰਕੇ ਤਾਂ ਦਿਖਾਲੇ, ਕਿਉਂਕਿ ਉਹ ਸਾਇੰਸ ਆ। ਸੋ ਸਾਇੰਸ ਦੇ ਤੇ ਇਹਨਾਂ ਨੂੰ ਇਹ ਵੀ ਚੈਲੰਜ ਕੀਤਾ ਨਾਸਾ ਦੇ ਫਾਊਂਡਰ ਨੂੰ ਵੀ ਮੂਵੀ ਹੈਗੀ ਤੇਰੇ ਕੋਲੇ? ਦਿਖਾਲ ਤਾਂ ਜੇ ਮੂਵੀ ਹੈਗੀ, ਕੱਲੀ ਇੱਥੇ ਨਹੀਂ, ਇੰਗਲਿਸ਼ ਮੀਡੀਆ ਦੇ ਵਿੱਚ ਚੈਲੰਜ ਕੀਤਾ ਵੀ ਤੇਰੇ ਕੋਲ ਕੋਈ ਇੱਥੋਂ ਮੂਵੀ ਮੂਨ ਤੱਕ ਹੈਗੀ ਆ ਜਿਹੜੀ ਜਾਂਦੀ ਆ? ਜੇ ਤੂੰ ਗਿਆ ਰਾਕਟ ਤੇ ਲਾ ਕੇ, ਤੇਰੇ ਕੋਲੇ ਕੈਮਰਾ ਨਹੀਂ ਸੀਗਾ ਜਿਹੜਾ ਮੂਨ ਤੱਕ ਲੈ ਕੇ ਜਾਂਦਾ? ਕੰਪਿਊਟਰ ਦੇ ਨਾਲ ਡਾਇਗਰਾਮ ਬਣਾ ਕੇ ਇੱਕ ਦੂਜੇ ਨੂੰ ਇਹ ਗੱਲਾਂ ਕਰਦੇ। ਗੁਰੂ ਸਾਹਿਬ ਕੋਈ ਛੋਟੀਆਂ ਹਸਤੀਆਂ ਨਹੀਂ ਹੈਗੀਆਂ। ਉਹ ਸਰੀਰ ਬਣ ਕੇ ਆਏ, 10 ਜਾਮਿਆਂ ਦੇ ਵਿੱਚ ਮੋਹਰ ਲੱਗਾ ਏ। ਸੋ ਰਾਜਿਆਂ ਦੇ ਨਾਂ ਵੀ ਲਿਖੇ ਉਹਨੀ, ਉਹ ਬਾਰ-ਬਾਰ ਲਿਖ ਵੀ ਗਏ ਵੀ ਬਾਰ-ਬਾਰ ਆਉਂਦੇ ਰਹਾਂਗੇ ਦਿਖਾਲਣ। ਸੋ ਆ ਕਈ ਭਿੰਡਰਾਂ ਵਾਲੇ ਨੂੰ ਵੀ ਕਹਿ ਦਿੰਦੇ ਆ, ਕਈ ਹੋਰ ਮੈਨੂੰ ਵੀ ਕਈ ਵਾਰ ਕਹਿ ਦਿੰਦੇ ਇਹਨਾਂ ਦੇ ਵਿਚਾਰ ਨਹੀਂ ਰਲਦੇ। ਮੈਂ ਕਿਹਾ ਉਹ ਵਿਚਾਰ ਨਹੀਂ, ਸੱਤ ਦੀ ਅੱਗ ਲੱਗਦੀ ਹਰੇਕ ਨੂੰ ਸੁਣ ਕੇ, ਸੱਤ ਕਿਉਂ ਚੁੱਭਦਾ। ਪਰ ਇਹ 7 ਬਾਣੀ 'ਚ ਲਿਖ ਗਿਆ। ਮਹਾਰਾਜ ਕਹਿੰਦੇ ਗੱਲ ਨਿਬੇੜ ਗਿਆ, ਕਹਿੰਦੇ 7 ਸਭਨਾਂ ਦਾ ਖਾਸਮ ਹੈ, ਜਿਸ ਬਖਸ਼ੈ ਸੋ ਜਨ ਪਾਵੈ। ਸੋ ਸਾਰਿਆਂ ਦਾ ਖਾਸਮ ਹੈ ਉਹ 7। ਤੋ ਦੇਖ ਲਓ ਹੁਣ ਤੁਸੀਂ ਗੱਲ ਅੱਜ ਇਹਦੀ 7 ਦੀ ਐਂਡ ਤੇ ਨਿਬੜਨੀ ਸੀਗੀ। ਲੀਡਰਾਂ ਦੀ ਵੀ ਸਾਰਿਆਂ ਦੀ ਤੁਸੀਂ ਨਿਬੇੜ ਦਿੱਤੀ। ਤੇ ਹੁਣ ਖੁੱਲ ਕੇ ਆਵੋ, ਲੀਡਰ ਉਹ ਬਣੋ ਜਿਹੜੇ ਕੌਮ ਲਈ ਕੁਝ ਕਰ ਸਕਦੇ। ਮੈਂ ਤਾਂ ਕਹਿੰਦਾ ਇਹ ਸਾਰੇ ਜਾਣੇ, ਮੈਂ ਤਾਂ ਅੱਗੇ ਵੀ ਗੱਲ ਕਹੀ ਸੀ ਵੀ ਤੁਸੀਂ 4-5 ਬਹਿ ਜਾਓ, ਜਿਹੜੇ ਬੰਦੇ ਲੀਡਰ ਬਣ ਸਕਦੇ, ਮੋਹਰੇ ਹਿੱਕ 'ਚ ਤੀਰ ਖਾ ਸਕਦੇ, ਸਾਰਾ ਕੁਝ ਕਰਨਾ ਪੈਂਦਾ, ਉਹਨਾਂ ਨੂੰ ਮੋਹਰੇ ਕੁਰਸੀ ਤੇ ਬਿਠਾਲ ਦੋ। ਕਿਉਂਕਿ ਇਹਨਾਂ ਦੇ ਤਾਂ ਗੋਡੇ ਹਿੱਲਦੇ, ਉੱਥੇ ਇਹਦਾ ਗੱਲਾਂ ਬਾਅਦੇ ਕਰ ਜਾਂਦੇ। ਜਦੋਂ ਉਹਨਾਂ ਦੇ ਆਫਿਸ ਵਿੱਚ ਜਾਂਦੇ ਆ ਰਿਟਨ ਤੌਰ ਤੇ, ਆ ਪੁੱਛ ਲਿਓ, ਗਗਨ ਸਿੰਘ ਵੀ ਆਉਂਦਾ ਹੁੰਦਾ, ਪੁੱਛ ਲਿਓ, ਇਹੀ ਗੱਲਾਂ ਹੋਈਆਂ ਮੋਹਰੇ। ਜਦੋਂ ਰਿਟਨ ਨਹੀਂ ਲਿਆ, ਵਕੀਲ ਨਹੀਂ ਕੀਤਾ, ਸਟੈਂਪਡ ਪੇਪਰ ਤੇ ਨਹੀਂ, ਕ੍ਰਿਸਟੀ ਕਲਾਰਕ ਬੇਵਕੂਫ ਬਣਾ ਕੇ ਨੱਠ। ਬਾਲੀਆਂ ਡੂੰਘੀਆਂ ਗੱਲਾਂ ਨੇ ਜੀ ਸੁਖਪਾਲ ਸਿੰਘ ਜੀ, ਬਹੁਤ ਇੰਨਾ ਤਾਂ ਔਖਾ ਹੈ
ਵਪਾਰਕ ਸੰਦੇਸ਼ਾਂ ਤੋਂ ਬਾਅਦ ਦਿਓਲ ਸਾਹਿਬ, ਮੁਕੰਦ ਸਿੰਘ ਜੀ, ਪ੍ਰਭਜੋਤਪਾਲ ਸਿੰਘ ਜੀ ਤੁਹਾਡੇ ਨਾਲ ਗੱਲ ਕਰਦਾ। 12:46 ਕਿ ਇੱਥੇ ਦੱਸਦਿਆਂ ਮੈਂ ਕਿ 1 ਵਜੇ ਮੈਂ ਅੱਜ ਇੱਕ ਟੈਕਸੀ ਦਾ ਬੜਾ ਇਸ਼ੂ ਚੱਲ ਰਿਹਾ ਕਿ ਟੈਕਸੀ ਦੇ ਲਈ ਕਿਹੜੀ ਪਾਰਟੀ ਵਧੀਆ, ਲਿਬਰਲਸ ਵਧੀਆ ਕਿ ਐਨਡੀਪੀ ਵਧੀਆ। ਆਪਣੇ ਆਪਣੇ ਉਹ ਪਲਾਨ ਦੱਸਣਾ ਚਾਹੁੰਦੇ ਆ ਕਿ ਕੀ ਕਰਨਾ ਚਾਹੁੰਦੇ ਆ ਉਹ। 1 ਵਜੇ ਮੈਂ ਜਿਹੜਾ ਸਰੀ ਪੈਨੋਰਾਮਾ ਰਿਜ ਤੋਂ ਜਿਨੀ ਸਿਮਸ ਐਨਡੀਪੀ ਦੇ ਉਮੀਦਵਾਰ ਤੇ BC ਲਿਬਰਲ ਦੇ ਉਮੀਦਵਾਰ ਡਾਕਟਰ ਗੁਲਜ਼ਾਰ ਚੀਮਾ, ਉਹ ਆਪਣੀ ਆਪਣੀ ਪਾਰਟੀ ਪਲੇਟਫਾਰਮ ਦੀ ਇਹ ਬਹਿਸ ਨਹੀਂ ਹੋਣੀ, ਆਪਣੀ ਆਪਣੀ ਉਹ ਗੱਲ ਕਰਨਗੇ। ਤੇ ਨਾਲ ਹੀ ਵੈਨਕੂਵਰ ਟੈਕਸੀ ਐਸੋਸੀਏਸ਼ਨ ਦੇ ਪ੍ਰੈਜ਼ੀਡੈਂਟ ਸਤਨਾਮ ਸਿੰਘ ਜੈਸਵਾਲ ਵੀ ਸ਼ਾਮਲ ਹੋਣਗੇ, ਕਿਉਂਕਿ ਉਹਨਾਂ ਨੇ ਐਨਡੀਪੀ ਨੂੰ ਐਂਡੋਰਸ ਕੀਤਾ। ਉਹ ਦੱਸਣਗੇ ਵੀ ਉਹਨਾਂ ਨੇ ਕਿਉਂ ਕੀਤਾ। ਤੇ ਡਾਕਟਰ ਚੀਮਾ ਤੇ ਜਿਨੀ ਸਿਮਸ ਦੋਨਾਂ ਨੂੰ, ਕਿਉਂਕਿ ਦੋਨੇ ਹੀ ਇਹਦੇ ਵਿੱਚ ਨੇ, ਦੋਨਾਂ ਨੂੰ ਉਹਨਾਂ ਦਾ ਸਮਾਂ ਦਿੱਤਾ ਜਾਏਗਾ ਉਹ ਕੀ ਗੱਲ ਕਰਨੀ ਚਾਹੁੰਦੇ। ਦਿਓਲ ਸਾਹਿਬ, ਲਾਈਨ ਨੰਬਰ 3 ਤੁਸੀਂ ਏਅਰ ਤੇ ਹੋ। ਹਾਂਜੀ, ਸਤਿ ਸ਼੍ਰੀ ਅਕਾਲ ਸਾਹਿਬ। ਸਤਿ ਸ਼੍ਰੀ ਅਕਾਲ ਜੀ। ਯਾਰ ਦੇਖੋ, ਜਿਹੜੀ ਰਾਜਨੀਤੀ ਆ ਨਾ, ਮੇਰੇ ਖਿਆਲ ਨਾਲ ਰਾਜਨੀਤੀ ਭਾਵੇਂ ਜੰਗ ਦਾ ਮੈਦਾਨ ਆ ਤੇ ਬੇਸ਼ੱਕ ਕੋਈ ਤੁਸੀਂ ਖੇਡ ਰਹੇ ਆ, ਇਹਦੇ ਵਿੱਚ ਖਿਡਾਰੀ ਇਕੱਲਾ ਮੰਨ ਲਓ ਵੀ ਬਹੁਤ ਵਧੀਆ ਖਿਡਾਰੀ ਹੋਣ ਦੇ ਨਾਲ ਨਹੀਂ, ਇਹਦੇ ਨਾਲ ਦਿਮਾਗੀ ਖੇਡ ਜਿਹੜੀ ਇਹ ਚਿੱਤ ਕਰਨ ਦੀ, ਦੂਜੇ ਨੂੰ ਦਾ ਪੇਚ ਵੀ ਬਹੁਤ ਜ਼ਰੂਰੀ ਆ ਮੇਰੇ ਖਿਆਲ ਦੇ ਨਾਲ। ਕਿਉਂਕਿ ਕੋਈ ਵੀ ਗੇਮ ਆ ਇਹਦੇ ਵਿੱਚ ਅਸੂਲ ਤਾਂ ਹੈਗੇ ਜ਼ਰੂਰ। ਅਸੂਲ ਉਦੋਂ ਹੁੰਦੇ ਵੀ ਜਦੋਂ ਤੁਹਾਡੇ ਹੱਥ ਤੁਸੀਂ ਗੇਮ ਜਿੱਤ ਗਏ ਜਾਂ ਵਿਨਰ ਬਣ ਗਏ ਆ, ਉਸ ਤੋਂ ਬਾਅਦ ਤੁਸੀਂ ਡਿਲੀਵਰ ਕੀ ਕਰਦੇ ਆ। ਪਹਿਲਾਂ ਉਹ ਤੋਂ ਸਾਰਾ ਕੁਝ ਹੀ ਮੰਨ ਲਓ ਜੰਗਾਂ ਯੁੱਧਾਂ 'ਚ ਆਪਾਂ ਦੇਖੀਦਾ ਜਾਂ ਕਿੱਦਾਂ ਮੈਂ ਰਾਜਨੀਤੀ 'ਚ, ਕਿਉਂਕਿ ਦੂਜੇ ਨੂੰ ਹਰ ਇੱਕ ਨੂੰ ਹੁੰਦਾ ਇਹ ਹੱਕ ਪਈ ਉਹ ਕਿਹੜੇ ਦਾ ਪੇਚ ਲਾ ਕੇ ਕਿਸੇ ਨੂੰ ਕਿੰਨਾ ਉਹਦਾ ਨਿਸ਼ਾਨਾ। ਹੁਣ ਜਿਹੜੇ ਇਸ ਗੇਮ ਨੂੰ ਦੇਖਣ ਨੂੰ ਕੋਈ ਆਪਣੇ ਆਪਣੇ ਦੇਖੀ ਜਾਵੇ, ਪਰ ਮੈਨੂੰ ਏਦਾਂ ਲੱਗਦਾ ਵੀ ਜਿਹੜੀ ਕਮੇਟੀ ਸੀਗੀ ਜਿਹਦੇ ਲਈ ਇਲੈਕਸ਼ਨ ਹੋਈ ਸੀਗੀ, ਉਹ ਕਮੇਟੀ ਤਾਂ ਮੰਨ ਲਓ ਇਹ ਸਰਕਾਰ ਡਿੱਗ ਵੀ ਜਾਂਦੀ ਉਹ ਤਾਂ ਵੀ ਨਹੀਂ ਬਣਨੀ ਸੀਗੀ। ਜੇ ਤਾਂ ਮੰਨ ਲਓ ਤੁਸੀਂ ਕਮੇਟੀ ਦੇ ਹੱਕ ਦਾ ਮੰਨ ਲਓ ਕੰਜ਼ਰਵੇਟਿਵ ਆ ਭਾਵੇਂ ਐਨਡੀਪੀ ਵਾਲੇ ਵਿਰੋਧ 'ਚ ਪਾਉਂਦੇ ਵੋਟ, ਉਹ ਫੇਰ ਵੀ ਨਹੀਂ ਬਣਨੀ ਸੀਗੀ। ਤੇ ਉਹਦਾ ਐਡਵਾਂਟੇਜ ਜਿਹੜਾ ਸੀਗਾ ਜੋ ਇਲੈਕਸ਼ਨ ਹੋਣੀ ਸੀਗੀ ਉਹਦਾ ਲਿਬਰਲ ਨੂੰ ਹੀ ਮਿਲਣਾ ਸੀਗਾ, ਕਿਉਂਕਿ ਉਹਨਾਂ ਨੇ ਸੈਂਪੀ ਵੋਟ ਜੋ ਹੁਣ ਤੱਕ ਕੀਤਾ, ਕਿਉਂਕਿ ਸਰਵੇ ਵੀ ਕਰ ਰਹੇ ਹਾਲੇ ਲੋਕਾਂ ਨੂੰ, ਜ਼ਿਆਦਾਤਰ ਜਿਹੜੇ ਲੋਕ ਇਸ ਪੈਨਿਕ ਦੇ ਵਿੱਚ ਆ ਵੀ ਸਾਡਾ ਪਤਾ ਨਹੀਂ ਜੋਬਾਂ ਦਾ ਕੀ ਹੋਣਾ ਜਾਂ ਕਿੱਦਾਂ, ਉਹ ਜਿੱਦਾਂ ਦਾ ਸਿਸਟਮ ਚੱਲਦਾ ਉਹਦੇ ਵਿੱਚ ਬਿਲੀਵ ਕਰ ਰਹੇ ਆ। ਉਹ ਕੋਈ ਸਰਵੇ ਇਦਾਂ ਨਹੀਂ ਹੈਗਾ ਵੀ ਬਹੁਤ ਜ਼ਿਆਦਾ ਕੰਜ਼ਰਵੇਟਿਵ ਦੀ ਲੀਡ ਚੱਲ ਰਹੀ ਆ ਜਾਂ ਐਨਡੀਪੀ ਬਹੁਤ ਉੱਤੇ ਜਾ ਰਹੀ ਹੈ ਜਾਂ ਲਿਬਰਲ ਬਹੁਤ ਮੰਨ ਲਓ ਬਰਾਬਰ ਹੀ ਆ ਵੀ ਕਾਫੀ ਸੰਭਾਵਨਾਵਾਂ ਹੈਗੀਆਂ ਇਹਦੀ ਸੈਂਪੀ ਲਿਬਰਲ ਨੂੰ ਹੀ ਮਿਲਣੀ ਆ। ਹੁਣ ਮੇਰਾ ਕਹਿਣ ਤੋਂ ਭਾਵ ਹੈ ਵੀ ਜਦ ਉਹਨਾਂ ਨੂੰ ਕਮੇਟੀ ਬਣਨੀ ਹੀ ਨਹੀਂ, ਫੇਰ ਤਾਂ ਉਹ ਪਾਓ ਚਾਹੇ ਨਾ ਪਾਓ ਉਹ ਕੋਈ ਫਰਕ ਨਹੀਂ ਪੈਂਦਾ। ਹਾਂ, ਜਾਂ ਤਾਂ ਲਿਬਰਲ ਵਾਲੇ ਜਾਂ ਜਿਹੜੀਆਂ ਵੋਟਾਂ ਇਲੈਕਸ਼ਨ ਤੋਂ ਬਾਅਦ ਇਹ ਕਹਿਣ ਵਾਅਦਾ ਕਰਨ ਜਾਂ ਕੰਜ਼ਰਵੇਟਿਵ ਵਾਲੇ ਵੀ ਜਿਹੜੇ ਨੇ ਹੈਗੇ ਆ ਵੀ ਅਸੀਂ ਕਮੇਟੀ ਫੇਰ ਵੀ ਬਣਾਵਾਂਗੇ। ਇਹ ਇਸ਼ੂ ਕੋ ਅੱਜ ਨਹੀਂ ਖਤਮ ਹੋ ਜਾਣਾ, ਇਹ ਇਸ਼ੂ ਜਦੋਂ ਨੈਕਸਟ ਇਲੈਕਸ਼ਨ ਆਉਣੀ ਆ ਇਸ਼ੂ ਰਹਿਣਾ ਹੀ ਆ। ਇਸ਼ੂ ਦੇ ਵਿੱਚ ਕੌਣ ਬੰਦਾ ਆਪਣੇ ਮੈਨੀਫੈਸਟੋ 'ਚ ਸ਼ਾਮਲ ਕਰਦਾ ਵੀ ਅਸੀਂ ਕਮੇਟੀ ਬਣਾਵਾਂਗੇ, ਕਿਉਂਕਿ ਬਾਅਦ ਵਿੱਚ ਇਹ ਲੋਕ ਸਾਰੇ ਭੁੱਲ ਜਾਂਦੇ ਆ, ਬੇਸ਼ੱਕ ਆਪੋਜੀਸ਼ਨ ਵਾਲੇ ਹੋਣ, ਬੇਸ਼ੱਕ ਅੱਜ ਵਿਰੋਧ 'ਚ ਵੋਟ ਪਾਈ ਹੈ ਨਹੀਂ ਕੱਲ ਨੂੰ ਭੁੱਲ ਜਾਣਾ, ਕਿਸੇ ਨੇ ਨਹੀਂ ਕਹਿਣਾ ਅਸੀਂ ਕਮੇਟੀ ਬਣਾ ਕੇ ਇਹਨਾਂ ਨੂੰ ਨੰਗੇ ਕਰਾਂਗੇ ਜਾਂ ਕਿੱਦਾਂ ਆ। ਤੇ ਇਹ ਮੇਰੇ ਖਿਆਲ ਨਾਲ ਇਹਨਾਂ ਚੀਜ਼ਾਂ ਦੇ ਉੱਤੇ ਜ਼ਿਆਦਾ ਗੱਲ ਹੋਣੀ ਚਾਹੀਦੀ ਆ, ਕਿਉਂਕਿ ਬਾਅਦ ਵਿੱਚ ਕੀ ਆ, ਕਿਉਂਕਿ ਸਰਕਾਰ ਤਾਂ ਡਿੱਗਣੀ ਆ। ਅੱਜ ਉਸ ਚੀਜ਼ ਤੇ ਨਹੀਂ, ਅੱਜ ਜੇ ਸਰਕਾਰ ਡਿੱਗਦੀ ਸੀਗੀ ਫਿਰ ਲਿਬਰਲ ਵਾਲੇ ਉਦਾਂ ਵੀ ਜੇ ਇਹਨਾਂ ਨੂੰ ਲੱਗਦਾ ਵੀ ਅਸੀਂ ਠੀਕ ਆ, ਸਾਰਾ ਕੁਝ ਠੀਕ ਹੈ, ਉਦਾਂ ਹੀ ਰੀਕਾਲ ਕਰ ਦੇਣ ਵੀ ਸਾਡੀ ਮਿਨੋਰਟੀ ਗਵਰਨਮੈਂਟ ਹੈ, ਜਿੱਦਾਂ ਇੱਥੇ ਵਾਂਗੂ ਇਹਨਾਂ ਨੇ ਰਿਸਕ ਲਿਆ ਤੇ ਉਹ ਵੀ ਕਹਿਣ ਵੀ ਅਸੀਂ ਤਾਂ ਬਹੁਤ ਵਧੀਆ ਕੰਮ ਕੀਤੇ ਆ। ਪਰ ਉਹ ਰਿਸਕ ਆਪਣੇ ਮੋਢਿਆਂ ਤੇ ਨਹੀਂ ਲੈਣਾ ਚਾਹੁੰਦੇ, ਕਿਉਂਕਿ ਉਹਨਾਂ ਨੂੰ ਪਤਾ ਸੀ ਸਾਡੀਆਂ ਕਰਪਸ਼ਨ ਤੇ ਸਾਡੀ ਜ਼ਿਆਦਾ ਰੌਲਾ ਪੈਣਾ। ਹੁਣ ਉਹਨਾਂ ਕੋਲ ਇਹ ਆਈਡੀਆ ਆਇਆ ਜਾਂ ਕਹਿ ਲਓ ਉਹਨਾਂ ਦਾ ਦਾਜ, ਮੈਨੂੰ ਲੱਗਦਾ ਇੱਥੇ ਜਗਮੀਤ ਸਿੰਘ ਦਾ ਜੇ ਮੈਂ ਇੱਥੋਂ ਦੇਖਿਆ ਤਾਂ ਮੈਨੂੰ ਤਾਂ ਉਹਦਾ ਵਧੀਆ ਲੱਗਾ ਵੀ ਉਹਨੇ ਦਾਜ ਕੀਤਾ ਇਹਦੇ ਨਾਲ, ਕਿਉਂਕਿ ਇਹ ਇਹਨਾਂ ਨੂੰ ਹੁਣ ਕਹਿਣ ਲਈ ਕੁਛ ਨਹੀਂ ਹੈਗਾ। ਜੇ ਇਲੈਕਸ਼ਨ ਹੁੰਦੀ ਹੈ ਘੱਟੋ ਘੱਟ ਉਦੋਂ ਹੀ ਹੋਣੀ ਚਾਹੀਦੀ ਹੈ ਜਦੋਂ ਲਿਬਰਲ ਆਪਣੇ ਆਪ ਸਿੱਟਦੇ ਆ ਸਰਕਾਰ, ਕਿਸੇ ਦੇ ਸਿੱਟਣ ਦੇ ਨਾਲ ਹੁੰਦੀ ਤਾਂ ਉਹਨਾਂ ਕੋਲ ਇਸ ਵੇਲੇ ਇਹ ਬਹੁਤ ਜਾਣੀ ਸਹਿਮਤੀ ਲੈਣ ਦਾ ਹੈਗਾ ਢੰਗ ਤਰੀਕਾ। ਤੇ ਪਰ ਕਮੇਟੀ ਦਾ ਦੇਖੋ ਤੁਸੀਂ ਫਿਊਚਰ 'ਚ ਵੀ ਮੇਰੇ ਯਾਦ ਰੱਖਿਓ ਵੀ ਜਿੱਦਣ ਇਲੈਕਸ਼ਨ ਹੋਈ ਉਦੋਂ ਕਮੇਟੀ ਬਾਰੇ ਕੌਣ ਆਪਣੇ ਮੈਨੀਫੈਸਟੋ 'ਚ ਕਹਿੰਦਾ ਕਿ ਕਮੇਟੀ ਕੋਈ ਇਦਾਂ ਦੀ ਅੱਜ ਨਹੀਂ ਬਣਦੀ ਤਾਂ ਕੱਲ੍ਹ ਨੂੰ ਕਿਹੜੀ ਬਣ ਨਹੀਂ ਸਕਦੀ ਹੈਗੀ। ਪਿੱਛੇ ਰਹਿਣਾ ਇਹਨਾਂ ਲੀਡਰਾਂ ਨੇ ਸਾਰਾ ਕੁਝ। ਤੇ ਉਦੋਂ ਜੇ ਕੰਜ਼ਰਵੇਟਿਵ ਵਾਲੇ ਕਹਿੰਦੇ ਆ ਤੇ ਅਸੀਂ ਹੁਣ ਨਹੀਂ ਬਣਾਉਣੀ ਆ, ਫਿਰ ਇਹਨਾਂ ਨੂੰ ਸਵਾਲ ਹੋਣਾ ਚਾਹੀਦਾ ਜਾਂ ਉਦੋਂ ਲਿਬਰਲ ਵਾਲੇ ਜਾਂ ਐਨਡੀਪੀ ਵਾਲੇ ਵੀ ਇਨਕਲੂਡਿੰਗ ਉਦੋਂ ਇਹ ਆਪਣੇ ਮੈਨੀਫੈਸਟੋ 'ਚ ਲਿਖਣ ਸਾਡੀ ਸਰਕਾਰ ਆਊਗੀ ਤਾਂ ਅਸੀਂ ਕਮੇਟੀ ਬਣਾਵਾਂਗੇ। ਅੱਜ ਇਹ ਕਮੇਟੀ ਕਰਕੇ ਨਹੀਂ, ਅੱਜ ਇਹ ਜਿਹੜੀ ਵੋਟਾਂ ਵਾਲੀ ਰਾਜਨੀਤੀ ਕਰਕੇ ਸਰਕਾਰ ਨੂੰ ਮਤਲਬ ਇੱਧਰ ਉੱਧਰ ਵਾਲੀ ਗੇਮ ਖੇਲੀ ਗਈ ਤੇ ਮੈਨੂੰ ਲੱਗਦਾ ਇਹ ਵਧੀਆ ਦਾ ਵੇਚ ਹੈਗਾ। ਧੰਨਵਾਦ ਜੀ। ਸਾਹਿਬ ਮੁਕੰਦ ਸਿੰਘ ਗਿੱਲ ਜੀ, ਨੰਬਰ 4। ਗਿੱਲ ਸਾਹਿਬ ਬਹੁਤ ਸਤਿਕਾਰ ਸਾਹਿਬ, ਤੁਹਾਨੂੰ ਤੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਦੇਖੋ ਮੇਰਾ ਇਹ ਮੰਨਣਾ ਹੈ ਕਿ ਜੇ ਰਾਜਨੀਤੀ ਤਾਂ ਲਿਬਰਲ ਵਾਲੇ ਮੈਨੂੰ ਇਸ ਗੱਲ ਤੇ ਕਰ ਰਹੇ ਆ
ਇਹ ਕੋਈ ਵੀ ਮੋਸ਼ਨ ਆਉਂਦੀ ਹੈ, ਹਰੇਕ ਮੋਸ਼ਨ ਨੋ ਕੌਨਫੀਡੈਂਸ ਮੋਸ਼ਨ ਹੈ, ਉਹਨੂੰ ਸਿਰਫ ਕੀ ਇਹ ਉਹਨਾਂ ਦੀ ਧਮਕੀ ਹੈ ਵੀ ਅਸੀਂ ਸਰਕਾਰ ਤੋਂ ਅਸਤੀਫਾ ਦੇ ਕੇ ਵੋਟਾਂ ਕਰਾ ਲਾਂਗੇ। ਉਹਨਾਂ ਨੂੰ ਭੁਲੇਖਾ ਹੈ ਕਿ ਲੋਕ ਸਾਡੇ ਨਾਲ ਹੈ। ਲੋਕ ਦੇਖੋ ਭਾਵੇਂ ਇੱਕ ਬਹੁਤ ਹੀ ਵੱਡਾ ਜੋ ਜਿਹਾ ਸਮਾਂ ਸਾਰੀ ਦੁਨੀਆ 'ਚ ਬਹੁਤ ਔਖਾ ਸਮਾਂ ਲੰਘ ਰਿਹਾ, ਲੋਕ ਵੋਟਾਂ ਨਹੀਂ ਚਾਹੁੰਦੇ, ਲੇਕਿਨ ਜੇ ਵੋਟਾਂ ਪਾਉਂਦੀਆਂ ਭੁਲੇਖਾ ਫਿਰ ਕੱਲੇ ਮਸਲੇ ਦੇ ਵੋਟਾਂ ਪੈਣਗੀਆਂ। ਤੇ ਜਿਹੜਾ ਕੰਜ਼ਰਵੇਟਿਵ ਵੀ ਇੱਕ ਜਿਹੜਾ ਉਹਨਾਂ ਦਾ ਕੱਲ ਮੈਂ ਕੈਂਡੀਡੇਟ ਸਵੇਰੇ ਪੰਜਾਬ ਰੇਡੀਓ ਕਹਿ ਰਿਹਾ ਸੀ, ਇੱਕ ਪਾਸੇ ਤਾਂ ਕਹਿ ਰਿਹਾ ਕਿ ਜਿਹੜੀ ਇਹ ਮੋਸ਼ਨ ਸਾਡੀ ਹਾਰ ਗਈ ਲੋਕਾਂ ਦੀ ਜਿੱਤ ਹੈ, ਤੇ ਦੂਜੇ ਪਾਸੇ ਜਗਮੀਤ ਸਿੰਘ ਦਾ ਦੋਸ਼ ਲਾ ਰਹੇ ਆ ਵੀ ਇਹ ਝੋਲੀ ਚ ਉਹਨਾਂ ਦੀ ਜੇ ਲੋਕਾਂ ਦੀ ਜਿੱਤ ਹੈ ਤਾਂ ਜਗਮੀਤ ਸਿੰਘ ਕਰਕੇ ਹੋਈ ਹੈ, ਉਹਦਾ ਕ੍ਰੈਡਿਟ ਜਗਮੀਤ ਸਿੰਘ ਨੂੰ ਦੇਣ ਨੂੰ ਤਿਆਰ ਨਹੀਂ। ਮੈਂ ਕਹਿੰਦਾ ਜੋ ਪਾਰਟ ਪਲੇ ਕੀਤਾ ਜਗਮੀਤ ਸਿੰਘ ਨੇ ਵਧੀਆ ਕੀਤਾ। ਜਦੋਂ ਉਹ ਮਸਲਾ ਉਹ ਆਇਆ ਜਿੱਥੇ ਲੋਕਾਂ ਦਾ ਆਇਆ, ਕਮੇਟੀਆਂ ਬਹੁਤ ਬਣੀਆਂ, ਕਮੇਟੀਆਂ ਨੇ ਕੱਲੀਆਂ ਨਾਲ ਕੰਮ ਨਹੀਂ ਚੱਲਣਾ, ਬੈਠਦੇ ਆ ਕੇ ਸਰਕਾਰ ਦੇ ਕੋਲ ਲੋਕਾਂ ਦੀਆਂ ਮੰਗਾਂ ਰੱਖਣੀ ਚਾਹੀਦੀਆਂ। ਡੇਪੇ ਵੋਟਾਂ ਲੋਕਾਂ ਦੇ ਹੱਥ 'ਚ ਹੈ। ਬਹੁਤ ਧੰਨਵਾਦ ਤੁਹਾਡਾ ਜੀ। ਧੰਨਵਾਦ ਜੀ ਸਾਹਿਬ। ਪ੍ਰਭਜੋਪਾਲ ਸਿੰਘ ਜੀ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਫਤਿਹ। ਹਾਂਜੀ ਸਿੰਘ ਸਾਹਿਬ, ਦੇਖੋ ਮੈਨੂੰ ਗੱਲ ਚੇਤੇ ਆ ਗਈ 86 ਦੀ ਗੱਲ ਆ। ਇੰਡੀਆ ਟੂਡੇ ਨੇ ਮੈਗਜ਼ੀਨ ਵੀਡੀਓ ਬਣਾਈ ਸੀ ਤਾਂ ਉਹਦੇ ਵਿੱਚ ਲਾਲੂ ਪ੍ਰਸਾਦ ਯਾਦਵ ਦੀ ਇੰਟਰਵਿਊ ਹੋਣ ਡਈ ਆ। ਉਹਨੂੰ ਪੁੱਛਦੇ ਕਿ ਤੇਰੇ 13-14 ਨਿਆਣੇ ਕਾਤੇ ਆ। ਉਹ ਕਹਿੰਦਾ मैं देखो हम तो ऑपोजिशन में, हमारा काम तो जो है विरोध ही करना है, तो इमरजेंसी लगी थी, वो बहुत बच्चे कम हो तो ਅਸੀਂ ਜ਼ਿਆਦਾ ਕੀਤੇ। तो ਜਿਹੜੇ ਰਾਜਨੀਤਿਕ ਹੈਗੇ ਆ ਉਹ ਜਿਹੜੀ ਰਾਜਨੀਤੀ ਕਰਦੇ ਆ ਉਹ ਇਸ ਕਰਕੇ ਕਰਦੇ ਆ ਵੀ ਅਸੀਂ ਦੂਜੇ ਦਾ ਵਿਰੋਧ ਕਰਨਾ, ਇਸ ਕਰਕੇ ਨਹੀਂ ਕਰਦੇ ਵੀ ਲੋਕਾਂ ਦੀ ਭਲਾਈ ਕਿੱਥੇ ਹੋਣੀ ਹੈ। ਜਿਹੜੇ ਪੋਲੀਟੀਸ਼ੀਅਨ ਨੇ ਇਹਨਾਂ ਨੂੰ ਪੋਲਿਟਿਕਸ ਕਰਨ ਲਈ ਤਾਂ ਅਸੀਂ ਇਲੈਕਟ ਕਰਦੇ, ਹੋਰ ਕਿਹੜਾ ਇੱਥੇ ਗਲੀਆਂ 'ਚ ਝਾੜੂ ਮਰਵਾਉਣਾ ਹੁੰਦਾ ਇਹਨਾਂ ਤੋਂ। ਰਾਜਨੀਤੀ ਆ ਜਿਹੜੀ ਉਹ ਸਹੀ ਕਰਨ, ਵਧੀਆ ਕਰਨ, ਜਿਹਨਾਂ ਲੋਕਾਂ ਨੂੰ ਸੁੱਖ ਸਹੂਲਤ ਹੋਵੇ, ਨਾ ਕਿ ਉੱਥੇ ਲੁੱਟਾਂ ਖੋਹਾਂ ਕੀਤੀਆਂ ਜਾਣ। ਹੁਣ ਟਰੂਡੋ ਸਾਹਿਬ ਹੁਣੀ 2 ਵਾਰੀ ਗੰਦੀ ਰਾਜਨੀਤੀ ਕੀਤੀ ਸਾਰਿਆਂ ਨੇ ਰਾਜਨੀਤੀ ਆ ਕੀਤੀ। ਜਗਮੀਤ ਸਿੰਘ ਹੁਣੀ ਵੀ ਰਾਜਨੀਤੀ ਆ। ਜਗਮੀਤ ਸਿੰਘ ਹੁਣੀ ਲੋਕਾਂ ਨੂੰ ਇਲੈਕਸ਼ਨ ਵਿੱਚ ਨਹੀਂ ਜਾਣ ਦਿੱਤਾ, ਇੱਕ ਵਧੀਆ ਰਾਜਨੀਤੀ ਕੀਤੀ, ਲੋਕਾਂ ਦੇ ਉੱਤੇ ਭਾਰ ਨਹੀਂ ਪਾਇਆ। ਜਿਹੜੀ ਮਾਈਨੋਰਟੀ ਗਵਰਨਮੈਂਟ ਹੈ ਉਹਦੇ ਵਿੱਚ ਲੋਕਾਂ ਦੇ ਹਿੱਤਾਂ 'ਚ ਫੈਸਲੇ ਨਿਕਲ ਰਹੇ ਆ ਤਾਂ ਉਹ ਸਰਕਾਰ ਨੂੰ ਕਾਇਮ ਰੱਖਿਆ। ਇਹ ਵਧੀਆ ਰਾਜਨੀਤੀ ਕੀਤੀ ਆ। ਟਰੂਡੋ ਸਾਹਿਬ ਨੇ ਪ੍ਰੋ ਕੀਤਾ ਆਹ ਜਿਹੜਾ ਆ ਬਿੱਲ ਆ ਇਹਨੂੰ ਜਿਹੜਾ ਕੌਨਫੀਡੈਂਸ ਦੇ ਬਿੱਲ 'ਚ ਕਨਵਰਟ ਕੀਤਾ, ਇਹ ਕਰਪਟ ਕੀਤਾ, ਧੋਖਾ ਕੀਤਾ, ਇਹ ਗੰਦੀ ਰਾਜਨੀਤੀ ਕੀਤੀ ਆ। ਹੈ ਰਾਜਨੀਤੀ ਕਰ ਰਹੇ ਆ ਦੋਏ ਪਾਸੇ, ਪਰ ਇੱਕ ਗੰਦੀ ਰਾਜਨੀਤੀ ਕਰ ਰਹੇ, ਇੱਕ ਚੰਗੀ ਰਾਜਨੀਤੀ ਕਰ ਰਹੇ ਆ। ਸਾਨੂੰ ਹੁਣ ਦੇਖਣਾ ਚਾਹੀਦਾ ਜਦੋਂ ਇਲੈਕਸ਼ਨ ਆਉਂਦੀ ਆ ਵੀ ਕਿਹੜਾ ਵਧੀਆ ਰਾਜਨੀਤੀ ਕਰ ਰਿਹਾ, ਉਸ ਬੰਦੇ ਨੂੰ ਮੋਹਰੇ ਲਿਆਉਣਾ ਚਾਹੀਦਾ ਤਾਂ ਕਿ ਉਹ ਲੋਕਾਂ ਦੀ ਸੁੱਖ ਸਹੂਲਤਾਂ ਲਈ ਰਾਜ ਦੇਵੇ। ਜਿਹੜਾ ਇਹ ਕਹਿਣਾ ਵੀ ਰਾਜਨੀਤੀ ਕਰ ਰਿਹਾ, ਰਾਜਨੀਤੀ ਮਾੜੀ ਨਹੀਂ, ਰਾਜਨੀਤੀ ਚੋਂ ਹੀ ਸੁੱਖ ਨਿਕਲਦਾ ਲੋਕਾਂ ਲਈ। ਹਿੰਦੁਸਤਾਨ ਦੀ ਮਾੜੀ ਰਾਜਨੀਤੀ ਆ, ਉੱਥੋਂ ਅਸੀਂ ਉੱਜੜ ਕੇ ਇੱਥੇ ਆਏ, ਵਧੀਆ ਰਾਜਨੀਤੀ ਵਾਲੇ ਦੇਸ਼ 'ਚ ਆਏ, ਇੱਥੇ ਅਸੀਂ ਸੁਖੀ ਆ। ਤੋ ਇਹ ਗੱਲਾਂ ਨੂੰ ਦੇਖਣਾ ਚਾਹੀਦਾ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਫਤਿਹ ਜੀ। ਗੁਰਫਤਿਹ ਜੀ। ਸਾਹਿਬ ਸਿੰਘ ਜੀ, ਲਾਈਨ ਨੰਬਰ 2। ਹੈਲੋ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਗਿੱਲ ਸਾਹਿਬ, ਬਾਕੀ ਗੱਲਾਂ ਬਾਹਲੀਆਂ ਕਰਨ ਦਾ ਫਾਇਦਾ ਕੋਈ ਨਹੀਂ ਗਾ। ਜਗਮੀਤ ਦੇ ਪੂਰੇ ਨੰਬਰ ਬਣ ਗਏ ਆ, ਸਾਰੇ ਲੋਕੀ ਖੁਸ਼ ਨੇ। ਜਿਹੜੇ ਸਾਡੇ ਲੋਕੀ ਆ ਇਹ ਇੰਡੀਆ ਵਾਲੀ ਰਾਜਨੀਤੀ ਚਾਹੁੰਦੇ ਇੱਥੇ ਸਰਕਾਰ ਟੁੱਟਦੀ, ਅਸੀਂ ਤਮਾਸ਼ਾ ਦੇਖਦੇ 4 ਦਿਨ ਪੀਂਦੇ ਘੁੱਟ। ਪਰ ਇਹ ਜਿਹੜਾ ਜਗਮੀਤ ਨੇ ਵਧੀਆ ਕੀਤਾ, ਬਹੁਤ ਵਧੀਆ ਕੀਤਾ। ਸਾਡੇ ਵਿੱਚ ਨਹੀਂ ਉਹਦਾ ਚੰਗਾ ਪ੍ਰਭਾਵ ਪਿਆ, ਬਾਕੀ ਕਮਿਊਨਿਟੀ ਸਾਰਿਆਂ ਵਿੱਚ ਉਹਦਾ ਪ੍ਰਭਾਵ ਚੰਗਾ ਪਿਆ। ਇਹਦਾ ਕਿਤੇ ਨਾ ਕਿਤੇ ਚਲੋ ਜੋ ਮਰਜ਼ੀ ਹੋਵੇ ਲਾਭ ਮਿਲੂਗਾ ਜ਼ਰੂਰ, ਤੇ ਬੰਦਾ ਇਮਾਨਦਾਰ ਆ, ਬੰਦਾ ਚੰਗਾ ਹੈ। ਬਾਕੀ ਜਿਹੜੀ ਮਰਜ਼ੀ ਪਾਰਟੀ ਕਮੇਟੀ ਬਣਾ ਲਵੇ, ਨਿਕਲਣਾ ਕੁਛ ਨਹੀਂ ਹੈਗੀ। ਥੈਂਕ ਯੂ। ਠੀਕ ਹੈ ਜੀ। ਸਾਹਿਬ ਦਲਵੀਰ ਸਿੰਘ ਜੀ। ਸ਼ਿਕਰ ਗਿੱਲ ਸਾਹਿਬ, ਸਤਿ ਸ਼੍ਰੀ ਅਕਾਲ ਵੀਰ ਜੀ। ਜਗਮੀਤ ਸਿੰਘ ਦੀ ਓਵਰਆਲ ਰੋਲ ਤਾਂ ਰਿਹਾ ਵਧੀਆ, ਨੋ ਡਾਊਟ ਫॉर दैट ਵੀ ਉਹਨਾਂ ਨੇ ਸੋਚ ਵਿਚਾਰ ਕਰਕੇ ਇੱਧਰ ਨੂੰ ਇਲੈਕਸ਼ਨ ਢਾਲਤੀ ਤੇ ਸਮਝੇ, ਅੰਡਰਸਟੈਂਡ ਕੀਤਾ। ਖਾਸ ਜਿਹੜੇ ਆਪਣੇ ਇੱਥੇ ਦੇ ਵੀ ਪ੍ਰੀਮੀਅਰ ਸਾਹਿਬ ਆ ਉਹ ਸਮਝ ਜਾਂਦੇ ਵੀ ਅਸੀਂ ਕਿਸ ਸਿਚੁਏਸ਼ਨ ਦੇ ਥਰੂ ਲੰਘ ਰਹੇ ਹਾਂ। ਤੇ ਇੱਕ ਗੱਲ ਤੋਂ ਜਗਮੀਤ ਸਿੰਘ ਦੀ ਲੋਕੀ ਥੋੜੀ ਜਿਹੀ ਜੀ ਕਹਿ ਵੀ ਰਹੇ ਉਹਨਾਂ ਨੂੰ ਵੀ ਉੱਥੇ ਦਾ ਉਹ ਇਲੈਕਸ਼ਨ ਅਵੋਇਡ ਕਰ ਰਹੇ ਆ, ਵੀ ਕਹਿੰਦੇ ਇਹਦੇ ਕਰਕੇ ਹੋਣ ਨਹੀਂ ਜਾਣੀ ਚਾਹੀਦੀ ਵੀ ਪੀਰੀਅਡ ਗੋਇੰਗ ਥਰੂ ਕਰੋਨਾ ਵਾਇਰਸ। ਇੱਥੇ ਕਹਿੰਦੇ ਆ BC ਦੇ ਵਿੱਚ ਆ ਕੇ, ਮੈਨੂੰ ਹੁਣ ਪਤਾ ਨਹੀਂ ਕਿ ਸੱਚ ਆ ਕਿ ਗੁੱਸਾ, BC ਦੇ ਵਿੱਚ ਆ ਕੇ ਜਿਹੜੇ ਹੈਗੇ ਆ ਕੈਂਡੀਡੇਟ ਉਹਨਾਂ ਲਈ ਕੈਂਪੇਨ ਕਰ ਰਹੇ ਆ। ਸੋ ਆਰ ਨੂੰ ਇਹ ਦੋਹਰੀ ਜਿਹੜੀ ਰਾਜਨੀਤੀ ਉਹਨਾਂ ਨੂੰ ਬਣੀ ਅਪਣਾਉਣੀ ਚਾਹੀਦੀ ਤੇ ਉਹ ਇੱਥੇ ਵਾਲੇ ਨੂੰ ਵੀ ਕੋਈ ਸੋਚਣਾ ਚਾਹੀਦਾ ਵੀ ਇੱਕ ਲਾਸਟ ਹੋਰ ਆ ਜੀ ਗਿੱਲ ਸਾਹਿਬ, ਸਾਡੇ ਨੈਕਸਟ ਸੈਗਮੈਂਟ ਕਹਿੰਦੇ ਜੀ ਉਹ ਪ੍ਰਧਾਨ ਸਾਹਿਬ ਨੇ ਆਉਣਾ ਟੈਕਸੀ ਵਾਲਿਆਂ ਨੇ,
ਇੱਕ ਮੇਰਾ ਕੁਐਸਚਨ ਟੈਕਸੀ ਡਰਾਈਵਰ ਤਾਂ ਹੈ ਨਹੀਂ ਸੀ, ਆਈ ਨੋ ਦੈਟ, ਉਹਨਾਂ ਨੂੰ ਇੱਕ ਪੁੱਛਿਓ ਵੀ ਜਦੋਂ ਤੁਸੀਂ ਇੰਡੋਰਸ ਕਰਦੇ ਆ ਵੀ ਜਿਹੜਾ ਤੁਸੀਂ ਤੁਹਾਡੇ ਪਿੱਛੇ ਟੈਕਸੀ ਡਰਾਈਵਰ ਜਾਂ ਕਿਸੇ ਨੂੰ ਤੁਸੀਂ ਉਹਨਾਂ ਨੂੰ ਕੰਸਲਟ ਕੀਤਾ ਵੀ ਇਹ ਇੰਡੋਰਸਮੈਂਟ ਤੁਸੀਂ ਕਰ ਤਾਂ ਦਿੱਤੀ ਹੈ ਵੀ ਉਹ ਤੁਹਾਨੂੰ ਪੱਕਾ ਪਤਾ ਵੀ ਤੁਸੀਂ ਇੰਡੋਰਸ ਕਰਤਾ ਨਾ ਜਾਂ ਉਹ ਵੀ ਡਰਾਈਵਰ? ਠੀਕ ਹੈ ਜੀ, ਮੈਂ ਪੁੱਛੂਗਾ। ਥੈਂਕ ਯੂ। ਪੁੱਛੂਗਾ ਵੀਰ ਜੀ, ਪੁੱਛੋ। ਥੈਂਕ ਯੂ। ਵਪਾਰਕ 1 ਵਜੇ ਟੈਕਸੀ ਇੰਡਸਟਰੀ ਦੇ ਲਈ NDP ਤੇ ਲਿਬਰਲ ਦਾ ਕੀ ਪਲੇਟਫਾਰਮ ਹੈ, ਜਿਨੀ ਸਿਮਸ ਜੀ ਤੇ ਗੁਲਜ਼ਾਰ ਚੀਮਾ ਜੀ ਗੱਲਬਾਤ ਕਰਨਗੇ ਤੇ ਨਾਲ ਵੈਨਕੂਵਰ ਟੈਕਸੀ ਐਸੋਸੀਏਸ਼ਨ ਦੇ ਪ੍ਰਧਾਨ ਸਤਨਾਮ ਸਿੰਘ ਜਸਵਾਲ ਸ਼ਾਮਲ ਹੋਣਗੇ ਅਗਲੇ ਹਿੱਸੇ 'ਚ। 1:05 ਗੱਲਬਾਤ ਚੱਲ ਰਹੀ ਹੈ ਅੱਜ ਕੱਲ। ਹੁਣ ਤਾਂ ਵੋਟਾਂ ਪਰਸੋਂ ਨੂੰ ਪੈਣੀਆਂ ਨੇ, ਐਡਵਾਂਸ VOTING ਹੋ ਗਈ। ਇੱਕ ਬਹੁਤ ਵੱਡਾ ਇਸ਼ੂ ਜਿਹੜਾ ਕਮਿਊਨਿਟੀ ਦੇ ਵਿੱਚ ਆ ਉਹ ਇਹ ਹੈ ਕਿ ਟੈਕਸੀ ਇੰਡਸਟਰੀ ਦਾ ਕੀ ਭਵਿੱਖ ਹੈ। ਰਾਈਡ ਹੇਲਿੰਗ ਜਿਹੜੀ ਸ਼ੇਅਰਿੰਗ ਹੋਈ ਜਿਸ ਲਿਫਟ ਤੇ ਉਬਰ ਆਏ, ਦੁਨੀਆ ਦੇ ਵਿੱਚ ਉਬਰ ਆਪਰੇਟ ਕਰ ਰਹੀ ਸੀ। ਲਿਬਰਲ ਸਰਕਾਰ ਨੇ 2016 ਦੇ ਵਿੱਚ ਲੈਜਿਸਲੇਸ਼ਨ ਇੱਕ ਲੈ ਕੇ ਆਂਦਾ ਜਿਹਦੇ ਵਿੱਚ ਰਾਈਡ ਹੇਲਿੰਗ ਦਾ ਫਰੇਮਵਰਕ ਸੈੱਟ ਕਰਨ ਦੀ ਗੱਲ ਸੀ। ਜੋ ਲਿਬਰਲ ਸਰਕਾਰ ਸੀ ਉਹ ਜਿਹਾ ਹੀ ਸੇਮ ਜਿਹੜਾ ਦੁਬਾਰਾ ਉਹਨਾਂ ਦੇ BC ਦੇ ਲਿਬਰਲ ਦੇ ਟਰਾਂਸਪੋਰਟੇਸ਼ਨ ਕ੍ਰਿਟਿਕ ਜਾਰਡਨ ਸਟਰਡੀ ਨੇ 2018 ਦੇ ਵਿੱਚ ਫੇਰ ਸੇਮ ਇੱਕ ਕਾਪੀ ਲੈ ਕੇ ਆਂਦੀ ਕਿ ਛੇਤੀ ਜਿਹੜੀ ਇਹਦੇ ਵਿੱਚ ਆਪਣੀ ਰਾਈਡ ਹੇਲਿੰਗ ਰਾਈਡ ਸ਼ੇਅਰਿੰਗ ਜਿਹੜੀ ਹੋਵੇ। ਉਹਨਾਂ ਦਾ ਬਿੱਲ ਜਿਹੜਾ ਸੀ ਉਹ ਕਹਿੰਦੇ ਕੋਈ ਸਾਡੀ ਰੈਸਟ੍ਰਿਕਸ਼ਨ ਨਹੀਂ, ਸਪਲਾਈ ਬਾਉਂਡਰੀਜ਼ ਫੇਅਰਸ ਤੇ ਡਸ ਨਾਟ ਰਿਕੁਆਇਰ ਦੈਟ ਡਰਾਈਵਰ ਹੈਵ ਅ ਕਲਾਸ 4 ਡਰਾਈਵਰ ਲਾਇਸੈਂਸ। ਇਹ 16 ਦੀ ਲੈਜਿਸਲੇਸ਼ਨ ਤੇ 18 ਦੇ ਵਿੱਚ 2 ਸਾਲ ਪਹਿਲਾਂ ਦੁਆਰਾ ਫੇਰ ਉਹਨਾਂ ਦੇ ਕ੍ਰਿਟਿਕ ਜਾਰਡਨ ਸਟਰਡੀ ਨੇ ਪ੍ਰਾਈਵੇਟ ਮੈਂਬਰ ਬਿੱਲ ਲਿਆਂਦਾ ਸੀ ਜਿਹਦੇ 'ਚ ਸੇਮ ਕਾਪੀ ਸੀ ਲੈਜਿਸਲੇਸ਼ਨ ਦੀ ਕਿ ਇਹ ਜਿਹੜੀ ਹੇਲਿੰਗ ਰਾਈਡ ਸ਼ੇਅਰਿੰਗ ਜਿਹੜੀ ਆਉਣੀ ਚਾਹੀਦੀ ਉਹਦੀ ਬਾਉਂਡਰੀ ਨਾ ਹੋਵੇ, ਕੋਈ ਸਪਲਾਈ ਦਾ ਕੋਈ ਨਹੀਂ, ਫੇਅਰ ਦਾ ਕੋਈ ਨਹੀਂ ਤੇ ਕਲਾਸ 4 ਦਾ ਡਰਾਈਵਰ ਲਾਇਸੈਂਸ ਕੋਈ ਨਹੀਂ। ਹੁਣ ਇਹਦੇ ਤੇ NDP ਨੇ ਉਹਦੇ ਤੇ ਲੈਵਲ ਪਲੇਇੰਗ ਫੀਲਡ ਦੇ ਥੱਲੇ ਇਹ ਗੱਲ ਲੈ ਕੇ ਆਂਦੀ ਕਿ ਅਸੀਂ ਕਲਾਸ 4 ਦਾ ਲਾਇਸੈਂਸ ਲੈ ਕੇ ਆਵਾਂਗੇ ਜਿਹੜਾ ਕਿ ਉਹਨਾਂ ਲੈ ਕੇ ਆਂਦਾ ਤੇ ਨਾਲ ਕ੍ਰਿਮੀਨਲ ਚੈੱਕ ਉਹਦੇ ਬਾਅਦ ICBC ਦੇ ਇੰਸ਼ੋਰੈਂਸ ਵੀ ਉਹਨਾਂ ਨੇ ਜਿਹੜੇ ਨੇ ਉਹ ਲੈ ਕੇ ਆਂਦੇ ਉਬਰ ਤੇ ਲਿਫਟ ਲਈ ਵੀ ਜਦ ਤੁਸੀਂ ਚੱਕਣਾ ਤਾਂ ਤੁਹਾਨੂੰ ਸਪੈਸ਼ਲ ਇੰਸ਼ੋਰੈਂਸ ਦੇਣਾ ਪੈਣਾ, ਘਰ ਵਾਲੀ ਕਾਰ ਦੇ ਇੰਸ਼ੋਰੈਂਸ ਨਾਲ ਹੀ ਤੁਸੀਂ ਚੱਕ ਸਕਦੇ। ਪਰ ਫੇਰ ਵੀ ਉਬਰ ਲਿਆਂਦੀ ਇਸ ਤੇ ਟੈਕਸੀ ਇੰਡਸਟਰੀ ਉਹਨਾਂ ਨਾਲ ਗੁੱਸੇ ਸੀ। ਕੈਪ ਦੀ ਗੱਲ ਚੱਲੀ, ਉਹਦੇ ਤੇ ਕੋਈ ਕੈਪ ਨਹੀਂ। ਹੁਣ ਲਿਬਰਲਸ ਨੇ ਵੀ ਇਸ ਤੇ ਆਪਣਾ ਮੈਨੀਫੈਸਟੋ ਲਿਆਂਦਾ ਕਿ ਅਸੀਂ ਲੈਵਲ ਪਲੇਇੰਗ ਫੀਲਡ ਲੈ ਕੇ ਆਵਾਂਗੇ, ਉਹਨਾਂ ਲਈ ਕਲਾਸ 4 ਲਾਇਸੈਂਸ ਲੈ ਕੇ ਆਵਾਂਗੇ, ਕ੍ਰਿਮੀਨਲ ਚੈੱਕ ਲੈ ਕੇ ਆਵਾਂਗੇ, ਜਿਹੜਾ ਕਿ 1 ਹਫ਼ਤੇ ਤੋਂ ਉਹਨਾਂ ਨੇ ਗੱਲ ਕੀਤੀ। ਪਹਿਲਾਂ ਲਿਬਰਲ ਦਾ ਜਿਹੜਾ ਸਟੈਂਡ ਸੀ ਉਹ ਕਲੀਅਰ ਸੀ ਕਿ ਕੋਈ ਕਲਾਸ 4 ਲਾਇਸੈਂਸ ਨਹੀਂ, ਕੋਈ ਬਾਉਂਡਰੀ ਨਹੀਂ, ਕੋਈ ਫੇਅਰ ਦਾ ਇਸ਼ੂ ਨਹੀਂ, ਅਨਕੰਡੀਸ਼ਨਲ ਜਿਵੇਂ ਦੁਨੀਆ ਦੇ ਵਿੱਚ ਇਹ ਉਬਰ ਚੱਲਦੀ ਹੈ ਤਾਂ ਉਸ ਤਰ੍ਹਾਂ ਹੀ ਚੱਲੇਗੀ। ਸਰੀ ਪੈਨੋਰਾਮਾ ਤੋਂ ਦੋਨੇ ਸਾਡੇ ਉਮੀਦਵਾਰ ਭਾਈਚਾਰੇ ਦੇ ਦੋਨੇ ਸਤਿਕਾਰਤ ਨੇ, ਡਾਕਟਰ ਚੀਮਾ ਤੇ ਜਿੰਨੀ ਸਿੰਘ ਜੀ ਆਪਣੀ ਆਪਣੀ ਪਾਰਟੀ ਦੀ ਗੱਲਬਾਤ ਕਰਨੀ ਚਾਹੁੰਦੇ ਆ ਵੀ ਅਸੀਂ ਅੱਜ ਕਿੱਥੇ ਖੜੇ, ਉਹ ਆਪਣੀ ਗੱਲ ਕਰਨਗੇ। ਦੋਨਾਂ ਨੂੰ ਸਮਾਂ ਮਿਲੇਗਾ ਜਿੰਨਾ ਆਪਣੇ ਕੋਲ ਖੁੱਲਾ ਸਮਾਂ 10 ਮਿੰਟ ਨੇ, 5 ਮਿੰਟ ਡਾਕਟਰ ਚੀਮਾ ਲਾ ਲੈਣ, 5 ਮਿੰਟ ਜਿੰਨੀ ਸਿੰਘ ਲਾ ਲੈਣ, ਆਪਣੀ ਆਪਣੀ ਗੱਲ ਕਰ ਲੈਣ ਤੇ ਇੱਕ ਦੂਜੇ ਨੂੰ ਸਤਿਕਾਰ ਨਾਲ ਰਹਿਣਾ, ਇੱਕ ਦੂਜੇ ਨੂੰ ਕੁਝ ਬੋਲਣਾ ਨਹੀਂ, ਕਿਸੇ ਨੂੰ ਪਿੰਨ ਪੁਆਇੰਟ ਨਹੀਂ ਕਰਨਾ, ਆਪਣੇ ਪੁਆਇੰਟ ਦੀ ਆਪਣੇ ਮੈਨੀਫੈਸਟ ਦੀ ਗੱਲ ਕਰੋ ਕਿਉਂਕਿ ਡਿਬੇਟ ਨਹੀਂ ਇੱਕ ਸੁਨੇਹਾ ਜਿਹਦੇ 'ਚ ਮੈਂ ਕਿਉਂਕਿ ਡਾਕਟਰ ਚੀਮਾ ਉਹਨਾਂ ਨੇ ਜਦ ਆਪਣੀ ਕੈਂਡੀਡੇਟਸੀ ਡਿਕਲੇਅਰ ਕੀਤੀ ਸੀ ਉਹਨਾਂ ਨੇ ਕਿਹਾ ਸੀ ਕਿ ਤੁਸੀਂ ਫੇਅਰ ਰਹੋ, ਮੇਰੀ ਫੇਅਰਨੈਸ ਇਹਦੇ ਲਈ ਵੀ ਦੋਨਾਂ ਨੂੰ ਬਰਾਬਰ ਦਾ ਸਮਾਂ ਮੈਂ ਦੇਣਾ। ਸਭ ਤੋਂ ਪਹਿਲਾਂ ਡਾਕਟਰ ਚੀਮਾ ਆਪਣੀ ਗੱਲ ਕਰਨਗੇ। ਡਾਕਟਰ ਚੀਮਾ ਜੀ ਤੁਸੀਂ 에ਅਰ ਤੇ ਲਾਈਨ ਨੰਬਰ। ਸਤਿ ਸ਼੍ਰੀ ਅਕਾਲ ਹਰਜੀਤ ਐਂਡ ਤੁਹਾਡੇ ਸਾਰੇ ਪ੍ਰੋਗਰਾਮ ਸੁਣਨ ਵਾਲਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਅਸੀਂ ਨਾ ਜਿਹੜਾ ਅਸੀਂ ਪੁਆਇੰਟਸ ਰੇਜ਼ ਕੀਤੇ ਨੇ ਉਹ ਹੈਗਾ ਕਿ ਲੈਵਲ ਪਲੇਇੰਗ ਫੀਲਡ ਹੋਏਗਾ ਟੈਕਸੀਜ਼ ਵਾਸਤੇ, ਰਾਈਡ ਹੇਲਿੰਗ ਜਿਹੜੀਆਂ ਸਰਵਿਸਿਜ਼। ਸੈਕੰਡ ਸਾਡਾ ਪੁਆਇੰਟ ਹੈ ਤੁਹਾਡੀ ਆਵਾਜ਼ ਡਾਕਟਰ ਚੀਮਾ ਜੀ ਬਹੁਤ ਲੋ ਹੈ, ਆਵਾਜ਼ ਚੀਮਾ ਸਾਹਿਬ ਤੁਹਾਡੀ ਘੱਟ ਆ ਰਹੀ ਹੈ ਜੀ, ਵੇਖਿਓ ਇੱਧਰ ਉੱਧਰ ਹੋ ਜਾਓ ਕਿਤੇ ਕਨੈਕਸ਼ਨ ਦੀ ਕੋਈ ਪ੍ਰੋਬਲਮ ਹੈ। ਸ਼ੋਰ ਮੈਂ ਫਿਰ ਟਰਾਈ ਕਰਨਾ ਦੁਬਾਰਾ। ਹਾਂਜੀ ਦੁਬਾਰਾ ਕਰ ਲਓ ਜੀ ਜਦ ਤੱਕ ਮੈਂ ਜਿੰਨੀ ਉਹਨਾਂ ਨਾਲ ਗੱਲ ਕਰ ਲੈਂਦਾ। ਜਿੰਨੀ ਜੀ ਤਾਂ ਡਾਕਟਰ ਚੀਮਾ ਹੁਣੀ ਆਉਂਦੇ ਨੇ, ਤੁਸੀਂ ਆਪਣੀ ਗੱਲ ਕਰ ਸਕਦੇ ਹੋ। ਲਾਈਨ ਨੰਬਰ 4।
ਜਿੰਨੀ ਜੀ ਸਤਿ ਸ੍ਰੀ ਅਕਾਲ। ਹੈਲੋ ਜਿੰਨੀ ਨਹੀਂ, ਦੋਨੇ ਕਰ ਲਿਓ ਵਾਪਸ। ਸੋ ਮੈਂ ਜਦ ਤੱਕ ਇਸ ਤੇ ਗੱਲਬਾਤ ਕਰਾਂ ਕਿ ਇਹ ਰਾਈਡ ਸ਼ੇਅਰਿੰਗ ਦਾ ਬਹੁਤ ਵੱਡਾ ਇਸ਼ੂ ਹੈ। ਇਸ਼ੂ ਰਾਈਡ ਸ਼ੇਅਰਿੰਗ ਦਾ ਤਾਂ ਹੁਣ ਕੋਈ ਨਹੀਂ ਰਿਹਾ, ਰਾਈਡ ਸ਼ੇਅਰਿੰਗ ਤਾਂ ਆ ਗਈ। ਇਹਦੇ ਤੇ ਬਹੁਤ ਕੁਝ ਹੋਇਆ। ਇਹਦੇ ਤੇ ਰਾਈਡ ਸ਼ੇਅਰਿੰਗ ਤੋਂ ਪਹਿਲਾਂ ਤੁਹਾਨੂੰ ਪਤਾ ਕੇਟਰ ਆਉਣ ਲੱਗੀ ਸੀ। ਕੇਟਰ ਦਾ ਇੱਕ ਐਪ ਸੈੱਟ ਹੋ ਰਿਹਾ ਸੀ। ਕੇਟਰ ਲਈ 70-80 ਟੈਕਸੀਆਂ ਵੀ ਆ ਗਈਆਂ ਸੀ, ਪਰ ਕੇਟਰ ਫੇਲ ਹੋ ਗਈ ਵੈਨਕੂਵਰ। ਉਹ ਤੁਹਾਨੂੰ ਪਤਾ ਕੇਟਰ ਨੇ ਜਦ ਵੈਨਕੂਵਰ ਟੈਕਸੀ ਐਸੋਸੀਏਸ਼ਨ ਦੇ ਨਾਲ ਗੱਲਬਾਤ ਕੀਤੀ ਸੀ, ਕੇਟਰ ਨੇ ਜਦ ਵੈਨਕੂਵਰ ਦੇ ਵਿੱਚੋਂ ਆਈ, ਵੈਨਕੂਵਰ ਟੈਕਸੀ ਐਸੋਸੀਏਸ਼ਨ ਨੇ ਗੱਲ ਕੀਤੀ ਤੇ ਇਹਦੇ ਚ NDP ਦੇ ਬਹੁਤ ਸਹੋਤਾ ਵੀ ਇਨਵੋਲਵ ਸੀ। ਜਦ ਇਹਦੇ ਤੇ ਖਬਰਾਂ ਛਪੀਆਂ, ਮਾਈਕ ਸਮਿਥ ਨੇ ਬਹੁਤ ਗਰਮ ਇਹਦੇ ਤੇ ਲਿਖਿਆ। ਆਪਾਂ ਇਹ ਤੇ ਸ਼ੋਅ ਵੀ ਕੀਤੇ ਵੀ ਗਵਰਨਮੈਂਟ ਦੇ ਸੀਨੀਅਰ ਰਾਦਰ NDP ਦੇ ਇੱਕ ਸੀਨੀਅਰ ਪੋਲੀਟੀਸ਼ੀਅਨ ਨੂੰ ਇਹਦੇ ਵਿੱਚ ਜ਼ਰੂਰਤ ਨਹੀਂ। ਮੈਂ ਨਿੱਜੀ ਤੌਰ ਤੇ ਇਹ ਗੱਲ ਕੀਤੀ ਵੀ ਆਉਣਾ ਨਹੀਂ ਸੀ ਚਾਹੀਦਾ ਉਹਨਾਂ, ਪਰ ਉਹ ਕੇਟਰ ਵੀ ਫੇਲ ਹੋ ਗਈ, ਕੇਟਰ ਨਹੀਂ ਚੱਲੀ। ਸਮਾਂ ਦਿੱਤਾ ਦੋਨਾਂ ਨੇ। ਪਹਿਲਾਂ ਜਿਹੜਾ ਲਿਬਰਲ ਨੇ ਵੀ 2016 ਤੋਂ ਇਹਦੀ ਕੋਸ਼ਿਸ਼ ਕੀਤੀ ਤੇ ਫਿਰ 18 ਚ ਉਹਨਾਂ ਨੇ ਪ੍ਰਾਈਵੇਟ ਮੈਂਬਰ ਬਿੱਲ ਲਿਆਂਦਾ ਸਟੱਡੀ ਨੇ। ਤੁਹਾਨੂੰ ਪਤਾ ਹੈ NDP ਨੇ ਆਪਣੇ ਤੌਰ ਤੇ ਇਹਦਾ ਫਰੇਮਵਰਕ ਸੈੱਟ ਕੀਤਾ ਤੇ ਇਵੈਂਚੁਅਲੀ ਊਬਰ ਆ ਗਈ। ਊਬਰ ਦੇ ਆਉਣ ਤੋਂ ਬਾਅਦ ਫਿਰ ਹੁਣ ਟੈਕਸੀ ਇੰਡਸਟਰੀ ਖਫਾ ਸੀ, ਪਰ ਟੈਕਸੀ ਇੰਡਸਟਰੀ ਨਾਲ NDP ਨੇ ਗੱਲਬਾਤ ਕੀਤੀ। ਉਹਨਾਂ ਨੇ ਵੈਨਕੂਵਰ ਟੈਕਸੀ ਐਸੋਸੀਏਸ਼ਨ ਨੇ ਐਂਡੋਰਸ ਕੀਤਾ, ਜਿਹਦੇ ਲਈ ਬਹੁਤ ਓਨਰ ਆਪਰੇਟਰ ਇਹ ਵੀ ਕਹਿੰਦੇ ਨੇ ਵੀ ਸਾਨੂੰ ਪੁੱਛਿਆ ਨਹੀਂ ਗਿਆ, ਜਿਵੇਂ ਦਲਵੀਰ ਸਿੰਘ ਹੁਣੀ ਕਹਿ ਗਏ। ਜਸਪਨਾਮ ਸਿੰਘ ਹੁਣੀ ਜੁਆਇਨ ਕਰਨਗੇ, ਉਹਨਾਂ ਨੂੰ ਮੈਂ ਪੁੱਛਾਂਗਾ। ਡਾਕਟਰ ਚੀਮਾ ਜੀ ਹੁਣ ਟਰਾਈ ਕਰੋ ਜੀ ਫਿਰ। ਹਾਂਜੀ, ਕੈਨ ਯੂ ਹੀਅਰ ਮੀ ਨਾਓ? ਹਾਂਜੀ ਹੁਣ ਠੀਕ ਹੈ ਜੀ, ਆਵਾਜ਼ ਸੁਣਦੀ। ਸੌਰੀ। ਅੱਛਾ, ਜਿਹੜਾ ਅਸੀਂ ਅਨਾਉਂਸਮੈਂਟ ਕੀਤੀ ਹੈ ਸਾਰੀ, ਹਾਂਜੀ, ਇਹਦੇ ਵਿੱਚ ਅਸੀਂ ਕਿਹਾ ਕਿ ਜਿਹੜਾ ਲੈਵਲ ਪਲੇਇੰਗ ਫੀਲਡ ਹੋਏਗਾ ਟੈਕਸੀ ਵਾਸਤੇ ਤੇ ਰਾਈਡ ਹੇਲਿੰਗ ਸਰਵਿਸਿਜ਼ ਵਾਸਤੇ। ਸੈਕੰਡ ਅਸੀਂ ਪੁਆਇੰਟ ਕੀਤਾ ਕਿ ਜਿਹੜਾ ਲਾਇਸੈਂਸਿੰਗ ਹੈ ਉਹ ਸੇਮ ਜਿਹੜੀ ਕਿ ਕਲਾਸ 4 ਹੋਏਗੀ ਟੈਕਸੀ ਵਾਸਤੇ, ਕਲਾਸ 4 ਹੀ ਬਾਕੀਆਂ ਵਾਸਤੇ। ਇਸ ਤੋਂ ਇਲਾਵਾ ਅਸੀਂ ਕਿਹਾ ਕਿ ਜਿਹੜੇ ਲੋਕਾਂ ਨੇ ਆਪਣੀ ਜਿਹੜੀ ਇਹਨਾਂ ਐਕਸੈਸਿਬਲ ਵਹੀਕਲਸ ਨੂੰ ਅਪਗ੍ਰੇਡ ਕਰਨਾ, ਉਹਨਾਂ ਨੂੰ $12,000 ਦੀ ਅਪਗ੍ਰੇਡ ਗ੍ਰਾਂਟ ਅਸੀਂ ਦਿਆਂਗੇ। ਇਸ ਤੋਂ ਇਲਾਵਾ ਜਿਹੜਾ ਨੈਕਸਟ ਅਸੀਂ ਕੀਤਾ ਕਿ ਇੱਕ ਐਸਟੈਬਲਿਸ਼ ਕਰਾਂਗੇ ਟ੍ਰਾਂਜੀਸ਼ਨ ਫੰਡ, ਕਿਉਂਕਿ ਕੋਵਿਡ ਦੇ ਟਾਈਮ ਦੇ ਵਿੱਚ ਬਾਕੀ ਸਾਰੀਆਂ ਗਰੁੱਪਸ ਨੂੰ ਗਵਰਨਮੈਂਟ ਨੇ ਹੈਲਪ ਕੀਤੀ ਹੈ, ਟੈਕਸੀ ਇੰਡਸਟਰੀ ਨੂੰ ਕਿਸੇ ਨੇ ਹੈਲਪ ਨਹੀਂ ਕੀਤੀ। ਅਸੀਂ ਇਹਨਾਂ ਦਾ ਹੱਥ ਫੜਾਂਗੇ। ਉਸ ਨੈਕਸਟ ਹੈਗਾ ਕਿ ਜਿਹੜੇ ਨੰਬਰ ਨੇ ਨਾ ਇਹਦੇ ਪ੍ਰਪੋਰਸ਼ਨੇਟ ਨੰਬਰਸ ਟੈਕਸੀ ਤੇ ਰਾਈਡ ਸ਼ੇਅਰਿੰਗ ਦੇ ਬਰਾਬਰ ਹੋਣੇ ਨੇ। ਕਿਸੇ ਨੂੰ ਅਸੀਂ ਐਡਵਾਂਟੇਜ ਨਹੀਂ ਲੈਣ ਦੇਣਾ, ਕਿਉਂਕਿ ਲੋਕਾਂ ਨੇ ਆਪਣੇ ਇੰਨੇ ਦਿਨਾਂ ਤੋਂ ਇੰਨੇ ਸਾਲਾਂ ਤੋਂ ਕੰਮ ਕੀਤਾ, ਸੋ ਉਹ ਉੱਥੇ ਫੇਅਰਨੈਸ ਅਸੀਂ ਕਰਨੀ ਹੈ। ਅਸੀਂ ਕਿਸੇ ਨੂੰ ਇਹ ਰੂਲ ਨਹੀਂ ਤੋੜਨ ਦੇਣਾ। ਨੈਕਸਟ ਜਿਹੜਾ ਹੈਗਾ ਕਿ ਜਿਹੜਾ ਹਾਈਬ੍ਰਿਡ ਜਿਹੜਾ ਫੇਅਰ ਸਟਰਕਚਰ ਹੈ, ਉਹ ਜਿਹੜਾ ਛੋਟੇ ਜਿਹੜੇ ਹੋਣਗੇ ਫਿਰ ਉਹਨਾਂ ਦਾ ਆਪਣੀ ਮਰਜ਼ੀ ਹੋਏਗੀ ਵੀ ਕਿੰਨਾ ਉਹਨਾਂ ਫਲੈਟ ਰੇਟ ਕਰਨਾ ਉਹਨਾਂ ਚਾਰਜ। ਪਰ ਜਿਹੜੀਆਂ ਡਿਸਪੈਚ ਹੋਏਗੀ ਸਰਵਿਸ, ਉਹ ਬੇਸਡ ਔਨ ਦਾ ਫੇਅਰ ਰੈਗੂਲੇਸ਼ਨ ਸੈਟ ਬਾਈ ਦਿਸ ਪੈਸੇਂਜਰ ਟੈਕਸੀ ਜਿਹੜਾ ਟਰਾਂਸਪੋਰਟੇਸ਼ਨ ਬੋਰਡ ਹੈ, ਉੱਚ ਕੋਈ ਉਹ ਉਹਨਾਂ ਨੇ ਸੇਮ ਸਟਰਕਚਰ ਕਰਨਾ। ਸੋ ਮੈਂ ਸਮਝਦਾ ਕਿ ਇਹ ਜਿਹੜੀਆਂ 5-6 ਗੱਲਾਂ ਨੇ ਇਹ ਬਹੁਤ ਇੰਪੋਰਟੈਂਟ ਨੇ। ਤੇ ਬਾਕੀ ਜਿਹੜਾ ਬਹੁਤ ਵੱਡਾ ਮੁੱਦਾ ਹੈ ਕਿ ਜਿਹੜਾ ਇੰਸ਼ੋਰੈਂਸ ਦਾ ICBC ਦੀ ਮੋਨੋਪੋਲੀ ਰਹੀ ਹੈ, ਉਹਨਾਂ ਨੂੰ ਤੋੜਨਾ ਨਹੀਂ ਅਸੀਂ ਮੋਨੋਪੋਲੀ ਨੂੰ, ਉਹਨਾਂ ਨੂੰ ਸਿਰਫ ਉਹਨਾਂ ਦੇ ਮੁਕਾਬਲੇ ਦੇ ਵਿੱਚ ਬਾਕੀ ਕੰਪਨੀਆਂ ਨੂੰ ਆਪਸ਼ਨ ਦੇਣੀ ਹੈ ਤਾਂ ਕਿ ਜਿਹੜੇ ਟੈਕਸੀ ਇੰਡਸਟਰੀ ਵਾਲੇ ਡਰਾਈਵਰ ਨੇ ਦੂਸਰੇ ਨੇ ਉਹਨਾਂ ਕੋਲ ਆਪਸ਼ਨ ਹੋਏ ਤਾਂ ਕਿ ਉਹਨਾਂ ਦੇ ਰੇਟਸ ਘਟਣ। ਸੋ ਇਹ 5-6 ਗੱਲਾਂ ਬਹੁਤ ਇੰਪੋਰਟੈਂਟ ਨੇ, ਕਿਉਂਕਿ ਇਹ ਗੱਲਾਂ ਨੂੰ ਜਿਸ ਤਰ੍ਹਾਂ ਤੁਸੀਂ ਪਹਿਲਾਂ ਆਪਣੇ ਪ੍ਰੀਐਂਬਲ 'ਚ ਕਿਹਾ ਕਿ ਜੋ ਪਿੱਛੇ ਹੋਇਆ ਉਹਦੀ ਗੱਲ ਨਹੀਂ ਕਰਦਾ ਪਿਆ। ਮੈਂ ਤੁਹਾਨੂੰ ਜਿਹੜੀਆਂ ਐਸੋਸੀਏਸ਼ਨ ਨਾਲ ਮਿਲ ਕੇ ਉਹਨਾਂ ਨਾਲ ਗੱਲਬਾਤ ਕਰਕੇ ਮੀਟਿੰਗਸ ਕਰਕੇ ਇਸ ਐਗਰੀਮੈਂਟ ਤੇ ਅਸੀਂ ਪਹੁੰਚੇ ਹਾਂ ਕਿ ਇਹ ਜਿਹੜਾ ਸਾਡੀ ਜਿਹੜੀ ਪਾਲਿਸੀ ਹੈ ਇਹ ਹਰ ਟੈਕਸੀ ਇੰਡਸਟਰੀ ਵਾਸਤੇ ਫੇਅਰ ਪਲੇਇੰਗ ਜਿਹੜਾ ਨਾ ਇਹ ਪਲੇ ਹੋਏਗਾ, ਉਹਨਾਂ ਵਾਸਤੇ ਟਾਈਮ ਮਿਲੇਗਾ ਤੇ ਉਹਨਾਂ ਨੂੰ ਅੱਗੋਂ ਆਪਣਾ ਪਲਾਨ ਕਰਨ ਜੋਗੇ ਬਣਨਗੇ। ਕਿਉਂਕਿ ਸਾਡੀ ਜਿਹੜੀ ਟੈਕਸੀ ਇੰਡਸਟਰੀ ਹੈ ਸਾਊਥ ਏਸ਼ੀਅਨ ਭਾਈਚਾਰੇ ਦੀ ਇਕਨੋਮੀ ਦੀ ਬੈਕਬੋਨ ਹੈ। ਸਰਵਿਸ ਇਹਨਾਂ ਨੇ ਪਿਛਲੇ 40 ਸਾਲ ਕੀਤੀ ਹੈ, ਤਾਂ ਇਹਨਾਂ ਵਾਸਤੇ ਅਸੀਂ ਖੜੇ ਹਾਂ, ਕਲੀਅਰ ਤਰੀਕੇ ਨਾਲ ਖੜੇ ਹਾਂ ਤੇ ਸਾਡੀ ਪਾਲਿਸੀ ਬੜੀ ਕਲੀਅਰ ਹੈ। ਇਹਦੇ ਵਿੱਚੋਂ ਕੋਈ ਬਦਲੀ ਨਹੀਂ ਆਉਣੀ ਜਿੰਨੀ ਦੇਰ ਤੱਕ ਸਾਡੀ ਗਵਰਨਮੈਂਟ ਬਣਦੀ ਹੈ। ਜਦੋਂ ਲੋਕ ਫੈਸਲਾ ਕਰਨਗੇ ਵੀ ਕਿਹਨੂੰ ਸਰਕਾਰ ਬਣਾਉਣੀ ਹੈ, these things are very clear, crystal clear। ਇਹਨਾਂ ਵਿੱਚ ਕੋਈ ਇਫ ਐਂਡ ਬਟ ਨਹੀਂ ਹੈਗਾ, ਹੋ ਸਕਦੀ ਕਿ ਨਹੀਂ ਹੋ ਸਕਦੀ। ਇਟਸ ਵੈਰੀ ਕਲੀਅਰ, class 4 ਨੰਬਰਸ ਕੈਪਿੰਗ
ਪ੍ਰਪੋਰਸ਼ਨੇਟ ਕਰਨੇ ਪੈਣੇ ਨੇ। ਬਾਕੀ ਜਿਹੜਾ ਨੈਕਸਟ ਹੈਗਾ ਵੀ ਇਹਨਾਂ ਨੂੰ ਦੇਣੀ ਹੈ, ਗ੍ਰਾਂਟ ਦੇਣੀ ਹੈ, ਤੇ ਜਿਹੜੇ ਸਪੈਸ਼ਲਾਈਜ਼ਡ ਵਹੀਕਲ ਨੇ ਜਿਹੜੇ ਕਿ ਐਕਸੈਸਿਬਲ ਜਿਹੜੇ ਡਿਸੇਬਲਡ ਲੋਕਾਂ ਵਾਸਤੇ ਵੈਨਾਂ ਬਣਦੀਆਂ ਨੇ, ਜਿਹੜੀ ਟੈਕਸੀ ਇੰਡਸਟਰੀ ਸਭ ਤੋਂ ਜ਼ਿਆਦਾ ਪੈਸੇ ਖਰਚ ਕਰਦੀ ਹੈ, ਉਹਨਾਂ ਲੋਕਾਂ ਦੀ ਹੈਲਪ ਕਰਨ ਵਾਸਤੇ ਓਨਰਸ ਦੀ ਤੇ ਜਿਹੜੇ ਆਪਰੇਟਰਸ ਨੇ, ਦਿਸ ਇਜ਼ ਸੋ ਇੰਪੋਰਟੈਂਟ ਕਿ ਜਿਹੜੇ ਬਾਕੀਆਂ ਦੇ ਬਰਾਬਰ ਕਰਨ ਵਾਸਤੇ ਸਾਨੂੰ ਹੈਲਪ ਕਰਨੀ ਪੈਣੀ ਹੈ, ਕਿਉਂਕਿ COVID-19 ਦੇ ਵਿੱਚ ਨਾ ਤਾਂ ਇਹ ਬਹੁਤ ਨੁਕਸਾਨ ਹੋਇਆ ਲੋਕਾਂ ਦਾ, ਕਿਉਂਕਿ ਜਿਹੜੇ ਬਾਕੀਆਂ ਨੇ ਜਿਹੜਾ ਸੀ ਨਾ ਡਿਸਪੈਰਿਟੀ ਬਹੁਤ ਸੀ। ਸੋ ਵੀ want to make sure, I want to reassure everyone ਜਿਹੜਾ ਤੁਹਾਡਾ ਪ੍ਰੋਗਰਾਮ ਸੁਣਦੇ ਹੋਏ on behalf of Liberal Party of BC and Andrew Wilkinson that these things will happen and we just need to make sure that we can convey our message and I want to say thank you to you and your management ਕਿ ਤੁਸੀਂ ਮੈਨੂੰ ਬੜਾ ਟਾਈਮ ਬੜਾ ਕਲੀਅਰ ਮੈਨੂੰ ਟਾਈਮ ਮਿਲਿਆ। ਇਸ ਤੋਂ ਜ਼ਿਆਦਾ ਮੈਂ ਗੱਲ ਨਹੀਂ ਹੋਰ ਕਰਨੀ ਚਾਹੁੰਦਾ। ਸੋ ਕੰਪੀਟੀਸ਼ਨ ਜਿਹੜਾ ਅਸੀਂ ਉਹਨੂੰ ਫੇਅਰ ਪਲੇ ਕਰਨਾ, ਸਾਰਿਆਂ ਵਾਸਤੇ ਕੰਮ ਕਰਨਾ ਤਾਂ ਕਿ ਸਾਰੇ ਲੋਕ ਤਰੱਕੀ ਕਰਨ। ਇੱਕ ਵਰਗ ਵਾਸਤੇ, ਇੱਕ ਐਸੋਸੀਏਸ਼ਨ ਵਾਸਤੇ ਅਸੀਂ ਕੰਮ ਨਹੀਂ ਕਰਨਾ। ਸਾਰੇ ਸਾਡੇ ਭੈਣ ਭਰਾ ਇਸ ਇੰਡਸਟਰੀ ਵਿੱਚ ਇਨਵੋਲਵ ਨੇ, ਅਸੀਂ ਸਾਰਿਆਂ ਦੇ ਨਾਲ ਹਾਂ। ਤੁਹਾਡਾ ਬਹੁਤ ਧੰਨਵਾਦ ਹਰਜੀਤ, ਥੈਂਕ ਯੂ ਸੋ ਮਚ। ਚੀਮਾ ਸਾਹਿਬ, ਦੋ ਸਵਾਲ ਮੈਂ ਅਖੀਰ ਦੇ ਵਿੱਚ ਤੁਹਾਨੂੰ ਪੁੱਛਣੇ ਨੇ, ਦੋ ਹੀ ਜਿੰਨੀ ਨੂੰ ਪੁੱਛਣੇ ਨੇ ਸੇਮ ਸਵਾਲ। ਇੱਕ ਸਵਾਲ ਤੇ ਇੱਕ ਪ੍ਰੈਸੀਡੈਂਟ ਸੈੱਟ ਹੋਇਆ ਕੁਬੈਕ ਦੇ ਵਿੱਚ ਜਿੱਥੇ ਟੈਕਸੀ ਬਿਲਕੁਲ ਅਬੋਲਿਸ਼ ਉਹਨਾਂ ਨੇ ਕਰਤੀ, ਉਹਦੇ ਚ ਕੁਛ ਉਹਨਾਂ ਦੀ ਕੰਪਨਸੇਟ ਕਰ ਰਹੇ ਨੇ 40 ਜਾਂ 50 ਹਜ਼ਾਰ ਜਿਹਦੀ ਟੈਕਸੀ ਸੀ। ਇੱਕ ਗੱਲ ਉਹ ਕਦੇ ਕੁਝ ਹੋ ਸਕਦਾ ਕਿਉਂਕਿ ਲੋਕਾਂ ਦੀਆਂ 2-2 ਲੱਖ ਦੀਆਂ ਟੈਕਸੀਆਂ 10-10 ਹਜ਼ਾਰ ਦੀਆਂ ਵੀ ਨਹੀਂ ਵਿਕ ਰਹੀਆਂ। ਦੂਸਰਾ ਜਿਹੜਾ ਇੰਸ਼ੋਰੈਂਸ ਆ ਟੈਕਸੀ ਇੰਡਸਟਰੀ ਦਾ, ਜਦ ਟ੍ਰਿਪ ਡਿਸਪੈਚ ਹੋ ਜਾਂਦਾ, ਟ੍ਰਿਪ ਇੱਕ ਜਗ੍ਹਾ ਤੋਂ ਜਦ ਤੱਕ ਉਹ ਚੱਕਣ ਜਾਂਦੇ ਆ, ਜਦੇ ਉਹਦਾ ਇੰਸ਼ੋਰੈਂਸ ਆਨ ਹੋ ਜਾਂਦਾ। ਕੀ ਤੁਸੀਂ ਜੇ ਪਾਵਰ ਚ ਆਉਨੇ ਹੋ ਉਹ ਉਸ ਤਰ੍ਹਾਂ ਹੀ ਕਰੋਗੇ ਕਿ ਜਦ ਟ੍ਰਿਪ ਆ ਜਾਂਦਾ ਤਾਂ ਉਸ ਸਮੇਂ ਮੀਟਰ ਆਨ ਹੋ, ਉਸੇ ਸਮੇਂ ਇੰਸ਼ੋਰੈਂਸ ਆਨ ਹੋਵੇ? ਐਬਸੋਲੂਟਲੀ, ਬਿਕਾਜ਼ ਇਸ ਤੋਂ ਬਿਨਾਂ ਗੱਲ ਨਹੀਂ ਬਣਨੀ। ਫੇਅਰ ਪਲੇ ਦਾ ਮਤਲਬ ਹੈ ਕਿ ਹਰ ਚੀਜ਼ ਪ੍ਰੋਪਰਲੀ ਕਰਨੀ ਪੈਣੀ ਹੈ। ਟੈਕਸੀ ਇੰਡਸਟਰੀ ਵਾਸਤੇ ਵੀ ਸੇਮ ਤੇ ਹੇਲਿੰਗ ਜਿਹੜੀ ਰਾਈਡ ਜਿਹੜੇ ਬਾਕੀ ਨੇ ਜਿਹੜੀਆਂ ਕੰਪਨੀਆਂ ਉਹਨਾਂ ਵਾਸਤੇ ਵੀ ਸੇਮ ਨੇ। ਜਿਹੜਾ ਤੁਹਾਡਾ ਪਹਿਲਾ ਸਵਾਲ ਹੈ ਉਹਦੇ ਬਾਰੇ ਮੇਰੇ ਕੋਲ ਸਟੱਡੀ ਨਹੀਂ ਹੈਗੀ, ਸੋ ਆਈ ਕੈਨਟ ਕਮੈਂਟ, ਪਰ ਇਹ ਡੈਫੀਨੇਟਲੀ ਮੈਂ ਤੁਹਾਡੇ ਆਡੀਅנס ਨੂੰ ਮੈਂ ਕਹਿਣਾ ਚਾਹੁੰਦਾ ਕਿ ਜਿਹੜਾ ਅਸੀਂ ਟ੍ਰਾਂਜੀਸ਼ਨ ਫੰਡ ਐਸਟੈਬਲਿਸ਼ ਕਰਨਾ, that may help some of those ਜਿਹੜੇ ਲੋਕਾਂ ਨੂੰ ਪ੍ਰੋਬਲਮ ਆਈ ਹੈ, but that will be very specialized fund, will be decided in consultation with the taxi owners of all companies, not one company. So we are going to be very fair. Thank you so much. ਠੀਕ ਹੈ, ਬਹੁਤ ਮਿਹਰਬਾਨੀ ਜੀ। ਧੰਨਵਾਦ ਡਾਕਟਰ ਸਾਹਿਬ, ਥੈਂਕ ਯੂ। ਡਾਕਟਰ ਚੀਮਾ 5 ਮਿੰਟ ਉਹਨਾਂ ਨੂੰ ਦਿੱਤੇ ਨੇ, 1:12 ਤੋਂ 1:17 ਤੇ ਹੁਣ 1:17 ਤੋਂ 1:22 ਤੱਕ ਜਿੰਨੀ ਸਿਮ ਦਾ ਸਮਾਂ। ਜਿੰਨੀ ਜੀ ਤੁਹਾਡਾ ਸਵਾਗਤ। ਸਤਿ ਸ੍ਰੀ ਅਕਾਲ ਜੀ। ਹਾਂਜੀ, ਟੈਕਸੀ ਇੰਡਸਟਰੀ ਦੀ ਗੱਲਬਾਤ ਮੈਂ ਕਰ ਰਿਹਾ ਸੀ ਕਿ ਤੁਸੀਂ ਵੀ ਸੁਣ ਰਹੇ ਸੀ। ਡਾਕਟਰ ਚੀਮਾ ਦੱਸ ਕੇ ਗਏ ਨੇ ਵੀ ਸਾਡਾ ਸਟੈਂਡ ਇਹ ਆ ਵੀ ਹੁਣ ਅਸੀਂ ਕਲਾਸ 4 ਤੇ ਲੈਵਲ ਪਲੇਇੰਗ ਫੀਲਡ ਉਹ ਕਰਾਂਗੇ, ਤੇ ਤੁਸੀਂ ਤੁਹਾਡੇ ਵੱਲੋਂ, ਤੁਹਾਡੀ ਪਾਰਟੀ ਵੱਲੋਂ ਜਿਹੜਾ ਟੈਕਸੀ ਇੰਡਸਟਰੀ ਲਈ ਕੀ ਹੈ? ਦੇਖੋ, ਪਹਿਲਾਂ ਤਾਂ ਮੈਂ ਇਹ ਕਹੂੰਗੀ ਵੀ ਅੱਜ ਤੱਕ ਮੈਂ ਕੋਈ ਪ੍ਰੈਸ ਰਿਲੀਜ਼ ਨਹੀਂ ਦੇਖੀ, ਨਾ ਮੈਂ ਦੇਖੀ ਆ ਕੁਝ ਪਲੇਟਫਾਰਮ ਦੇ ਵਿੱਚ ਵੀ ਲਿਬਰਲ ਨੇ ਆਪਣਾ ਸਟੈਂਡ ਟੈਕਸੀ ਇੰਡਸਟਰੀ ਲਈ ਬਦਲ ਲਿਆ ਆ। ਸਿਰਫ ਅਪੋਨੈਂਟ ਕੋਲੋਂ ਹੀ ਸੁਣਿਆ ਆ ਕਿ ਇਸ 2 ਦਿਨ ਹੋ ਗਏ ਆ ਜਿਹੜਾ ਮਿਸਟਰ ਜੋਲ ਜਿਹੜਾ ਖੜਾ ਆ ਕੁਈਨਸਬਰਗ ਵਿੱਚ ਬਹੁਤ ਵੱਡਾ ਸਪੋਕਸਮੈਨ ਰਿਹਾ ਆ ਟੈਕਸੀ ਰਾਈਡ ਹੇਲਿੰਗ ਲਈ, ਤੇ ਸਦਾ ਹੀ ਟੈਕਸੀ ਇੰਡਸਟਰੀ ਤੇ ਵਾਰ ਵੀ ਕਰਦਾ ਰਿਹਾ ਆ। ਉਹ ਤਾਂ ਹਾਲੇ ਵੀ ਕਹਿੰਦਾ ਆ ਵੀ ਉਹ ਚੈਂਪੀਅਨ ਹੈਗਾ ਆ ਮੂਵ ਟੂ ਰਾਈਡ ਹੇਲਿੰਗ as part of a regional transportation plan. So ਇਸ ਵਕਤ ਕਈ ਕੈਂਡੀਡੇਟ ਇੱਕ ਗੱਲ ਕਹਿੰਦੇ ਆ ਤੇ ਇੱਥੇ ਸਰੀ ਦੇ ਵਿੱਚ ਇੱਕ ਕੈਂਡੀਡੇਟ ਬਹੁਤ ਹੀ ਡਿਫਰੈਂਟ ਗੱਲ ਕਹਿੰਦਾ ਆ ਦੂਸਰੇ ਕੈਂਡੀਡੇਟ ਨਾਲੋਂ। ਅਸੀਂ ਤਾਂ ਇਹੀ ਕਹਾਂਗੇ ਵੀ ਜਦੋਂ 2017 ਦੇ ਵਿੱਚ ਸਾਡੀ ਕਮਿਟਮੈਂਟ ਸੀਗੀ ਟੈਕਸੀ ਇੰਡਸਟਰੀ ਦੇ ਨਾਲ ਫॉर a level playing field, ਕਲਾਸ 4 ਦੀ ਕਮਿਟਮੈਂਟ ਸੀਗੀ ਉਹ ਅਸੀਂ ਪੂਰੀ ਕੀਤੀ ਆ। ਹੁਣ ਇਹ ਕਹਿੰਦੇ ਗਾਂ ਪੂਰੀ ਕਰਨਗੇ, ਪਰ ਇਹ ਤਾਂ ਅੱਗੇ ਹੀ ਪੂਰੀ ਹੋ ਗਈ ਆ। ਇੰਸ਼ੋਰੈਂਸ ਜਿਹੜਾ ਸੀਗਾ ਉਹਦੇ ਵਿੱਚ ਬਹੁਤ ਸਾਰਾ ਕੰਮ ਹੋ ਗਿਆ ਆ ਤੇ ਜਿਹੜਾ ਥੋੜਾ ਰਹਿ ਗਿਆ ਉਹ ਗਾਂ ਕੰਮ ਹੋ ਰਿਹਾ ਆ। ਤੇ ਜਦੋਂ ਅਸੀਂ ਸੋਚੀਏ ਕ੍ਰਿਮੀਨਲ ਰੈਕੋਰਡ ਚੈੱਕ ਉਹ ਵੀ ਹੋ ਗਏ ਆ। ਜਿਹੜੀ ਬਾਉਂਡਰੀ ਦੀ ਗੱਲ ਆ ਜਾਂਦੀ ਆ ਉਹ ਜਦੋਂ ਡੇਟਾ ਕਲੈਕਟ ਹੋ ਜਾਊਗਾ ਉਦੋਂ ਉਹ ਵੀ ਹੋ ਜਾਣਗੇ, ਤੇ ਨਾਲ ਹੀ ਜਦੋਂ ਕੈਪ ਦੀ ਵੀ ਉਦੋਂ ਹੀ ਹੋਣੀ ਆ ਜਦੋਂ ਥੋੜਾ ਡੇਟਾ ਕਲੈਕਟ ਹੋ ਜਾਊਗਾ। ਇਹਦੇ ਕੋਵਿਡ ਕਰਕੇ ਥੋੜਾ ਕੁਝ ਇੰਟਰਫੇਰੈਂਸ ਹੋ ਗਈ ਸੀਗੀ, ਪਰ ਮੈਨੂੰ ਤਾਂ ਹੈਰਾਨਗੀ ਦੀ ਇਹ ਗੱਲ ਹੈਗੀ ਆ ਵੀ ਜਿਹੜੀ ਪਾਰਟੀ
ਰਾਤ ਦਿਨ ਟੈਕਸੀ ਇੰਡਸਟਰੀ ਤੇ ਇੰਨੇ ਵੱਡੇ ਵਾਰ ਕਰਦੀ ਰਹੀ। ਉਹਨਾਂ ਨੂੰ ਇਲੈਕਸ਼ਨ ਵੋਟਾਂ ਪੈਣ ਤੋਂ ਇੱਕ ਹਫ਼ਤਾ ਪਹਿਲਾਂ ਆਹ ਸਟੇਟਮੈਂਟ ਕਰਦੇ ਆ, ਪਰ ਉਹਦੇ ਵਿੱਚ ਵੀ ਬਹੁਤ ਸਾਰਾ ਕਨਫਿਊਜ਼ਨ ਹੈਗਾ ਆ ਕਰਕੇ ਇੱਕ MLA ਬ੍ਰਿਜ ਤੋਂ ਦੂਸਰੇ ਪਾਸੇ ਇੱਕ ਗੱਲ ਕਹਿੰਦਾ ਆ, ਇੱਧਰਲੇ ਪਾਸੇ ਸਰੀ ਦੇ ਵਿੱਚ ਹੋਰ ਗੱਲ ਕਹੀ ਜਾਂਦੀ ਆ। ਇਹ ਤਾਂ ਦੇਖੋ ਵੀ ਆਪਾਂ ਨੂੰ ਦੇਖਣਾ ਪੈਣਾ ਕਿ ਪਿਛਲੇ 3.5 ਸਾਲਾਂ ਦੇ ਵਿੱਚ ਕੀ ਕੁਛ ਕੀਤਾ ਆ ਤੇ ਹੁਣ ਜਿਹੜੇ ਵੀ ਗਾਂ ਦੇ ਵਾਅਦੇ ਵੀ ਕਰਕੇ ਗਏ ਆ। ਮੈਂ ਤਾਂ ਇੱਕੋ ਹੀ ਗੱਲ ਕਹੂੰਗੀ ਵੀ ਅਸੀਂ ਅੱਜ ਵੀ ਟੈਕਸੀ ਇੰਡਸਟਰੀ ਨਾਲ ਬੈਠ ਕੇ ਗੱਲਬਾਤ ਕਰਦੇ ਆ, ਅੱਗੇ ਵੀ ਕੀਤੀ ਆ ਤੇ ਗਾਂ ਵੀ ਜਿਹੜੇ ਸੋਲੂਸ਼ਨ ਟੋਲਣੇ ਆ ਉਹਨਾਂ ਦੇ ਨਾਲ ਰਲ ਮਿਲ ਕੇ ਸੋਲੂਸ਼ਨ ਟੋਲਾਂਗੇ ਤੇ ਜਿਹੜੀਆਂ ਚੈਲੰਜਸ ਟੈਕਸੀ ਇੰਡਸਟਰੀ ਨੂੰ ਆ ਰਹੀਆਂ ਆ ਉਹਨਾਂ ਦਾ ਸਾਹਮਣਾ ਵੀ ਅਸੀਂ ਉਹਨਾਂ ਦੇ ਨਾਲ ਖੜੇ ਹੋ ਕੇ ਤੇ ਪੂਰੀ ਤਰ੍ਹਾਂ ਕੋਸ਼ਿਸ਼ ਕਰਾਂਗੇ ਉਹਨਾਂ ਦਾ ਸਾਹਮਣਾ ਕਰਨ ਨੂੰ। ਕੋਵਿਡ ਨੇ ਬਹੁਤ ਸਾਰਾ ਪ੍ਰੈਸ਼ਰ ਪਾ ਦਿੱਤਾ ਆ ਟੈਕਸੀ ਇੰਡਸਟਰੀ ਤੇ ਵੀ ਬਾਕੀਆਂ ਤੇ ਵੀ, ਉਹਨਾਂ ਲਈ ਅਸਿਸਟੈਂਸ ਹੈਗੀ ਆ ਥਰੂ ਦ ਰੈਗੂਲਰ ਰੂਲ। ਬਾਕੀ ਜਿਹੜੇ ਵੀ ਆਪਾਂ ਨੂੰ ਸੋਚਣਾ ਪੈਣਾ ਜਦੋਂ ਰਾਈਡ ਹੇਲਿੰਗ ਦਾ ਸੋਚੀਦਾ ਆ, ਟੈਕਸੀ ਇੰਡਸਟਰੀ ਦਾ ਸੋਚੀਦਾ ਆ, ਸਾਡੀ ਪਾਰਟੀ ਦੀ ਪਾਲਿਸੀ ਹੈਗੀ ਆ ਟੂ ਪ੍ਰੋਟੈਕਟ ਗੁੱਡ ਪੇਇੰਗ ਜੌਬ ਐਂਡ ਸਮਾਲ ਐਂਡ ਮੀਡੀਅਮ ਸਾਈਜ਼ ਬਿਜ਼ਨੈਸਸ। ਅਸੀਂ ਉਹ ਕਰ ਰਹੇ ਹਾਂ। ਲਿਬਰਲ ਪਾਰਟੀ ਉਹੋ ਹੀ ਹੈ ਜਦੋਂ ਕਹਿੰਦੇ ਸੀਗੇ, ਇੱਕ ਵਾਰੀ ਕਿਹਾ ਆ, ਪਿਛਲੇ ਮਹੀਨੇ ਵੀ ਕਿਹਾ ਆ, 2-3 ਹਫ਼ਤੇ ਪਹਿਲਾਂ ਵੀ ਕਿਹਾ ਆ, ਰਾਈਡ ਹੇਲਿੰਗ ਵਿਦਆਊਟ ਐਨੀ ਰੈਗੂਲੇਸ਼ਨ। ਜੇ ਰਾਈਡ ਹੇਲਿੰਗ ਆ ਗਈ ਵਿਦਆਊਟ ਰੈਗੂਲੇਸ਼ਨ, ਜੇ ਲਿਬਰਲ ਜਿੱਤ ਗਏ ਫਿਰ ਟੈਕਸੀ ਇੰਡਸਟਰੀ ਤੇ ਬਹੁਤ ਹੀ ਵੱਡਾ ਜਿਹਦਾ ਖਤਰਾ ਪੈ ਜਾਣਾ ਆ। ਤੇ ਸਾਡਾ ਵਾਅਦਾ ਟੈਕਸੀ ਇੰਡਸਟਰੀ ਦੇ ਨਾਲ ਹੈਗਾ ਆ, ਹਰੇਕ ਕੰਪਨੀ ਦੇ ਨਾਲ, ਇੱਕ ਕੰਪਨੀ ਦੇ ਨਾਲ ਨਹੀਂ, ਵਿਦ ਐਵਰੀ ਕੰਪਨੀ ਵੀ ਅਸੀਂ ਰਲ ਮਿਲ ਕੇ ਉਹਨਾਂ ਦੇ ਸਾਥ ਖੜੇ ਰਹੇ ਹਾਂ, ਗਾਂ ਵੀ ਸਾਥ ਹੀ ਖੜੇ ਰਵਾਂਗੇ। ਜੀ, 2 ਸਵਾਲ ਜਿਹੜੇ ਪੁੱਛੇ ਸੀ, ਕੰਪਨਸੇਸ਼ਨ ਦੀ ਗੱਲ ਜਿਹਨਾਂ ਦੀ ਵੈਲਿਊ ਲੂਜ਼ ਹੋਈ ਹੈ ਤੇ ਦੂਸਰਾ ਜਿਹੜਾ ਮੀਟਰ ਉਹਨਾਂ ਦਾ ਜਦੋਂ ਟ੍ਰਿਪ ਡਿਸਪੈਚ ਹੋ ਜਾਂਦਾ ਹੈ, ਪਿਕ ਕਰਨ ਜਾਂਦੇ ਨੇ, ਜਦੋਂ ਹੀ ਉਹਨਾਂ ਦੀ ਪਰ ਕਿਲੋਮੀਟਰ ਖਰਚਾ ਸ਼ੁਰੂ ਹੋ ਜਾਂਦਾ ਟੈਕਸੀ ਦਾ, ਜਿਹੜਾ ਕਿ ਹੋਣਾ ਚਾਹੀਦਾ ਜਦ ਪੈਸੇਂਜਰ ਗੱਡੀ 'ਚ ਬੈਠ ਗਿਆ, ਉਹਦੇ ਬਾਰੇ ਕੀ ਕਹਿੰਦੇ ਹੋ? ਥੈਂਕ ਯੂ ਵੈਰੀ ਮਚ। ਇਹ ਬਹੁਤ ਵਧੀਆ ਕੁਐਸਚਨ ਤੁਸੀਂ ਮੋਰੇ ਰੱਖੇ ਆ। ਜਿਹੜਾ ਆਖਰੀ ਕੁਐਸਚਨ ਆ, ਉਹ ਐਪ ਜਿਹੜਾ ਹੈਗਾ ਆ ਟੈਕਸੀ ਇੰਡਸਟਰੀ ਨਹੀਂ ਵਰਤਦੀ, ਜਿਹੜੀ ਰਾਈਡ ਹੇਲਿੰਗ ਵਰਤਦੀ ਆ, ਉਹ ਜਦੋਂ ਆਰਡਰ ਕਰਦੇ ਆ ਉਹਨਾਂ ਦੇ ਕੋਲ ਹੁੰਦਾ ਆ ਮਾਸਟਰ ਕਾਰਡ ਜਾਂ ਵੀਜ਼ਾ। ਉਹ ਫਿਰ $5 ਲਾ ਲੈਂਦੇ ਆ ਵੀ ਅਸੀਂ ਹੁਣ ਡਿਡਕਟ ਕਰ ਲੈਂਦੇ ਆ ਵੀ ਸਾਨੂੰ ਖੋਲ ਕਰਨ ਤੇ ਵੀ ਸਾਡਾ ਟਾਈਮ ਵੇਸਟ ਹੋਇਆ। ਟੈਕਸੀ ਇੰਡਸਟਰੀ ਨੂੰ ਵੀ ਇਦਾਂ ਦਾ ਕੋਈ ਜਾਂ ਐਪ ਤੇ ਜਾਂ ਹੋਰ ਕੋਈ ਅਸੀਂ ਇਹਨਾਂ ਦੇ ਨਾਲ ਗੱਲਬਾਤ ਬੈਠ ਕੇ ਕਰਦੇ ਆ ਟੇਬਲ ਤੇ, ਹੋਰ ਕਿਸ ਤਰੀਕੇ ਦੇ ਨਾਲ ਉਹ ਐਡਜਸਟਮੈਂਟ ਹੋ ਸਕਦੀ ਆ। ਜਿਹੜੀ ਪਹਿਲੀ ਤੁਸੀਂ ਗੱਲ ਕਹੀ ਸੀਗੀ ਉਹ ਮੈਨੂੰ ਫਿਰ ਇੱਕ ਵਾਰੀ ਫਿਰ ਪੁੱਛ ਲਿਓ। ਉਹ ਜੀ ਕੰਪਨਸੇਸ਼ਨ ਦੀ ਗੱਲ ਹੈ ਕੁਬੈਕ ਦੇ ਵਿੱਚ ਜਾਂ ਟੈਕਸੀ ਇੰਡਸਟਰੀ ਅਬੋਲਿਸ਼ ਹੋਇਆ ਸੀਗਾ, ਕਿਉਂਕਿ ਉੱਥੇ ਤਾਂ ਟੈਕਸੀ ਇੰਡਸਟਰੀ ਹੀ ਵਾਈਪ ਆਊਟ ਹੋ ਗਈ ਸੀਗੀ। ਇੱਥੇ ਅੱਗੇ ਵੀ ਅਸੀਂ ਟੈਕਸੀ ਇੰਡਸਟਰੀ ਦੇ ਨਾਲ ਜਦੋਂ ਗੱਲ ਹੋਈ ਸੀਗੀ, these are the kind of things you sit down and negotiate and work out collaboratively, ਬੈਠ ਕੇ ਗੱਲ ਕਰਨ ਨੂੰ ਤਿਆਰ ਆ ਹਰੇਕ ਮੁੱਦੇ ਤੇ, ਕਰਕੇ ਸਾਨੂੰ ਪਤਾ ਟੈਕਸੀ ਇੰਡਸਟਰੀ ਬਹੁਤ ਹੀ ਇੰਪੋਰਟੈਂਟ ਹੈਗੀ ਆ ਸਾਡੀ ਕਮਿਊਨਿਟੀ ਦੇ ਵਿੱਚ ਵੀ ਤੇ ਸਾਡੇ ਸਮਾਜ ਵਿੱਚ ਵੀ। ਇਸ ਕਰਕੇ ਅਸੀਂ ਇਹਨਾਂ ਦੇ ਨਾਲ ਅੱਗੇ ਵੀ ਖੜੇ ਆ, ਗਾਂ ਵੀ ਖੜੇ ਰਵਾਂਗੇ ਤੇ ਇਹਨਾਂ ਦੇ ਨਾਲ ਰਲ ਮਿਲ ਕੇ ਕੰਮ ਕਰਾਂਗੇ। ਅਸੀਂ ਇਹ ਨਹੀਂ ਕਰਨਾ ਵੀ 3 ਸਾਲ ਪਿਛਲੇ 6 ਸਾਲ ਹੋਰ ਗੱਲ ਕਹਿੰਦੇ ਰਹੇ, ਐਂਡ ਤੇ ਆ ਕੇ ਜਦੋਂ ਇਲੈਕਸ਼ਨ ਦਾ ਟਾਈਮ ਆ ਗਿਆ ਨਹੀਂ, ਅਸੀਂ ਬਿਲਕੁਲ ਵੱਧ ਜਾਣਾ ਆ। ਇੱਕ ਇੰਗਲਿਸ਼ ਵਿੱਚ ਕਹਾਵਤ ਹੈਗੀ ਆ ਵੀ a leopard does not change its spots। ਇਸ ਕਰਕੇ please be wary of those who will try to sell you snake oil at the last minute। ਜੀ, ਧੰਨਵਾਦ ਬਹੁਤ ਬਹੁਤ। ਥੈਂਕ ਯੂ ਜੀ। ਥੈਂਕ ਯੂ। ਦੋਨੇ ਕੈਂਡੀਡੇਟ ਸਰੀ ਪੈਨੋਰਾਮਾ ਰਿਜ ਦੇ ਗੱਲ ਸੁਨੇਹਾ ਦੇ ਕੇ ਗਏ ਨੇ ਤੇ ਬਈ ਕੀ ਉਹ ਕਰਨਗੇ। 5-5 ਮਿੰਟ ਦੋਨਾਂ ਨੂੰ ਦਿੱਤਾ ਹੈ, ਡਾਕਟਰ ਚੀਮੇ ਹੋਣਾ ਨੂੰ ਤੇ ਜਿਨੀ ਸਿੰਮਜ਼ ਨੂੰ। ਦੋਨਾਂ ਨੇ ਆਪਣਾ ਪਲੇਟਫਾਰਮ ਦੱਸਿਆ। ਜਿਨੀ ਸਿੰਮਜ਼ ਨੇ ਇਹ ਗੱਲ ਕੀਤੀ ਕਿ 2016 ਤੋਂ 15 ਤੋਂ ਦੇਖੋ, ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਲਿਬਰਲ ਨੇ ਬਿਲਕੁਲ ਇਹਦੇ ਹੱਕ 'ਚ ਗੱਲ ਕੀਤੀ, ਅਨਕੰਡੀਸ਼ਨਲ ਲਿਆਉਣ ਦੀ ਗੱਲ। ਜੈਸ ਜੌਹਲ ਦੀ ਉਹਨਾਂ ਨੇ ਗੱਲ ਕੀਤੀ, 올ਡ ਬੈਂਡੇਜ ਦੇ ਨਾਲ ਉਹ ਤਸ਼ਵੀਹ ਦਿੰਦਾ ਰਿਹਾ ਟੈਕਸੀ ਇੰਡਸਟਰੀ ਨੂੰ। ਜਦ ਵੀ ਉਹ ਬੋਲਿਆ, ਈਵਨ ਕਮਿਊਨਿਟੀ ਦੇ ਖਿਲਾਫ ਵੀ ਬੋਲਿਆ, ਕਦੇ ਚਮਚੇ ਕਹਿਤਾ, ਕਦੇ ਕੁਛ ਕਹਿਤਾ। ਇੱਕ ਜਰਨਲਿਸਟ ਜਿਹੜਾ ਕਮਿਊਨਿਟੀ ਦਾ ਪਹਿਲਿਆਂ ਜਰਨਲਿਸਟਾਂ ਚੋਂ, ਉਹਦਾ ਇਹੋ ਜਿਹਾ ਵਿਊ ਕਮਿਊਨਿਟੀ ਦੇ ਬਾਰੇ ਹੈ, ਇਹ ਤਾਂ ਸਾਰਿਆਂ ਨੂੰ ਤੁਹਾਨੂੰ ਪਤਾ ਹੈ। ਉਸ ਤੋਂ ਬਾਅਦ ਹੁਣ ਇੱਕ ਵੀਕ ਜਿੰਨੀ ਉਹਨਾਂ ਦਾ ਜਿਹੜਾ ਕਹਿਣਾ, ਡਾਕਟਰ ਚੀਮੇ ਹੋਣੀ ਕਹਿੰਦੇ ਨੇ ਅਸੀਂ ਬਰਾਬਰਤਾ ਦਾ ਗੱਲ ਕਰਾਂਗੇ, ਜਿੰਨੀ ਉਹਨਾਂ ਨੇ ਸੁਣਿਆ ਜਾਂ ਪੰਜਾਬੀ ਚੋਂ ਕਹਿੰਦੇ 1 ਹਫ਼ਤਾ ਪਹਿਲਾਂ। ਹੁਣ ਕੀ ਹੋ ਗਿਆ?
ਕਿ ਹੁਣ ਟੈਕਸੀ ਇੰਡਸਟਰੀ ਦੇ ਨਾਲ ਬਹੁਤ ਵੱਡੀ ਸ਼ਿਫਟ ਹੈ ਜੇ BC ਲਿਬਰਲ ਦੀ ਦੇਖੀਏ ਤੇ ਜੇ 2018 ਦਾ ਵੀ ਬਿੱਲ ਦੇਖੀਏ ਜਿਹੜਾ ਸਟੱਡੀ ਦਾ ਜਿਹੜਾ ਕ੍ਰਿਟਿਕ ਹੈ ਟਰਾਂਸਪੋਰਟੇਸ਼ਨ ਉਹ ਕਹਿੰਦੇ ਸੇਮ ਹੀ ਬਿੱਲ ਮੈਂ ਲੈ ਕੇ ਆਇਆ ਸੇਮ ਹੀ ਕੋਈ ਬਾਉਂਡਰੀ ਨਹੀਂ ਕੋਈ ਫੇਅਰ ਦਾ ਕੈਪ ਨਹੀਂ ਕੋਈ ਟੈਕਸੀ ਕਿੰਨੀਆਂ ਆਉਣੇ ਉਹਦਾ ਕੈਪ ਨਹੀਂ ਸੋ ਦੋਨਾਂ ਨੇ ਆਪਣੀ ਆਪਣੀ ਗੱਲ ਕੀਤੀ ਤੇ ਬਾਕੀ ਫੈਸਲਾ ਵੋਟਰਾਂ ਦਾ ਵੀ ਉਹਨਾਂ ਨੇ ਕਿਵੇਂ ਵੋਟ ਪਾਉਣੀ ਹੈ ਕਿਹਨੂੰ ਵੋਟ ਪਾਉਣੀ ਸਤਨਾਮ ਸਿੰਘ ਉਹਨਾਂ ਨਾਲ ਮੈਂ ਕੋਸ਼ਿਸ਼ ਕਰ ਰਿਹਾ ਜੇ ਗੱਲ ਹੋ ਗਈ ਦੂਸਰਾ ਮੈਂ ਤੁਸੀਂ ਸੁਣ ਲਿਆ ਮੇਰੇ ਨਾਲ ਸਤਨਾਮ ਸਿੰਘ ਉਹਨਾਂ ਨਾਲ ਕੰਟੈਕਟ ਹੋ ਗਿਆ ਜਿਹੜੇ ਵੈਨਕੂਵਰ ਟੈਕਸੀ ਐਸੋਸੀਏਸ਼ਨ ਦੇ ਪ੍ਰੈਜ਼ੀਡੈਂਟ ਨੇ ਸਤਨਾਮ ਸਿੰਘ ਜੀ ਸਵਾਗਤ ਸਤਿ ਸ਼੍ਰੀ ਅਕਾਲ ਗਿਆ ਸਰ ਤੁਹਾਨੂੰ ਤੇ ਤੁਹਾਡੇ ਸਾਰੇ ਲਿਸਨਰ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਇੱਕ ਵਾਰੀ ਫਿਰ ਧੰਨਵਾਦ ਤੁਹਾਡਾ ਤਾਂ ਸ਼ੇਰੇ ਪੰਜਾਬ ਰੇਡੀਓ ਦਾ ਸਮਾਂ ਦੇਣ ਦੇ ਲਈ ਧੰਨਵਾਦ ਵੀਰ ਜੀ ਮੈਂ ਦੋਨੇ ਪੈਨੋਰਾਮਾ ਰਿਜ ਦੇ ਉਮੀਦਵਾਰ ਡਾਕਟਰ ਗੁਲਜ਼ਾਰ ਚੀਮਾ ਤੇ ਜਿਨੀ ਸਿਮਜ਼ ਨਾਲ ਗੱਲ ਕਰ ਰਿਹਾ ਸੀ ਡਾਕਟਰ ਗੁਲਜ਼ਾਰ ਚੀਮਾ ਉਹਨਾਂ ਨੇ ਕਿਹਾ ਵੀ ਅਸੀਂ ਹੁਣ ਲੈਵਲ ਪਲੇਇੰਗ ਫੀਲਡ ਕਰਾਂਗੇ ਤੇ ਅਸੀਂ ਹੁਣ ਕਲਾਸ 4 ਦਾ ਕਰਾਂਗੇ ਤੇ ਜਿਹੜਾ ਕੁਝ ਲੈਵਲ ਪਲੇਇੰਗ ਫੀਲਡ 'ਚ ਹੁੰਦਾ ਉਬਰ ਦੇ ਨਾਲ ਟੈਕਸੀ ਇੰਡਸਟਰੀ ਦਾ ਖਿਆਲ ਰੱਖਾਂਗੇ ਟੈਕਸੀ ਇੰਡਸਟਰੀ ਨੇ COVID-19 ਦੇ ਵਿੱਚ ਕਰਕੇ ਬਹੁਤ ਲੂਜ਼ ਕੀਤਾ ਕੰਮ ਉਹਨਾਂ ਨੂੰ ਬਰਾਬਰ ਰੱਖਾਂਗੇ NDP ਨੇ ਜਿਹੜਾ ਕੀਤਾ ਉਹ ਤੁਹਾਡੇ ਸਾਹਮਣੇ ਹੀ ਹੈ ਜਿਹੜਾ ਉਹਨਾਂ ਨੇ ਕੰਮ ਕੀਤਾ ਉਹ ਤਾਂ ਪਤਾ ਹੀ ਹੈ ਕਿਉਂਕਿ ਲਿਬਰਲ ਨੇ ਪਹਿਲਾਂ ਕੋਈ ਇਹੋ ਜਿਹਾ ਪਲੇਟਫਾਰਮ ਨਹੀਂ ਸੀ ਹੁਣ ਉਹਨਾਂ ਨੇ ਦਿੱਤਾ ਤੇ ਮੈਂ ਉਹਨਾਂ ਨੂੰ ਦੋਨਾਂ ਨੂੰ 2 ਸਵਾਲ ਪੁੱਛੇ ਨੇ ਇੱਕ ਸਵਾਲ ਪੁੱਛਿਆ ਸੀ ਵੀ ਜਿਹੜਾ ਕੰਪਨਸੇਸ਼ਨ ਕੁਬੈਕ ਦੇ ਵਿੱਚ ਹੋ ਰਹੀ ਹੈ ਕੁਬੈਕ ਸਿਟੀ ਦੇ ਵਿੱਚ ਜਦ ਟੈਕਸੀ ਅਬੋਲਿਸ਼ ਕਰ ਦਿੱਤੀ ਇੱਥੇ ਵੀ ਕੀਮਤਾਂ ਜਿਹੜੀਆਂ ਮਿੱਟੀ ਤੇ ਆ ਗਈਆਂ 2-2 ਲੱਖ ਦੀ ਟੈਕਸੀ 2.5 ਲੱਖ ਦੀ 3 ਲੱਖ ਦੀ ਸਰਡਲ ਦੇ ਵਿੱਚ ਮੈਂ ਵਿਕਦੀ ਦੇਖੀ ਹੈ ਇੱਕ ਮੈਂ ਪਰਸੋਂ ਮਿਲਿਆ ਇੱਥੇ ਇੱਕ ਓਨਰ ਨੂੰ ਸੰਧੂ ਸਾਹਿਬ ਸੀ ਬਲਰਾਜ ਹੋਣੀ ਭਾਊ ਉਹਨਾਂ ਨੂੰ ਕਹਿੰਦੇ ਸੀ ਉਹ ਕਹਿੰਦੇ ਮੈਂ 15,000 ਦੀ ਟੈਕਸੀ ਵੇਚੀ ਹੈ ਸੋ 3 ਲੱਖ ਤੋਂ 15,000 ਹੋ ਗਈ ਤੇ ਇਹ ਦੋਨੇ ਸਵਾਲ ਪੁੱਛੇ ਪਹਿਲੇ ਸਵਾਲ ਦੇ ਬਾਰੇ ਦੋਨਾਂ ਨੇ ਜਿਹੜੀ ਉਹ ਗੱਲ ਨਹੀਂ ਦੱਸੀ ਕੋਈ ਕਹਿੰਦੇ ਡਾਕਟਰ ਚੀਮਾ ਨੇ ਕਿਹਾ ਵੀ ਜਦ ਸਮਾਂ ਆਊਗਾ ਅਸੀਂ ਮੇਰੇ ਕੋਲ ਸਟੱਡੀ ਹੈ ਨਹੀਂ ਉਹਦੇ ਬਾਰੇ ਮੈਂ ਪਤਾ ਕਰੂੰ ਜਿੰਨੀ ਉਹਨਾਂ ਨੇ ਕਿਹਾ ਵੀ ਉਹਦੇ ਤੇ ਜਿਹੜਾ ਕੁਬੈਕ ਦੇ ਵਿੱਚ ਹੋਇਆ ਉੱਥੇ ਦਾ ਤੇ ਇੱਥੇ ਦਾ ਅਲੱਗ ਹੈ ਪਰ ਅਸੀਂ ਇਹਨੂੰ ਕੰਸੀਡਰ ਕਰਾਂਗੇ ਇੰਸ਼ੋਰੈਂਸ ਵਾਲੀ ਗੱਲ ਹੈ ਜਿਹੜੀ ਡਾਕਟਰ ਚੀਮਾ ਉਹਨਾਂ ਨੇ ਇਹ ਕਿਹਾ ਕਿ ਮੈਂ ਇਹ ਜਿਸ ਤਰ੍ਹਾਂ ਹੋਏਗਾ ਬਰਾਬਰ ਹੋਏਗਾ ਤੇ ਜਿੰਨੀ ਉਹਨਾਂ ਨੇ ਇਹ ਕਿਹਾ ਵੀ ਉਹਨਾਂ ਦਾ ਉਬਰ ਦਾ ਕ੍ਰੈਡਿਟ ਕਾਰਡ ਹੁੰਦਾ ਉਹਨਾਂ ਕੋਲੇ ਦੇ ਲਈ $5 ਜੇ ਨੋ ਸ਼ੋ ਆਫ ਹੋਵੇ ਉਹਨਾਂ ਨੂੰ ਮਿਲ ਜਾਂਦਾ ਟੈਕਸੀ ਵਾਲੇ ਨੂੰ ਕੁਝ ਨਹੀਂ ਮਿਲਦਾ ਸੋ ਇੰਸ਼ੋਰੈਂਸ ਆਨ ਹੋਣਾ ਚਾਹੀਦਾ ਮੀਟਰ ਦੇ ਨਾਲ ਜਿਹੜੀ ਮੇਰੀ ਮੰਗ ਸੀ ਹੁਣ ਦੋਨੇ ਪਾਰਟੀਆਂ ਦਾ ਪਲੇਟਫਾਰਮ ਤੁਹਾਡੇ ਕੋਲ ਆ ਤੁਸੀਂ ਵੈਨਕੂਵਰ ਟੈਕਸੀ ਐਸੋਸੀਏਸ਼ਨ ਦੇ ਪ੍ਰੈਜ਼ੀਡੈਂਟ ਹੋ ਤੁਸੀਂ ਇਹਦੇ 'ਚ ਕੀ ਕਹਿੰਦੇ ਹੋ ਗਿਲ ਸਰ ਸਭ ਤੋਂ ਪਹਿਲਾਂ ਤਾਂ ਮੈਂ ਦੋਹਾਂ ਜਿਹੜੇ ਕੈਂਡੀਡੇਟ ਰੇਡੀਓ ਤੇ ਪਹਿਲਾਂ ਆਪਣੇ ਵਿਚਾਰ ਦੇ ਕੇ ਗਏ ਉਹਨਾਂ ਦਾ ਤਹਿ ਦਿਲੋਂ ਥੈਂਕ ਯੂ ਕਰਦਾ ਵੀ ਉਹਨੇ ਆਪਣਾ ਐਕਸਪਲੇਨ ਪ੍ਰੋਪਰਲੀ ਕਰਕੇ ਗਿਆ ਵੀ ਉਹ ਕਰ ਕੀ ਰਿਹਾ ਤੇ ਦੂਜੀ ਗੱਲ ਰਹੀ ਤੁਸੀਂ ਜਿਹੜੀ ਹੁਣ ਇੰਸ਼ੋਰੈਂਸ ਦੀ ਹੁਣੇ ਗੱਲ ਕਰਕੇ ਹਟੇ ਆ ਇੰਸ਼ੋਰੈਂਸ ਜਿਸ ਲਈ ਅਸੀਂ ਟ੍ਰਿਪ ਗਿਲ ਸਾਹਿਬ ਤੁਸੀਂ ਬਹੁਤ ਚੰਗੇ ਤਰੀਕੇ ਨਾਲ ਐਕਸਪਲੇਨ ਕਰ ਹਟੇ ਆ ਪਹਿਲਾਂ ਪਰ ਜਿਸ ਲਈ ਅਸੀਂ ਟ੍ਰਿਪ ਚੱਕਣ ਜਾਂਦੇ ਆ ਉਹ ਟ੍ਰਿਪ ਦੇ ਜਿਹੜੇ ਚੱਕਣ ਦੇ ਸਾਡੀ ਮਾਈਲੇਜ ਉੱਥੋਂ ਸਟਾਰਟ ਹੋ ਜਾਂਦੀ ਆ ਜੇ ਸਾਡਾ ਕੋਈ ਨੋਟ ਸ਼ੋ ਹੋ ਜਾਂਦਾ ਫਿਰ ਉਹ ਸਾਨੂੰ ਉਹਦੇ ਵੀ ਪੇ ਕਰਨੇ ਪੈਂਦੇ ਆ ਪਰ ਦੂਜੇ ਪਾਸੇ ਜਿਹੜੀ ਰਾਈਡ ਸ਼ੇਅਰ ਆ ਕਿਉਂਕਿ ਉਹਨਾਂ ਦਾ ਪ੍ਰੀਪੇਡ ਹੁੰਦਾ ਉਹ ਸਾਰਾ ਕੁਝ ਪ੍ਰੀ ਅਰੇਂਜ ਰਾਈਡ ਹੁੰਦੀ ਆ ਉਹਦੇ ਵਿੱਚ ਉਹਨਾਂ ਦਾ ਕ੍ਰੈਡਿਟ ਕਾਰਡ ਉਬਰ ਵਾਲਿਆਂ ਕੋਲ ਜਾਂ ਲਿਫਟ ਵਾਲਿਆਂ ਕੋਲ ਕਿਸੇ ਕੋਲ ਵੀ ਹੁੰਦਾ ਆ ਤੇ ਉਹ $5 ਨੋਟ ਸ਼ੋ ਦੇ ਉਹਨਾਂ ਨੂੰ ਆਟੋਮੈਟਿਕਲੀ ਚਾਰਜ ਕਰ ਲੈਂਦੇ ਬੇਸਿਕਲੀ ਫਿਰ ਜਿਹੜਾ ਨਾ ਤਾਂ ਰਾਈਡ ਸ਼ੇਅਰ ਨੂੰ ਜਾਂ ਜਿਹੜਾ ਉਬਰ ਦੇ ਡਰਾਈਵਰ ਨੂੰ ਉਹਨਾਂ ਨੂੰ ਕੋਈ ਪੱਲਿਓਂ ਪੇ ਨਹੀਂ ਕਰਨਾ ਪੈਂਦਾ ਉਹ ਜਿਹੜੀ ਇੰਸ਼ੋਰੈਂਸ ਦੀ ਟੈਪ ਆ ਉਹ $5 ਪੇ ਕਰ ਲੈਂਦੇ ਆ ਪਰ ਸਾਡੇ ਲਈ ਉਹ ਇਸ ਤਰ੍ਹਾਂ ਦੀ ਚੀਜ਼ ਨਹੀਂ ਹੈਗੀ ਕਿਉਂਕਿ ਅਸੀਂ ਕਸਟਮਰ ਨੂੰ ਚਾਰਜ ਨਹੀਂ ਕਰ ਸਕਦੇ ਐਡਵਾਂਸ ਦੇ ਵਿੱਚ ਅਨਲੈਸ ਸਾਡੇ ਕੋਲ ਵੀ ਜਿਹੜੀ ਪ੍ਰੀਪੇਡ ਐਪ ਹੋਵੇ ਜੇ ਅਸੀਂ ਉਹਨਾਂ ਨੂੰ ਇਦਾਂ ਦਾ ਕੋਈ ਚਾਰਜ ਕਰਦੇ ਸਾਡੇ ਕੋਲ ਤਾਂ ਕਲਾਇੰਟਲ ਹੋਣਾ ਹੈ ਹੀ ਬਹੁਤ ਘੱਟ ਹੈ ਵੀ ਅਸੀਂ ਤਾਂ ਹੋਰ ਉਹ ਵੀ ਲੂਜ਼ ਕਰ ਲਵਾਂਗੇ ਉਹਦੇ ਨਾਲ ਤੇ ਦੂਜੀ ਗੱਲ ਤੁਸੀਂ ਕੀਤੀ ਸੀ ਗਿਲ ਸਾਹਿਬ ਜਿਹੜੀ ਆਪਣੇ ਦੇਖੋ ਮੁਆਵਜ਼ਾ ਮਿਲਣਾ ਚਾਹੀਦਾ ਬਿਲਕੁਲ ਮਿਲਣਾ ਚਾਹੀਦਾ ਉਹ ਤੁਸੀਂ ਬਹੁਤ ਥੈਂਕ ਯੂ ਤੁਹਾਡਾ ਜਿਹੜਾ ਤੁਸੀਂ ਇਹ ਇਸ਼ੂ ਰੇਜ਼ ਕੀਤਾ ਮੈਂ ਤੁਹਾਡਾ ਥੈਂਕ ਯੂ ਕਰਦਾ ਬਹੁਤ ਦੇਖੋ ਜੇ ਕੋਈ ਵੀ ਸਰਕਾਰ ਦੇਖ ਲਓ ਕਿਤੇ ਵੀ ਦੇਖ ਲਓ ਜੇ ਕੋਈ ਕਿਸੇ ਇੰਡਸਟਰੀ ਨੂੰ ਖੋਰਾ ਲੱਗਾ ਆ ਉਹਨੀ ਗਵਰਨਮੈਂਟ ਨੇ ਉਹਨਾਂ ਦਾ ਹੱਥ ਜ਼ਰੂਰ ਫੜਿਆ ਆ ਕਿ ਹਾਂ ਵੀ ਅਸੀਂ ਤੁਹਾਨੂੰ ਸੋ ਮਚ ਮਨੀ ਹਰੇਕ ਈਚ ਟੈਕਸੀ ਜਾਂ ਕੋਈ ਵੀ ਚੀਜ਼ ਰੱਖ ਲਓ ਉਹਦੇ ਅਗੇਂਸਟ ਦੇਵਾਂਗੇ ਪਰ ਜਿਹੜਾ ਇੱਥੇ ਜਿਹੜੀ ਗੱਲ ਆਉਂਦੀ ਆ ਜੇ ਗਵਰਨਮੈਂਟ ਦੇ ਕੋਲ ਇਸ ਵੇਲੇ ਕੋਈ ਇਦਾਂ ਦਾ ਨਹੀਂ ਹੈਗਾ ਪਰ ਉਹ ਜੇ ਹੁਣ ਅਸੀਂ ਕੋਈ ਵੀ ਰਾਈਡ ਸ਼ੇਅਰ ਦੇ ਵਿੱਚ ਟ੍ਰਿਪ ਲੈਂਦਾ ਆ ਗਵਰਨਮੈਂਟ ਨੂੰ ਕੀ ਚਾਹੀਦਾ ਆ ਉਹ ਰਾਈਡ ਸ਼ੇਅਰ ਦੇ ਈਚ ਟ੍ਰਿਪ ਤੇ ਲੈਟਸ ਸੇ ਆਈ ਜਸਟ ਗਿਵ ਯੂ ਐਗਜ਼ਾਮਪਲ ਦਿੰਦਾ ਮੈਂ ਤੁਹਾਨੂੰ ਗਿਲ ਸਾਹਿਬ ਕਿ $1 ਜਾਂ $1.5 ਈਚ ਟ੍ਰਿਪ ਦਾ
ਉਹ ਮਨੀ ਡਾਇਵਰਟ ਕੀਤੀ ਜਾ ਸਕਦੀ ਹੈ ਟੈਕਸੀ ਇੰਡਸਟਰੀ ਦੀ ਨੂੰ। ਗਵਰਨਮੈਂਟ ਨੂੰ ਆਪਣੇ ਪੱਲਿਓਂ ਵੀ ਨਹੀਂ ਦੇਣੇ ਪੈਣੇ ਹੈਗੇ, ਪਰ ਉਹ ਜਿਹੜੀ ਟੈਕਸੀ ਇੰਡਸਟਰੀ ਨੂੰ ਇਹਨਾਂ ਖੋਰਾ ਲੱਗਾ ਹੈ ਕਿਉਂਕਿ ਬਿਜ਼ਨਸ ਤਾਂ ਸਾਰਾ ਟੈਕਸੀ ਇੰਡਸਟਰੀ ਦਾ ਗਿਆ ਹੈ ਨਾ, ਉਹ ਮਨੀ ਉਸ ਪੂਲ ਚੋਂ ਕੱਢ ਕੇ ਉਹ ਸਾਨੂੰ ਟੈਕਸੀ ਇੰਡਸਟਰੀ ਵੱਲ ਨੂੰ ਆਉਣੀ ਚਾਹੀਦੀ ਆ। ਤੇ ਬਾਕੀ ਦੂਜੀ ਗੱਲ ਤੁਸੀਂ ਕਰ ਰਹੇ ਸੀ ਲਿਬਰਲ ਦੇ ਪਲੇਟਫਾਰਮ ਦੀ, ਉਹ ਵੀ ਮੈਂ ਤੁਹਾਨੂੰ ਦੱਸ ਦਿੰਦਾ। ਅਸੀਂ ਪਹਿਲਾਂ ਲਿਬਰਲ ਦੇ ਨਾਲ ਅਪਰੋਚ ਕੀਤੀ ਹੈ ਜੀ, ਬਿਲਕੁਲ ਅਸੀਂ ਕੀਤੀ ਉਹਨਾਂ ਦੇ ਨਾਲ ਅਪਰੋਚ। ਅਸੀਂ ਉਹਨਾਂ ਨੂੰ ਆਪਣੀਆਂ ਡਿਮਾਂਡ ਦੱਸੀਆਂ ਸੀ ਵੀ ਸਾਡੀ ਆਹ ਡਿਮਾਂਡ ਆ, ਵੀ ਤੁਸੀਂ ਦੱਸੋ ਕੀ ਸਟੈਂਡ ਲੈਣੇ, ਵੀ ਸਾਨੂੰ ਕਿੱਥੇ ਖੜੇ ਆ, ਸਾਡੇ ਨਾਲ ਮੀਟਿੰਗ ਕਰੋ। ਅਸੀਂ 1-2 ਜਿਹੜੇ ਕੈਂਡੀਡੇਟ ਉਹਨਾਂ ਨੂੰ ਆਪ ਪਰਸਨਲੀ ਮਿਲੇ ਆ। ਗਿੱਲ ਸਾਹਿਬ ਸਾਨੂੰ ਕਿਸੇ ਨੇ ਨਹੀਂ ਅਪਰੋਚ ਕੀਤਾ, ਅਸੀਂ ਡਾਕਟਰ ਸਾਹਿਬ ਨੂੰ ਵੀ ਮਿਲੇ ਆ, ਅਸੀਂ ਉਹਨਾਂ ਨੂੰ ਆਪਣੀ ਵਿਸ਼ ਲਿਸਟ ਦੇ ਕੇ ਆਏ ਆ। ਉਹ ਕਹਿੰਦੇ ਵੀ ਅਸੀਂ ਤੁਹਾਨੂੰ ਦੁਬਾਰਾ ਅਪਰੋਚ ਕਰਾਂਗੇ ਕੋਈ ਨਾ ਕੋਈ, ਜੋ ਵੀ ਅਸੀਂ ਸ਼ਾਰਟ ਲਿਸਟ ਬਣਾ ਕੇ। ਪਰ ਹੁਣ ਦੇਖ ਲਓ ਜਿਸਲੇ ਸਾਨੂੰ 2 ਵੀਕਾਂ ਹੋ ਗਈਆਂ, ਸਾਨੂੰ ਕਿਸੇ ਨੇ ਨਹੀਂ ਅਪਰੋਚ ਕੀਤਾ। ਈਵਨ ਦੋ ਜਿਹੜੇ ਐਂਡਰੂ ਵਿਲਕਸਨ ਅਸੀਂ ਉਹਨਾਂ ਨੂੰ ਵੀ ਅਪਰੋਚ ਕੀਤੀ ਆ ਆਪਣੇ ਲੋਕਲ MLA ਦੇ ਥਰੂ, ਤੇ ਅਸੀਂ ਉਹਨਾਂ ਨੂੰ ਮਿਲਣਾ ਚਾਹੁੰਦੇ ਆ ਵੀ ਸਾਡੇ ਟੈਕਸੀ ਇੰਡਸਟਰੀ ਲਈ ਕਰ ਕੀ ਰਹੇ ਆ। ਉਹਨੇ ਵੀ ਸਾਨੂੰ ਕੋਈ ਜਿੱਦਾਂ ਸਾਡੀ ਬਾਂਹ ਨਹੀਂ ਫੜੀ, ਕੋਈ ਅਪਰੋਚ ਨਹੀਂ ਕੀਤੀ ਉਹਨੇ, ਕਿਉਂਕਿ ਸਾਨੂੰ NDP ਦਾ ਡੇ 1 ਤੋਂ ਸਟੈਂਡ ਪਤਾ ਵੀ ਉਹ NDP ਸਾਡੇ ਲਈ ਕੀ ਕਰ ਰਹੀ ਆ। ਹੁਣ ਤੁਸੀਂ ਕਲੀਅਰਲੀ ਦੇਖ ਰਹੇ ਆ ਕਿ ਜੈਸ ਜੌਲ ਨੇ ਸਾਨੂੰ ਰੇਡੀਓ ਤੇ ਸਾਰੇ ਪਾਸੇ ਨਹੀਂ ਕਲੀਅਰਲੀ ਸੁਣ ਰਹੇ ਆ, ਉਹ ਟੈਕਸੀ ਵਾਲੇ ਨੂੰ ਪਹਿਲਾਂ ਤਾਂ ਮਾਫੀਆ ਕਹਿ ਰਹੇ ਆ। ਦੂਜੀ ਗੱਲ ਇਹ ਆ ਵੀ ਉਹ ਮੇਰਾ ਖਿਆਲ ਹੈ ਵੀ ਆਈ ਡੋਨਟ ਨੋ ਟੈਕਸੀ ਵਾਲੇ ਨੇ ਕੀ ਉਹਨਾਂ ਦਾ ਵਿਗਾੜਿਆ, ਉਹ ਮੈਨੂੰ ਨਹੀਂ ਪਤਾ ਹੈਗਾ, ਪਰ ਉਹ ਟੈਕਸੀ ਨੂੰ ਦੇਖਣਾ ਨਹੀਂ ਚਾਹੁੰਦੇ ਬਿਲਕੁਲ। ਬਾਕੀ ਉਹ ਕਹਿ ਰਿਹਾ ਵੀ ਮੈਂ ਜਿਸਲੇ ਆ ਗਿਆ ਅਸੀਂ ਕਲਾਸ 5 ਦਾ ਲਾਇਸੈਂਸ ਲੈ ਕੇ ਆਉਣਾ, ਬਾਉਂਡਰੀਆਂ ਖੁੱਲਣੀਆਂ, ਉਹ ਸਾਰੇ ਇਸ਼ੂਆਂ ਤੇ ਉਹਨੇ ਇਹ ਮੁੱਦਾ ਚੁੱਕਿਆ। ਪਰ ਜੇ ਹੁਣ ਤੁਸੀਂ 2-3 ਜਾਂ 4 ਦਿਨ ਪਹਿਲਾਂ ਇਲੈਕਸ਼ਨ ਤੋਂ ਆ ਕੇ ਸਾਨੂੰ ਕਹਿ ਰਹੇ ਅਸੀਂ ਇਹ ਕਰ ਰਹੇ, ਠੀਕ ਹੈ, ਦੈਟਸ ਗੁੱਡ, ਵੈਰੀ ਗੁੱਡ ਸਟਾਰਟ ਆ, ਪਰ ਅਸੀਂ ਕਿਸੇ ਤੁਹਾਡੇ ਜਿਹੜੇ ਆਪਣੇ ਉਹਨਾਂ ਦੇ ਲੀਡਰ ਆ ਉਹਨਾਂ ਤੋਂ ਕਿਸੇ ਤੋਂ ਵੀ ਹੱਲੇ ਤਾਈਂ ਇਹ ਗੱਲ ਨਹੀਂ ਸੁਣੀ। ਈਵਨ ਤੋਂ ਜੈਸ ਜੌਲ ਆ ਉਹ ਕਹਿ ਰਿਹਾ ਉਹਨੇ ਕਦੀ ਇਸ ਬਾਰੇ ਸਟੇਟਮੈਂਟ ਕਦੀ ਵੀ ਦਿੱਤੀ। ਗੱਲ ਸਾਹਿਬ ਹਾਂਜੀ ਗੱਲ ਸਾਹਿਬ ਐਂਡਰਿਊ ਇੱਕ ਕਿਉਂਕਿ ਪਲੇਟਫਾਰਮ ਦੇ ਉੱਪਰ ਮੈਨੀਫੈਸਟੋ ਦੇ ਉੱਪਰ ਜਾਂ ਐਂਡਰਿਊ ਵਿਲਕਿੰਸਨ ਨੇ ਇਹਦੇ ਤੇ ਹਲੇ ਤੱਕ ਕੋਈ ਬਿਆਨ ਦਿੱਤਾ ਜੀ? ਜਿਹੜੀ ਸਾਡੀ ਨੌਲੇਜ ਦੇ ਹਿਸਾਬ ਨਾਲ ਅਸੀਂ ਤਾਂ ਹਲੇ ਤੇ ਕੋਈ ਨਹੀਂ ਸੁਣਿਆ ਜੀ। ਹੁਣ ਤਾਂ ਪਰਸਨ ਤਾਂ ਇਲੈਕਸ਼ਨ ਹੋ ਗਈ ਸਟਾਰਟ ਦਾ ਆਲਰੇਡੀ, ਜਿਹੜੀ ਹੁਣ ਪਰਸਨ ਨੂੰ ਇਲੈਕਸ਼ਨ ਆ ਹੁਣੀ ਨਹੀਂ। ਉਹ ਜਿਹੜੀ ਮੇਰਾ ਖਿਆਲ ਹੈ ਜਿੱਦਾਂ ਡਾਕਟਰ ਸਾਹਿਬ ਨੇ ਪਹਿਲਾਂ ਕਿਹਾ ਵੀ ਸੀਗਾ ਤੇ ਅਸੀਂ ਸਾਰਿਆਂ ਨਾਲ ਕੰਸਲਟ ਕੀਤਾ, ਪਰ ਸਾਡੇ ਨਾਲ ਨਹੀਂ ਕਿਸੇ ਨੇ ਕੰਸਲਟ ਕੀਤਾ ਹੈਗਾ। ਹਾਂ ਠੀਕ ਹੈ, ਜੇ ਕਿਸੇ ਹੋਰ ਟੈਕਸੀ ਵਾਲਿਆਂ ਨੇ ਕੀਤਾ ਹੋਊਗਾ ਦੈਟਸ ਫਾਈਨ, ਉਹ ਉਹਨਾਂ ਦੀ ਰਾਏ ਆ, ਪਰ ਸਾਡੇ ਨਾਲ ਨਹੀਂ ਕਿਸੇ ਨੇ ਵੀ ਕੀਤਾ ਜੀ ਹਲੇ ਤੇ। ਪਰ ਵੈਨਕੂਵਰ ਟੈਕਸੀ ਐਸੋਸੀਏਸ਼ਨ ਤਾਂ ਸੂਬੇ ਦੀਆਂ 3000 ਦੇ ਵਿੱਚੋਂ 1500 ਦੇ ਕਰੀਬ ਟੈਕਸੀ ਇੰਡਸਟਰੀ ਟੈਕਸੀਆਂ ਨੂੰ ਤਾਂ ਤੁਸੀਂ ਰਿਪਰੈਜ਼ੈਂਟ ਕਰਦੇ ਹੋ VTA ਜੀ। ਬਿਲਕੁਲ ਜੀ, ਮੈਂ ਉਹੀ ਗੱਲ ਕਹਿ ਰਿਹਾ, ਸਾਡੇ ਤਾਈਂ ਹਲੇ ਕਿਸੇ ਨੇ ਨਹੀਂ ਅਪਰੋਚ ਕੀਤਾ। ਬਾਕੀ ਇੱਕ ਮੈਂ ਹੋਰ ਇੱਥੇ ਗੱਲ ਥੋੜੀ ਕਲੀਅਰ ਕਰਨੀ ਚਾਹੁੰਦਾ, ਜਿਹੜਾ ਆਪਣੇ ਬਿੱਲ 55 ਜਿਸਲੇ ਆਇਆ ਸੀਗਾ ਜਿਹਦੇ ਥਰੂ ਸਾਰੀਆਂ ਚੇਂਜਸ ਆਈਆਂ ਸੀਆਂ, ਉਹਦੇ ਵਿੱਚ ਟੌਡ ਸਟੋਨ ਨੇ ਕਲੀਅਰਲੀ ਕਿਹਾ ਸੀ, ਕਹਿੰਦਾ ਇਹ ਸਾਡਾ ਸਾਰਾ ਕੁਝ ਕੀਤਾ ਕੰਮ ਆ ਵੀ ਅਸੀਂ ਆਲਰੇਡੀ ਰੈਡੀ ਕੀਤਾ ਆ, ਤੇ ਊਬਰ ਆਊਗੀ ਅਨਲਿਮਿਟਡ ਆਊਗੀ, ਉੱਤੇ ਕੋਈ ਪ੍ਰਾਈਸ ਦਾ ਕੈਪ ਨਹੀਂ ਹੋਣਾ, ਉਹਦੇ ਤੇ ਕੋਈ ਬਾਉਂਡਰੀਆਂ ਦਾ ਇਸ਼ੂ ਨਹੀਂ ਹੋਣਾ। ਜੇ ਇਹ ਸਾਰੀਆਂ ਚੀਜ਼ਾਂ ਲਿਬਰਲ ਆਲਰੇਡੀ ਲਿਆਉਣਾ ਚਾਹੁੰਦੀ ਸੀ ਜਿਸਲੇ ਇਹ ਊਬਰ ਆਈ ਆ, ਜੇ ਹੁਣ ਉਹਨਾਂ ਦੀ ਸਟੇਟਮੈਂਟ ਚੇਂਜ ਹੁੰਦੀ ਆ, ਉਹਨਾਂ ਦੇ ਲੀਡਰ ਆ ਜਿਹੜੇ ਐਂਡਰੂ ਵਿਲਕਸਨ, ਉਹਨਾਂ ਨੂੰ ਆ ਕੇ ਪਬਲਿਕਲੀ ਇਹਨਾਂ ਨੂੰ ਲੋਕਾਂ ਨੂੰ ਅਵੇਅਰ ਕਰਨਾ ਚਾਹੀਦਾ ਵੀ ਅਸੀਂ ਆਹ ਕੰਮ ਕਰਨ ਲੱਗੇ ਆ ਤੇ ਤੁਸੀਂ ਸਾਡੇ ਨਾਲ ਆ। ਉਹਨੇ ਕੋਈ ਇਦਾਂ ਦੀ ਸਟੇਟਮੈਂਟ ਨਹੀਂ ਕੀਤੀ। ਇਹ ਹੁਣ ਜਿਹੜੀ ਸਟੇਟਮੈਂਟ ਆ ਬਹੁਤ ਥੋੜੇ ਸਮੇਂ ਦੇ ਵਿੱਚ ਜਿਸਲੇ ਅਸੀਂ ਇੰਡੋਰਸ ਕੀਤਾ ਐਂਡੀ ਨੂੰ, ਇਹ ਮੇਰੀ ਓਪੀਨੀਅਨ ਹੈ, ਸ਼ਾਇਦ ਉਹਦੇ ਕਰਕੇ ਨਹੀਂ ਦਿੱਤੀ ਆ, ਪਰ ਸਾਡੇ ਨਾਲ ਇਹਨੀ ਕਿਸੇ ਨੇ ਨਹੀਂ ਕੰਸਲਟ ਕੀਤਾ। ਦੂਜੀ ਗੱਲ ਆ ਗਿੱਲ ਸਾਹਿਬ, ਜਿਹੜੀ ਪ੍ਰਾਈਵੇਟ ਇੰਸ਼ੋਰੈਂਸ ਦੀ ਗੱਲ ਕਰਕੇ ਗਿਆ ਡਾਕਟਰ ਸਾਹਿਬ, ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੇਣੀ ਚਾਹੁੰਦਾ ਆ। ਟੋਰਾਂਟੋ ਦੇ ਵਿੱਚ 3000 ਟੈਕਸੀ ਇਸ ਵੇਲੇ ਆਫ ਦਾ ਰੋਡ ਆ। ਉਹਦਾ ਰੀਜ਼ਨ ਕੀ ਆ? ਟੋਰਾਂਟੋ ਦੇ ਵਿੱਚ ਪ੍ਰਾਈਵੇਟ ਇੰਸ਼ੋਰੈਂਸ ਆ। ਹੁਣ ਜਿਹੜੀ ਇੰਸ਼ੋਰੈਂਸ ਕੰਪਨੀ ਆ ਜਿਸਲੇ ਵੀ ਕਿਸੇ ਨੂੰ ਦੀ ਇੰਸ਼ੋਰੈਂਸ ਕਰਦੀਆਂ, ਉਹ ਪਰ ਤੁਹਾਨੂੰ ਦੇਖਦੇ ਆ ਜੀ ਤੇ ਤੁਹਾਡੇ ਕਲੇਮ ਕਿੰਨੇ ਆ। ਜਿਹੜੀ ਹੁਣ ਟੈਕਸੀ ਆ, ਟੈਕਸੀ ਦੇ ਕਲੇਮ ਤੇ ਤੁਹਾਨੂੰ ਵੀ ਪਤਾ, ਤੁਸੀਂ ਅੱਗੇ ਸਭ ਟੈਕਸੀ ਚਲਾਈ ਹੋ ਆ, ਇਹਦੇ ਕਲੇਮ ਮੋਸਟਲੀ ਹਾਈ ਹੁੰਦੇ ਆ। ਹੁਣ ਉਹ ਨਹੀਂ ਦੇਖਣਾ ਵੀ ਇਹਦਾ ਇੰਸ਼ੋਰੈਂਸ ਬਹੁਤ ਹਾਈ ਵੀ ਸਾਨੂੰ ਇਹ ਵਰਥ ਨਹੀਂ ਕਰਦੀ। ਉਹਨਾਂ ਦੀ ਪ੍ਰਾਈਵੇਟ ਕੰਪਨੀ ਇਸ ਵੇਲੇ ਇੰਸ਼ੋਰੈਂਸ ਨਹੀਂ ਕਰ ਰਹੀ, ਜੇ ਕਰ ਰਹੀ ਆ ਤਾਂ ਬਹੁਤ ਹੀ ਜ਼ਿਆਦਾ ਮਹਿੰਗੀ ਆ। ਇਸ ਕਰਕੇ ਉਹਨਾਂ ਨੂੰ ਟੈਕਸੀਆਂ 3000 ਆਫ ਦਾ ਰੋਡ ਰੱਖਣੀਆਂ ਪੈ ਰਹੀਆਂ ਬਿਕਾਜ਼ ਆਫ ਪ੍ਰਾਈਵੇਟ ਇੰਸ਼ੋਰੈਂਸ। ਸੋ ਸਟਿਲ BTA ਐਂਡੋਰਸ ਫਿਰ NDP ਨੂੰ ਕਰਦੀ ਹੈ ਜੀ? ਹਾਂਜੀ, ਜਿਹੜਾ ਸਾਡਾ ਸਟੈਂਡ ਹੈ ਅਸੀਂ ਉੱਥੇ ਖੜੇ ਆ ਜੀ। ਸਾਨੂੰ ਲਿਬਰਲ ਨੇ ਕਿਸੇ ਨੇ ਵੀ ਅਪਰੋਚ ਨਹੀਂ ਕੀਤਾ। ਅਸੀਂ ਕੀਤਾ ਇੱਕ ਦੋ ਉਹਨਾਂ ਦੇ ਜਿਹੜੇ ਆਪਣੇ MLAs ਨੂੰ, ਪਰ ਉਹਨੇ ਸਾਨੂੰ ਕਿਸੇ ਨੇ ਵੀ ਆ ਕੇ ਵਾਪਸ ਕੋਈ ਉਹਨਾਂ ਦੇ ਆਪਣੇ ਲੀਡਰ ਦਾ ਕੋਈ ਕਿਸੇ ਦਾ ਮੈਸੇਜ ਨਹੀਂ ਦਿੱਤਾ। ਹਾਂ, ਬਾਕੀ ਜੈਜਵਾਲ ਹੈਗੇ ਆ, ਉਹ ਸਾਡੇ ਲਈ ਬਿਲਕੁਲ ਸਟੇਟਮੈਂਟ ਤੇ ਸਟੇਟਮੈਂਟ ਦੇ ਰਹੇ ਆ। ਤੇ ਜਿੱਦਾਂ ਤੁਹਾਨੂੰ ਪਤਾ ਹੈ ਵੀ ਉਹ ਟੈਕਸੀ ਵਾਲਿਆਂ ਨੂੰ ਦੇਖ ਕੇ ਰਾਜੀ ਨਹੀਂ ਆ ਰਹੇ, ਉਹ ਕਾਹਤੇ ਉਹ ਕਹਿੰਦੇ ਟੈਕਸੀ ਦਾ ਮੈਂ ਖਤਮ ਹੀ ਕਰ ਦੇਣੀ ਹੈ। ਟੈਕਸੀ ਵਾਲਿਆਂ ਨੂੰ ਮਾਫੀਆ ਵੀ ਕਹਿ ਰਹੇ ਹੋ। ਬਿਲਕੁਲ, VTA ਜਿਹੜੀ ਐਸੋਸੀਏਸ਼ਨ ਆ ਉਸ ਵੱਲੋਂ ਇੰਡੋਰਸ ਕੀਤਾ ਗਿਆ, ਜਿਹੜੀ 1500 ਟੈਕਸੀ ਹੈ
ਕੋਈ ਉਹਦਾ ਓਨਰ ਆਪਰੇਟਰ ਹੈ, ਉਹਦਾ ਆਪਣਾ ਵੀ ਓਪੀਨੀਅਨ ਹੋ ਸਕਦਾ, ਜਿਵੇਂ ਕੁਝ ਤੁਹਾਡੇ ਮੁੰਡੇ ਆ ਕੇ ਕਹਿ ਰਹੇ ਨੇ ਵੀ ਅਸੀਂ ਤਾਂ ਲਿਬਰਲ ਦੀ ਮਦਦ ਕਰਨੀ। ਬਿਲਕੁਲ ਗਿੱਲ ਸਾਹਿਬ, ਆਪਾਂ ਉਸ ਦਿਨ ਵੀ ਇਹ ਗੱਲ ਮੈਂ ਕਲੀਅਰ ਕੀਤੀ ਸੀ। ਜੇ ਦੇਖੋ ਹਰੇਕ ਕੰਪਨੀ ਦੇ ਵਿੱਚੋਂ ਜਿਹੜੇ ਉਹਨਾਂ ਦੇ ਇਲੈਕਟਡ ਅਫੀਸ਼ੀਅਲ ਆ ਉਹ BTA ਦੇ ਮੈਂਬਰ ਆ ਜੀ। ਉਹ ਫਿਰ ਆ ਕੇ ਜਿਹੜੇ ਜੋ ਵੀ ਉਹਨਾਂ ਦਾ ਸਾਡਾ ਸਾਰਿਆਂ ਦਾ ਡਿਸੀਜਨ ਹੁੰਦਾ ਉਹ ਅਸੀਂ ਪਾਸ ਓਵਰ ਕਰ ਦਿੰਦੇ ਆ। ਜਿੱਦਾਂ ਪੋਲਿਟਿਕਸ ਹਰੇਕ ਜਗ੍ਹਾ ਦੇ ਵਿੱਚ ਤੁਹਾਨੂੰ ਵੀ ਪਤਾ ਗਿੱਲ ਸਾਹਿਬ, ਟੈਕਸੀ ਕੰਪਨੀਆਂ ਦੇ ਵਿੱਚ ਵੀ ਪੋਲਿਟਿਕਸ ਚੱਲਦੀ ਆ। ਕਈ ਵੇਲੇ ਆਪੋਜੀਸ਼ਨ ਵਾਲੇ ਬੰਦੇ ਹੁੰਦੇ ਆ ਇੱਕ ਦੋ, ਉਹਨਾਂ ਦੀ ਹਰੇਕ ਦੀ ਆਪਣੀ ਇੰਡੀਵਿਜੂਅਲ ਦੀ ਓਪੀਨੀਅਨ ਹੁੰਦੀ ਹੈ। ਹੋ ਸਕਦਾ ਇੱਕ ਦੋ ਬੰਦੇ ਨੇ ਕਿਹਾ, ਮੈਂ ਉਸ ਦਿਨ ਵੀ ਇਹ ਗੱਲ ਕਲੀਅਰ ਕੀਤੀ ਸੀ। ਬਿਲਕੁਲ ਠੀਕ ਹੈ, ਧੰਨਵਾਦ ਸੁਖਨਾਮ ਸਿੰਘ ਜੀ, ਥੈਂਕ ਯੂ। ਥੈਂਕ ਯੂ ਗਿੱਲ ਸਾਹਿਬ, ਥੈਂਕ ਯੂ ਵੈਰੀ ਮਚ। ਟੈਕਸੀ ਐਸੋਸੀਏਸ਼ਨ BTA ਦੇ ਪ੍ਰੈਜ਼ੀਡੈਂਟ, ਉਹਨਾਂ ਨੇ ਦੇਖੋ ਤੁਹਾਡੇ ਸਾਹਮਣੇ ਕਲੀਅਰ ਕੀਤਾ। ਉਹ ਕਹਿੰਦੇ ਸਾਨੂੰ ਪਾਰਟੀ ਲਿਬਰਲ ਦੇ ਲੀਡਰ ਨੇ ਅਜੇ ਤੱਕ ਕੋਈ ਗੱਲ ਨਹੀਂ ਕੀਤੀ। ਵਿਲਕਿੰਸਨ ਉਹਨਾਂ ਨੇ ਕਿਤੇ ਪਲੇਟਫਾਰਮ ਤੇ ਗੱਲ ਨਹੀਂ ਕੀਤੀ। ਜੈਸ ਜੋਹਲ ਹਲੇ ਵੀ ਅਕ੍ਰੋਸ ਦਾ ਰਿਵਰ ਇਹ ਕਹਿ ਰਿਹਾ ਵੀ ਨੋ, ਅਸੀਂ ਉਸ ਤਰ੍ਹਾਂ ਹੀ ਕਲਾਸ 5 ਲੈ ਕੇ ਆਵਾਂਗੇ, ਕੋਈ ਉਹਦੇ ਤੇ ਲਿਮਿਟ ਨਹੀਂ ਹੋਣੀ, ਬਾਉਂਡਰੀਆਂ ਅਸੀਂ ਚੱਕਾਂਗੇ। ਪਰ ਡਾਕਟਰ ਚੀਮਾ ਉਹਨਾਂ ਨੇ ਜਿਹੜਾ ਕਿਹਾ, ਉਹ ਉਹਨਾਂ ਨੇ ਇਹ ਕਿਹਾ ਵੀ ਨੋ, ਅਸੀਂ ਬਰਾਬਰਤਾ ਦੀ ਗੱਲ ਕਰਾਂਗੇ। ਬਾਕੀ ਸੁਣਨ ਵਾਲੇ ਤੇ ਵੋਟਰ ਆਪਣੇ ਤੌਰ ਤੇ ਇਸ ਨੂੰ ਸੋਚ ਸਕਦੇ। ਸੁਖਪਾਲ ਸਿੰਘ, ਲਾਈਨ ਨੰਬਰ 3। ਸਤਿ ਸ੍ਰੀ ਅਕਾਲ ਰਜੀਤ ਸਿੰਘ, ਬਹੁਤ ਵਧੀਆ, ਬਸ ਖੁਸ਼ੀ ਆ ਵੀ ਇੱਥੇ ਹੁਣ ਆ ਗਿਆ, ਐਡਾ ਵੀ ਵਧੀਆ ਬਣਾਓ। ਇਹਨਾਂ ਨੂੰ ਵੀ ਕਹੋ ਟੈਕਸੀ ਵਾਲਿਆਂ ਨੂੰ, ਤਾਂ ਸਾਰੇ ਜਾਣੇ ਜਿਹੜੀ ਆ ਗੱਲ ਕਹਿ ਕੇ ਗਿਆ ਵੇ, ਜਿਹੜੇ ਬੰਦਿਆਂ ਦਾ ਭਰੋਸਾ ਹੈ ਨਹੀਂ, NDP ਨੂੰ ਮੈਜੋਰਟੀ ਨਹੀਂ ਮਿਲੀ। ਜਿਹੜੀਆਂ ਅਸਲੀ ਗੱਲ ਉਹਨਾਂ ਦਾ ਲੀਡਰ ਨੂੰ ਵੀ ਤੁਸੀਂ ਕਹੋ ਆਂਦੇ ਕਿਉਂ ਨਹੀਂ, ਉਹ ਵੀ NDP ਪਾਰਟੀ ਦਾ ਇੱਕੋ ਹੀ ਆ, ਉਹ ਲੀਡਰ ਦੱਸਦੇ ਕਿਉਂ ਨਹੀਂ ਵੇ, ਨਹੀਂ ਕਰ ਕਿਉਂ ਨਹੀਂ ਸਕੇ, ਕਿਉਂਕਿ ਉਹਨਾਂ ਕੋਲ ਮੈਜੋਰਟੀ ਨਹੀਂ ਸੀਗੀ ਉਹਨਾਂ ਦੀਆਂ। ਹੁਣ ਗ੍ਰੀਨ ਪਾਰਟੀ ਦੇ ਲਿਬਰਲ ਰਲ ਗਈਆਂ, ਕਿਉਂਕਿ ਮਾਇਆ ਦਾ ਜੋਗਾ ਬਲੈਕ ਮਨੀ ਬਥੇਰੀ ਉਧਰੋਂ ਆਉਂਦੀ ਹੈ, ਟੂਡੋ ਵੱਲੋਂ ਟੰਨਾਂ ਦੀ ਟੰਨ। ਸੋ ਥੋੜੇ ਜਿਹਾ ਗੁਰਮੀਤ ਸਿੰਘ ਨੂੰ ਵੀ ਕਹੋ, ਜਗਮੀਤ ਸਿੰਘ ਨੂੰ ਵੀ ਹੁਣ ਤਕੜਾ ਹੋ ਜਾ ਸਿੰਘਾ, ਹੁਣ ਪਲਟੇ ਦੇ ਨਾ, ਕਿਉਂਕਿ ਇਹਨਾਂ ਨੂੰ ਦੱਸਣਾ ਵੀ ਆ, ਕਹਿ ਦਿੰਦੇ ਆ ਨਾ ਵੀ ਪਟਕੇ ਵਾਲਿਆਂ ਨੂੰ ਕਿਹੜਾ ਰਾਜਨੀਤੀ ਆਉਂਦੀ ਆ। ਸੋ ਉਹਨੂੰ ਵੀ ਰੇਡੀਓ ਦੇ ਉੱਤੇ ਚੱਕ ਕੇ ਆਪ ਲਿਆਇਓ। ਮੈਂ ਤਾਂ ਕਹਿੰਦਾ ਗੱਭੇ ਬਿਠਾਲ ਕੇ ਮੋਟਰਸਾਈਕਲ ਤੇ ਚੱਕ ਕੇ ਵੀ ਲਿਆ ਸਕਦੇ ਆ, ਸਾਡਾ ਇੰਨਾ ਵੀ ਅਸੀਂ ਉਹਦੇ ਲਈ ਉਹਨੂੰ ਇੱਥੇ ਲਿਆਉਣ ਦੇ ਲਈ ਘਰ ਤੱਕ ਵੇਚ ਚੁੱਕੇ ਆ। ਸੋ ਉਹਨੂੰ ਰੇਡੀਓ ਤੇ ਕਹਿਵੇ ਆ ਜਾ ਹੁਣ ਸਿੰਘਾ ਲੋੜ ਆ, ਉਹ ਕੱਲ ਨੂੰ ਨਾ ਕਹੀਂ, ਕਿਉਂਕਿ ਫਿਰ ਰੇਡੀਓ ਤੇ ਆਵੇ ਤੁਹਾਡੇ ਇੱਥੇ ਵਿੱਚੇ ਟੂਡੋ ਨੂੰ ਵੀ ਲਿਆਵੇ, ਇੱਥੇ ਸਾਰੇ ਆਉਣ ਵਾਲੇ ਪਤਾ ਲੱਗੇ ਰੇਡੀਓ ਜਿਹੜਾ ਇਹ ਆਮ ਮੀਡੀਆ ਨਹੀਂ ਰਿਹਾ, ਇਹ ਖਾਸ ਬਣ ਗਿਆ। ਸ਼ੇਰੇ ਪੰਜਾਬ ਜਿੰਦਾਬਾਦ, ਤੇ ਉੱਥੇ ਸਟੇਸ਼ਨ ਵੀ ਸਾਰਾ ਵਧੀਆ ਬਣ ਗਿਆ, ਤੇ ਮੇਨ ਸਟਰੀਮ ਮੀਡੀਆ ਨੂੰ ਕਿ ਆਵੋ ਉੱਥੇ ਟੂਡੋ ਆਣ, ਸਾਰੇ ਉੱਥੇ ਕਰਨ, ਉੱਥੇ ਜਾ ਕੇ ਸਰੀ ਦੇ ਵਿੱਚੋਂ ਸਰਕਾਰ ਬਣਨੀ ਆ, ਜਿੰਨ ਵੀ ਬਣਾਣੀ ਸਰੀ ਨੇ ਬਣਾਣੀ ਆ। ਤੇ ਸਰੀ ਦੇ ਆ ਕੇ ਲੋਕਾਂ ਦੇ ਸਾਰੇ ਮਸਲੇ ਹੱਲ ਕਰੋ। ਜਿਹੜੇ ਬੰਦੇ ਇੱਥੇ ਇੰਨੇ ਸਾਲਾਂ ਦੇ ਮਰ ਗਏ, ਆ ਸਟੂਡੈਂਟਾਂ ਦੀ ਵੀ ਜਿਹੜੀ ਇਹਨਾਂ ਦੀ ਮਸਲੇ ਹੱਲ, ਇਹਨਾਂ ਨੂੰ ਵੀ ਥੋੜੇ ਰੈਂਟ ਇਹਨਾਂ ਦੇ ਸਿਰ ਘਟਣ। ਉਹ ਟੈਕਸੀ ਵਾਲਿਆਂ ਦੇ, ਟਰੱਕਾਂ ਵਾਲਿਆਂ ਦੇ ਘਰਾਂ 'ਚ ਸਾਰੀ ਜਨਤਾ ਰਹਿੰਦੀ, ਸੋ ਉਹਨਾਂ ਦੀ ਮਦਦ ਕਰੋਗੇ ਤਾਂ ਉਹ ਇਹਨਾਂ ਨੂੰ ਵੀ ਥੋੜਾ ਜਿਹਾ ਆਰਾਮ ਕਰ ਦੂਗੇ। ਅੱਗੇ 600 ਨੂੰ ਦਿੰਦੇ ਸੀਗੇ ਬੇਸਮੈਂਟ ਵੀ, ਇਹਨਾਂ ਨੂੰ 600 ਨੂੰ, ਇਹਨਾਂ ਨਾਲ ਵੀ ਵਿੱਚੇ ਫਾਇਦਾ ਹੋ ਜਾਣਾ, ਸਾਰਿਆਂ ਦਾ ਹੋ ਜਾਣਾ। ਸੋ ਇਹਨਾਂ ਨੂੰ ਦੱਸੋ, ਸੋ ਜਿਹੜੇ ਘਰਾਂ 'ਚ ਟਰੱਕਾਂ ਵਾਲਿਆਂ ਨੇ ਘਰ ਦੇ ਗਏ ਨਹੀਂ, ਵਾਅਦੇ ਕਰੇ ਤੇ ਪੁੱਛ ਲਿਓ ਇਹਨੂੰ। ਆਪਣੇ ਜੈਰੀ, ਆਪਣੇ ਇਹਨਾਂ ਦਾ ਜਿਹੜਾ ਪ੍ਰਧਾਨ ਆ ਉੱਥੇ, ਉਹ ਆਏ ਸੀਗੇ, ਉਦੋਂ ਤੁਹਾਨੂੰ ਪਤਾ ਹੀ ਆ ਵੀ ਸਾਰੇ ਉਹ ਚੁੱਕ ਧਾਲੀਵਾਲ ਉਹਨਾਂ ਨੂੰ ਚੜ੍ਹਨ ਨਾ ਦਿੰਦੇ ਸਟੇਜ ਦੇ ਉੱਤੇ। ਸੋ NDP ਦੇ ਲੀਡਰ ਹੈਰੀ ਵੈਂਸ ਜੀ ਸਾਈਡ ਤੇ ਖੜੇ ਤੇ ਮੈਂ ਉੱਥੋਂ ਗਿਆ ਤਾਂ ਉੱਠ ਕੇ, ਸੋ ਵੀ ਬਾਈ ਆ ਜਾ ਇੱਧਰ ਨੂੰ, ਕਹਿੰਦਾ ਮੈਨੂੰ ਤਾਂ ਪੁੱਛਦੇ ਨਹੀਂ, ਚੇਅਰ ਵੀ ਹੈ ਨਹੀਂ। ਮੈਂ ਕਿਹਾ ਤੈਨੂੰ ਚੇਅਰ ਦਵਾ ਦਾਂਗੇ ਬਈ, ਜਿਹੜੇ ਸਾਡੇ 2-3 ਮੁੰਡੇ ਵਿਚਾਰੇ ਸੂਸਾਈਡ ਕਰ ਗਏ, ਜਿਹੜੇ ਘਾਟੇ ਪੈ ਗਏ ਕਿਰਤੀਆਂ ਨੂੰ, ਉਹ ਵੀ ਨਹੀਂ ਪੂਰੇ ਕਰ ਸਕਦੇ ਤੁਸੀਂ। ਉਹ ਲਾਅ ਕਹਿੰਦਾ, ਲਾਅ ਦੇ ਮੁਤਾਬਕ ਜਿਹੜੇ ਉਹ ਘਾਟੇ ਪੂਰੇ ਕਰਨੇ ਪਊਗੇ ਇਹਨਾਂ ਨੂੰ, ਤੇ ਨਹੀਂ ਤਾਂ ਇਹਨਾਂ ਨੂੰ ਪਰਖੋ, ਲਿਖਾ ਲਾਓ। ਮੈਂ ਤਾਂ ਕਹਿੰਦਾ ਇੱਕ ਵਕੀਲ ਤੁਹਾਡੇ ਕੋਲ ਆਉਂਦਾ ਬ੍ਰਿਜ ਮੋਹਨ ਵਾਲੇ, ਉਹਨੂੰ ਵੀ ਵਿਚਾਰੇ ਨੂੰ ਪੈਸੇ ਬਣ ਜੂਗੇ। ਸੋ ਅੱਗੇ ਕ੍ਰਿਸਟੀ ਕਲਾਰਕ ਇਦਾਂ ਧੋਖਾ ਕਰ ਗਏ, ਵਕੀਲ ਨੂੰ ਗੱਭੇ ਰੱਖ ਕੇ ਕਰੋ ਜੋ ਕੁਝ ਕਰਨਾ। ਸਤਿ ਸ਼੍ਰੀ ਅਕਾਲ ਜੀ। ਦਿਖਾਉਣੇ ਆ ਜੀ, ਦਿਖਾਉਣੇ। ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ। ਮੇਰੇ ਤਾਂ ਕਹਿ ਹੀ ਜਾਣ ਪ੍ਰੋਗਰਾਮ ਤੇ ਉਨਾ ਹੀ ਬਹੁਤ ਆ, ਕਹਿੰਦੇ ਨਹੀਂ। LMIA ਵਾਲੇ ਦੀ ਗੱਲ ਵਿੱਚ ਰਹਿ ਗਈ, ਸੌਰੀ, ਕੋਈ ਨਾ। ਆਹ ਤਿਰਕਤਾ ਜੇ ਨਿਕਲ ਜਵੇ ਤੇ ਅਗਲੇ ਹਫ਼ਤੇ ਵਿਹਲੇ ਹੀ ਆ। ਮੁੰਡਾ ਫਾਈਲ ਲੈ ਕੇ ਗਿਆ ਆਪਣਾ, ਉਹਦਾ ਵਰਕ ਪਰਮਿਟ ਅਪਲਾਈ ਕਰਨ, ਮੁੱਕਦਾ ਸੀ 5 ਦਿਨ ਪਹਿਲਾਂ, ਵੀ ਮੈਂ ਕਿਤੇ ਅਮਰੀਕਾ ਗਿਆ ਤੇ ਉੱਥੇ ਸਮਾਂ ਲੱਗ ਸਕਦਾ। ਉਹ ਕਹਿੰਦੇ ਵੀ ਮੇਰੀ ਫਾਈਲ ਭਗਾ ਕੇ CBSE ਵਾਲੇ ਅਫੀਸਰ ਨੇ ਮਾਰੀ। ਮੈਂ ਕਿਹਾ ਲਾਸਟ ਨੇਮ ਨਹੀਂ ਪੜਿਆ ਵਰਦੀ ਤੋਂ? ਉਹ ਕਹਿੰਦਾ ਜੀ ਮੈਂ ਘਬਰਾ ਗਿਆ। ਉਹ ਕਹਿੰਦਾ ਚੱਲ 14 ਦਿਨ ਕੁਆਰੰਟੀਨ 'ਚ। ਉਹ ਕਹਿੰਦਾ ਮੈਂ ਤਾਂ ਬਾਰਡਰ ਵੀ ਨਹੀਂ ਟੱਪਿਆ ਭਰਾਵਾ, ਮੈਂ ਤਾਂ ਉਰਲੇ ਬੰਨੇ ਘੁੰਮ ਕੇ ਆ ਗਿਆ, ਤੇ ਤਾਂ ਕਿੱਧਰ ਨੂੰ ਲਿਜਾਣਾ ਮੈਨੂੰ? ਉਹ ਕਹਿੰਦਾ 14 ਦਿਨ। ਉਹ ਕਹਿੰਦਾ ਮੈਂ ਟਰੱਕ ਕਦੋਂ ਲੈ ਕੇ ਆਇਆ? ਕਹਿੰਦਾ ਟਰੱਕ ਦੀ ਜੌਬ ਨਹੀਂ, ਹੁਣ ਤੂੰ ਤੁਰ ਕੇ ਆਇਆ, ਹੁਣ 14 ਦਿਨ ਕੁਆਰੰਟੀਨ। ਐਡਾ ਬੇੜਾ ਬੈਠਿਆ ਹੋਇਆ ਨਾ ਕਾਗਜ਼ ਪੱਤਰ ਲਿਖਣ ਵਾਲਿਆਂ ਦਾ, ਜਿਹੜੇ ਬੁੱਕ ਦੇ ਰਾਹੀਂ ਆ ਜਿਹੜਾ ਮੋਢਿਆਂ ਤੇ 4 ਕਿਲੋ ਵਜਨ ਰੱਬ ਨੇ ਦਿੱਤਾ, ਇਹਦੇ 'ਚ ਕੋਈ ਸੋਚਣ ਦੀ ਸ਼ਕਤੀ ਹੈ? ਨਹੀਂ ਤਾਂ ਕਿਤਾਬ ਪੜ੍ਹ ਕੇ ਜਾਂਦੇ ਨੇ, ਤੋਤਾ ਰਟਨ ਹੈ। ਵੀ ਜਿਹੜਾ ਟਰੱਕ ਚਲਾ ਕੇ ਅਮਰੀਕਾ ਘੁੰਮ ਕੇ 10 ਦਿਨ ਆਉਂਦਾ, ਉਹਦੀ ਕੁਆਰੰਟੀਨ ਹੈ ਨਹੀਂ, ਕਿਉਂਕਿ ਉਹਨੇ ਰੋਟੀ ਪਾਣੀ ਤੁਹਾਡੇ ਜਵਾਕਾਂ ਨੂੰ ਲਿਆਉਣਾ ਨਾ। ਹੁਣੇ ਫਾਈਲ ਲੈ ਕੇ ਆ ਗਿਆ, ਹੁਣ ਕਹਿੰਦੇ 14 ਦਿਨ, ਤੇ ਨਾਲੇ ਕਹਿੰਦਾ ਕਰ ਅਪਲਾਈ। 14 ਦਿਨ ਵੀ ਘਰੇ ਬਿਠਾਤਾ,
ਆਨਲਾਈਨ ਕਰ ਅਪਲਾਈ, ਤੇ ਆਨਲਾਈਨ ਅਪਲਾਈ ਕੀਤਾ ਆ ਰਿਹਾ 6 ਮਹੀਨੇ ਬਾਅਦ ਵਰਕ ਪਰਮਿਟ। ਤਾਂ 6 ਮਹੀਨੇ ਬੰਦੇ ਅਮਰੀਕਾ ਨਹੀਂ ਟਰੱਕ ਵਾਲੇ ਜਾ ਸਕਦੇ, ਕੈਨੇਡਾ 'ਚ ਕੰਮ ਕਰਨਾ ਪਊ। ਆਹ ਤਾਂ ਹਾਲ ਹੈ। ਇਹ ਜਿਹੜੀਆਂ ਜੋਕਾਂ ਬੈਠੀਆਂ ਬਣਾ ਕੇ ਮੂਵੀਆਂ ਟਿਕਟੌਕ ਤੇ ਪਾਉਂਦੀਆਂ 40-40 50-50 ਹਜ਼ਾਰ ਲੈ ਰਹੀਆਂ, ਤੇ ਪੈਸੇ ਉਹਨਾਂ ਨਾਲ ਦਿਖਾ ਕੇ ਲੋਕਾਂ ਨੂੰ ਦਿਖਾਉਂਦੇ ਨੇ ਮੇਰੇ ਕੋਲ ਆ ਮੇਰੇ ਕੋਲ ਆ। ਉਹਨਾਂ ਦੇ ਨਾਲ ਜਿੱਦਣ ਫੰਡ ਰੇਜ਼ਿੰਗ ਹੁੰਦਾ $10,000 ਉਹ ਦਿੰਦੇ, ਤੇ ਉਹਨਾਂ ਨਾਲ ਪ੍ਰਧਾਨ ਮੰਤਰੀ ਦੀਆਂ ਖਿਚਾ ਕੇ ਫੋਟੋਆਂ, ਤੇ ਜਿਹੜਾ ਲੋਕਾਂ ਨੂੰ ਠੱਗਦੇ ਨੇ, ਇੱਕ ਤੇ ਹੁਣ 56 ਕੇਸ ਪਏ ਨੇ, ਉਹਦੀ ਵੀ ਪ੍ਰਧਾਨ ਮੰਤਰੀ ਨਾਲ ਫੋਟੋ ਸੀ। ਗਾਹਾਂ 3-4 ਹੋਰ, ਇੱਕ ਔਲੇਵਰ 2 ਤੇ 2-4 ਇੱਥੇ ਦੇ, ਬਥੇਰਾ ਰੌਲਾ ਔਲੇਵਰ ਤੇ ਧੂਆਂ ਰੋਲ ਹੋਇਆ ਪਿਆ। ਜ਼ਮੀਨਾਂ ਉੱਥੇ ਕਿਹਦੀਆਂ ਸਾਂਝੀਆਂ ਨੇ, ਕਿਹਨੇ ਭੰਗ ਦਾ ਪਰਮਿਟ ਲੈ ਕੇ ਦਿੱਤਾ, ਬਹੁਤ ਰੌਲਾ ਪਿਆ ਹੋਇਆ। ਤੇ ਹੁਣ ਵੋਟਾਂ ਕਰਕੇ ਜੇ ਗੱਲ ਕਹਿਣੀ ਸੀ ਉਹ ਐ ਲੱਗਣਾ ਸੀ ਸਾਡੇ ਖਿਲਾਫ, ਪਰ ਗੱਲ ਸੱਚ ਹੈ ਜਿਹੜੀ, ਉਹ ਸੱਚ ਹੈ। ਉਹ ਇਹਨਾਂ ਦਾ ਅਸਲ ਸਭ ਤੋਂ ਵੱਡੇ ਜਿਹੜੇ ਵਿਕਟਮ ਨੇ ਇਸ ਸਮੇਂ ਵਰਕ ਪਰਮਿਟ ਵਾਲੇ ਨੇ, ਤੇ ਸਾਡੇ ਵਿਦਿਆਰਥੀ ਨੇ, ਬੱਚੇ ਜਿਹੜੇ 20-20 ਸਾਲ ਦੇ ਆਏ ਨੇ। ਹੁਣ ਇਹ ਨੰਬਰ ਇੰਡਸਟਰੀ ਜਿੰਨੇ ਪੈਸੇ ਕਮਾਉਣ ਵਾਲੀ ਸਰਕਾਰ, ਇਹਨਾਂ ਦੀ ਵੈਲਬੀਇੰਗ ਦੀ ਕੋਈ ਸੋਚੂ? ਨੋ। ਜਿਨ੍ਹਾਂ ਨੇ ਸੁਨੇਹੇ ਦੇਣੇ ਨੇ ਉਹ ਤਾਂ ਕੱਟਦੇ ਨੇ ਕੇਕ ਇਹਨਾਂ ਦੇ। ਇਹ ਸੀ ਜੀ ਅੱਜ ਦਾ ਪ੍ਰੋਗਰਾਮ। ਵੋਟਾਂ 'ਚ ਰਹਿ ਗਈ ਦਿਹਾੜੀ। ਵੋਟਾਂ ਤਾਂ ਪੈ ਗਈਆਂ 10-11 ਲੱਖ ਤਾਂ ਮਿਲੀਅਨ ਦੇ ਕਰੀਬ ਪੈ ਗਈਆਂ, ਜਾਂ ਪਹੁੰਚੀਆਂ 7 ਲੱਖ ਦੇ ਕਰੀਬ ਮਿਲਨ ਬੈਲਟ, 4 ਲੱਖ ਅਗੇਤਰੀਆਂ ਪੈ ਗਈਆਂ ਹੋਣਗੀਆਂ, ਤੇ 35 ਲੱਖ ਦੇ ਵਿੱਚੋਂ 60% ਜੇ ਪੈਣੀਆਂ, 7-8 ਲੱਖ ਪੈਣੀਆਂ ਵੀ ਉਦਣ ਸੈਟਰਡੇ ਨੂੰ। ਪਰ ਨਿਗਾਹ ਰੱਖੋ ਖੁੱਲੀ, ਤੇ ਕੰਨ ਵੀ ਰੱਖੋ ਖੁੱਲੇ। ਮੌਕੇ ਤੇ ਜੇ ਕੋਈ ਬਦਲਦਾ ਹੈ ਤਾਂ ਉਹਦਾ ਮਤਲਬ ਹੈ ਵੋਟਾਂ ਲਈ ਤੁਰਿਆ ਫਿਰਦਾ। ਖਿਆਲ ਰੱਖੋ ਇਸ ਗੱਲ। ਜਿਹੜੀ ਪਾਰਟੀ ਚੰਗੀ ਆ ਕਾਮਿਆਂ ਲਈ, ਜਿਹੜੀ ਪਾਰਟੀ ਸਾਡੇ ਹੱਕਾਂ ਲਈ ਚੰਗੀ ਆ, ਜਿਹੜੀ ਪਾਰਟੀ ਸਾਡੇ ਭਾਈਚਾਰੇ ਲਈ ਚੰਗੀ ਆ, ਜਿਹੜੀ ਪਾਰਟੀ ਨੇ ਸਾਡਾ ਕਦੇ ਹੱਥ ਫੜਿਆ, ਉਹ ਕਿਹੜੀ ਸੀ, ਇਹਦਾ ਖਿਆਲ ਰੱਖੋ। ਲੌਂਗ ਟਰਮ ਸਾਡੇ ਲਈ ਕੌਣ ਖੜਦਾ, ਉਹਦਾ ਖਿਆਲ ਰੱਖੋ। ਕੱਲ ਨੂੰ ਮੁੜਦੇ ਆ ਫੇਰ 12 ਵਜੇ। ਸਵੇਰ ਵਾਲਾ ਸ਼ੋਅ 9 ਤੋਂ 11 ਵਜੇ ਤੱਕ ਸ਼ੇਰੇ ਪੰਜਾਬ ਰੇਡੀਓ ਤੇ ਹੁੰਦਾ। ਅਸ਼ਵਿੰਦਰ ਸਤਾਜ ਉਹਨਾਂ ਦਾ, ਡਾਕਟਰ ਸਾਹਿਬ ਨਾਲ ਗੱਲਬਾਤ ਹੋਈ ਮਹਾਰਾਜਾ ਦਲੀਪ ਸਿੰਘ ਦੇ ਬਾਰੇ, ਉਹ ਵੀ ਪ੍ਰੋਗਰਾਮ ਪਾ ਦਿੱਤਾ ਜਾਵੇਗਾ 600 AM ਸ਼ੇਰੇ ਪੰਜਾਬ ਰੇਡੀਓ ਦੀ ਫੇਸਬੁੱਕ ਤੇ। ਰੱਬ